ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 31 ਅਕਤੂਬਰ 2021 ਤੇ ਪ੍ਰੋਗਰਾਮ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ ਚੋਂ ਲੈ ਕੇ ਇੱਕ ਵਾਰ ਫੇਰ ਹਾਜ਼ਰ ਹਾਂ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਚ ਅੱਗੇ ਚੱਲ ਕੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਜੋ ਕਿ ਬੈਰਿਸਟਰ ਹਨ ਤੇ ਸਰੀ ਵਿੱਚ ਪ੍ਰੈਕਟਿਸ ਕਰਦੇ ਹਨ ਮੇਰਾ ਸਾਥ ਦੇਣਗੇ। ਭਾਰਤ ਵਿੱਚ ਸੰਘੀ ਢਾਂਚੇ ਦਾ ਅਧਿਐਨ ਕਰਦਿਆਂ ਅਸੀਂ ਪਿਛਲੇ ਹਫ਼ਤੇ ਜਾਣਿਆ ਕਿ ਪ੍ਰਾਚੀਨ ਕਾਲ ਤੋਂ ਭਾਰਤ ਦੇ ਵਿੱਚ ਕਦੋਂ ਅਤੇ ਕਿਸ ਤਰ੍ਹਾਂ ਸੱਤਾ ਦਾ ਕੇਂਦਰੀਕਰਨ ਅਤੇ ਗੈਰ ਕੇਂਦਰੀਕਰਨ ਹੋਇਆ। ਅਸੀਂ ਫੈਡਰਲਿਜ਼ਮ ਨੂੰ ਲੈ ਕੇ ਅੰਗਰੇਜ਼ ਸ਼ਾਸਕਾਂ ਦੀ ਸੋਚ ਅਤੇ ਨੀਤੀ ਬਾਰੇ ਵੀ ਜਾਣਿਆ। ਆਪਣੀ ਚਰਚਾ ਦਾ ਅੰਤ ਕੈਬਨਿਟ ਮਿਸ਼ਨ ਪਲਾਨ ਤੇ ਕੀਤਾ। ਅੱਜ ਅਸੀਂ ਆਪਣੀ ਚਰਚਾ ਦੀ ਸ਼ੁਰੂਆਤ ਆਜ਼ਾਦ ਭਾਰਤ ਵਿੱਚ ਸੰਘੀ ਢਾਂਚੇ ਦੀ ਬਣਤਰ ਤੋਂ ਕਰਾਂਗੇ, ਜਿਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਹਨ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਅਤੇ ਬੈਰਿਸਟਰ ਲਵਲੀਨ ਸਿੰਘ ਗਿੱਲ। ਲਵਲੀਨ, ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਸ਼ੁਕਰੀਆ ਸੁਖਜੀਤ ਜੀ। ਲਵਲੀਨ, ਭਾਰਤ ਦੇ ਆਜ਼ਾਦ ਹੋਣ ਵੇਲੇ ਰਾਸ਼ਟਰੀ ਏਕਤਾ ਦੇ ਲਿਹਾਜ਼ ਤੋਂ ਹਾਲਾਤ ਕਿਹੋ ਜਿਹੇ ਸਨ ਅਤੇ ਇਸ ਦਾ ਭਾਰਤ ਦੇ ਸੰਘੀ ਢਾਂਚੇ ਤੇ ਕੀ ਅਸਰ ਪਿਆ? ਸੁਖਜੀਤ ਜੀ, ਜਿਸ ਤਰ੍ਹਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਣੀ ਚਰਚਾ ਕੈਬਨਿਟ ਮਿਸ਼ਨ ਪਲਾਨ ਤੇ ਲਿਆ ਕੇ 1946 ਉੱਤੇ ਛੱਡੀ ਸੀ, ਜਿਸ ਤਰ੍ਹਾਂ ਕਿ ਅਸੀਂ ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਦੇਖਿਆ ਕਿ ਇੱਕ ਬੜਾ ਹੀ ਸਟਰੋਂਗ ਫੈਡਰਲ ਸਿਸਟਮ, ਇੱਕ ਬੜਾ ਹੀ ਮਜ਼ਬੂਤ ਸੰਘੀ ਢਾਂਚਾ ਬਣਾਉਣ ਦਾ ਉਹ ਪਲਾਨ ਸੀ, ਪਰ ਜੋ ਕਿ ਕਾਮਯਾਬ ਨਾ ਹੋ ਸਕਿਆ। ਉਸ ਤੋਂ ਬਾਅਦ ਕੈਬਨਿਟ ਮਿਸ਼ਨ ਪਲਾਨ ਦੇ ਫੇਲ ਹੋਣ ਤੋਂ ਬਾਅਦ ਇੰਡੀਪੈਂਡੈਂਸ ਆਫ ਇੰਡੀਆ ਐਕਟ 1947, ਜਿਸ ਦੇ ਤਹਿਤ ਕਿ ਭਾਰਤ ਨੂੰ ਆਜ਼ਾਦੀ ਮਿਲੀ, ਉਹ ਆਉਂਦਾ ਹੈ ਤੇ ਜਿਸ ਦੇ ਤਹਿਤ ਹੀ ਭਾਰਤ ਦੀ ਪਾਰਟੀਸ਼ਨ ਹੋਈ। ਇੰਡੀਆ ਤੇ ਪਾਕਿਸਤਾਨ ਦੋ ਨੇਸ਼ਨ ਸਟੇਟਸ ਜੋ ਹੋਂਦ ਦੇ ਵਿੱਚ ਆਈਆਂ। ਸੋ ਉਸ ਵੇਲੇ ਅਸੀਂ ਦੇਖਿਆ ਕਿ ਜੋ ਕਾਂਗਰਸ ਦੀ ਲੀਡਰਸ਼ਿਪ ਸੀ, ਉਸ ਦੀ ਇੱਕ ਸੋਚ ਸੀ ਕਿ ਰਾਸ਼ਟਰੀ ਏਕਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਇੱਕ ਸਟਰੋਂਗ ਜਿਹੜੀ ਸੈਂਟਰਲ ਗਵਰਨਮੈਂਟ, ਇੱਕ ਤਕੜਾ ਕੇਂਦਰ ਚਾਹੁੰਦੇ ਸਨ। ਭਾਰਤ ਦੇ ਸੰਘੀ ਢਾਂਚੇ ਦੇ ਵਿੱਚ ਇੱਕ ਤਕੜੀ ਕੇਂਦਰ ਸਰਕਾਰ ਬਣਾਉਣਾ ਚਾਹੁੰਦੇ ਸਨ। ਉਸ ਦੇ ਤਹਿਤ ਉਸ ਸੋਚ ਨੇ ਜੋ ਭਾਰਤ ਦਾ ਸੰਵਿਧਾਨ ਹੈ ਉਸ ਨੂੰ ਇਫੈਕਟ ਕੀਤਾ ਅਤੇ ਜੋ ਸੰਘੀ ਢਾਂਚੇ ਦੀ ਡਿਵੈਲਪਮੈਂਟ ਅੱਗੇ ਹੋਈ ਕਿ ਜੋ ਸੰਘੀ ਢਾਂਚੇ ਦੇ ਵਿੱਚ ਕੇਂਦਰ ਦਾ ਸਟਰੋਂਗ ਹੋਣਾ ਅਤੇ ਸੂਬਿਆਂ ਦਾ ਉਸ ਦੇ ਮੁਕਾਬਲੇ ਵੀਕ ਹੋਣਾ, ਸੋ ਉਹ ਉਸੇ ਸੋਚ ਦਾ ਇੱਕ ਆਊਟਕਮ ਹੈ। ਭਾਰਤ ਆਜ਼ਾਦੀ ਦੇ ਵੇਲੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧਰਮ ਦੇ ਨਾਮ ਉੱਤੇ ਇੱਕ ਪਾਰਟੀਸ਼ਨ ਹੋ ਚੁੱਕੀ ਸੀ, ਪਾਕਿਸਤਾਨ ਬਣ ਚੁੱਕਾ ਸੀ, ਟੂ ਨੇਸ਼ਨ ਥਿਊਰੀ ਜੋ ਉਹ ਹੋਂਦ ਦੇ ਵਿੱਚ ਆ ਗਈ ਸੀ, ਇੱਕ ਨਵੀਂ ਨੇਸ਼ਨ ਸਟੇਟ। ਤੇ ਸੁਖਜੀਤ ਜੀ, ਆਜ਼ਾਦੀ ਦੇ ਵਕਤ 565 ਪ੍ਰਿੰਸਲੀ ਸਟੇਟ ਸਨ ਜੋ ਆਜ਼ਾਦ ਸਨ। ਅੰਗਰੇਜ਼ ਦੇ ਮੁਤਾਬਕ ਉਹ ਉਹਨਾਂ ਨੂੰ ਆਫਰ ਦੇ ਗਏ ਸਨ ਕਿ ਚਾਹੇ ਤੁਸੀਂ ਭਾਰਤ ਨੂੰ ਜੁਆਇਨ ਕਰ ਲਓ, ਚਾਹੇ ਪਾਕਿਸਤਾਨ ਨੂੰ ਜੁਆਇਨ ਕਰ ਲਓ, ਚਾਹੇ ਆਪਣਾ ਇੰਡੀਪੈਂਡੈਂਟ ਰਹੋ ਜੀ। ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਸਨ ਜਿੱਥੇ ਨੈਸ਼ਨਲ ਇੰਟੀਗ੍ਰੇਸ਼ਨ, ਇੱਕ ਦੇਸ਼ ਨੂੰ ਇਕੱਠਾ ਰੱਖਣਾ, ਸਮੇਂ ਦੀ ਸਰਕਾਰ ਜੋ ਜਵਾਹਰ ਲਾਲ ਨਹਿਰੂ, ਜਿਸ ਵਿੱਚ ਪ੍ਰਧਾਨ ਮੰਤਰੀ ਅਤੇ ਸਰਦਾਰ ਵੱਲਭ ਭਾਈ ਪਟੇਲ ਗ੍ਰਹਿ ਮੰਤਰੀ ਸਨ, ਉਹਨਾਂ ਲਈ ਇੱਕ ਬੜਾ ਵੱਡਾ ਚੈਲੰਜ ਸੀ ਰਾਸ਼ਟਰੀ ਏਕਤਾ ਨੂੰ ਬਣਾ ਕੇ ਰੱਖਣਾ। ਸੋ ਇਹਨਾਂ ਸਾਰੀਆਂ ਸਟੇਟਸ ਨੂੰ, 565 ਸਟੇਟਸ ਨੂੰ ਜੋ ਭਾਰਤ ਦੇ ਇਲਾਕੇ ਵਿੱਚ ਆਉਂਦੀਆਂ ਨੇ, ਉਹਨਾਂ ਨੂੰ ਭਾਰਤ ਦੇ ਨਾਲ ਇੰਟੈਗਰੇਟ ਕਰਨ ਵਾਸਤੇ ਉਹਨਾਂ ਨੂੰ ਇੱਕ ਸਟਰੋਂਗ ਸੈਂਟਰਲ ਗਵਰਨਮੈਂਟ ਚਾਹੀਦੀ ਸੀ, ਜਿਸ ਦੇ ਵਾਸਤੇ ਕਿ ਉਹਨਾਂ ਨੇ ਭਾਰਤ ਦੇ ਸੰਵਿਧਾਨ ਵਿੱਚ ਇਹੋ ਜਿਹੀਆਂ ਪ੍ਰੋਵੀਜ਼ਨਸ ਬਣਾਈਆਂ ਕਿ ਜਿਸ ਦੇ ਤਹਿਤ ਕਿ ਇੱਕ ਤਕੜਾ ਕੇਂਦਰ ਕ੍ਰੀਏਟ ਕੀਤਾ ਜਾ ਸਕੇ ਜੋ ਸਾਰੇ ਦੇਸ਼ ਨੂੰ ਇਕੱਠਾ ਰੱਖ ਸਕੇ। ਇਸ ਦੇ ਵਿੱਚ ਸੁਖਜੀਤ ਜੀ, ਮੈਂ ਤੁਹਾਨੂੰ ਹੋਰ ਥੋੜ੍ਹੇ ਜੇ ਹਾਲਾਤ ਉਸ ਵਕਤ ਦੇ ਸਮਝਾਵਾਂ ਜੀ। ਕਸ਼ਮੀਰ ਦੇ ਵਿੱਚ ਪ੍ਰੋਬਲਮ ਆਲਰੇਡੀ ਹੋ ਚੁੱਕੀ ਸੀ 48 ਦੇ ਵਿੱਚ। ਪਾਕਿਸਤਾਨ ਜਿਹੜਾ ਸੀਗਾ ਉਹ ਕਸ਼ਮੀਰ ਉੱਤੇ ਆਪਣਾ ਕਲੇਮ ਕਰਦਾ ਸੀ। ਜੋ ਡੋਗਰਾ ਸ਼ਾਸਕ ਸੀ ਕਸ਼ਮੀਰ ਦਾ, ਉਹ ਕਿਸੇ ਨਾ ਕਿਸੇ ਤਰੀਕੇ ਉਹ ਆਜ਼ਾਦ ਰਹਿਣ ਦੇ ਸੁਪਨੇ ਦੇਖ ਰਿਹਾ ਸੀ। ਉਧਰ ਨਿਜ਼ਾਮ ਆਫ ਹੈਦਰਾਬਾਦ ਸਾਊਥ ਦੇ ਵਿੱਚ ਉਹ ਆਪਣੇ ਆਜ਼ਾਦੀ ਦੇ ਖਾਬ ਦੇਖ ਰਿਹਾ ਸੀ। ਉਹ ਇੱਕ ਬਹੁਤ ਵੱਡੀ ਹੈਦਰਾਬਾਦ ਸਟੇਟ ਦਾ ਉਹ ਰੂਲਰ ਸੀਗਾ ਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸੀ। ਉਸਨੇ ਰਜ਼ਾਕਰਸ ਦੀ ਇੱਕ ਫੌਜ, ਵਲੰਟੀਅਰਸ ਦੀ ਉੱਥੇ ਖੜੀ ਕਰ ਲਈ ਸੀ ਤੇ ਜੂਨਾਗੜ੍ਹ ਦੇ ਵਿੱਚ ਪ੍ਰੋਬਲਮ ਆ ਚੁੱਕੀ ਸੀ, ਜਿਹੜੀਆਂ 3 ਮੇਜਰ ਪ੍ਰੋਬਲਮਸ ਉਸ ਟਾਈਮ ਸੀਗੀਆਂ।
ਸੋ ਰਾਸ਼ਟਰੀ ਏਕਤਾ ਨੂੰ ਲੈ ਕੇ ਇੱਕ ਬੜਾ ਵੱਡਾ ਚੈਲੰਜ ਸਮੇਂ ਦੀ ਸਰਕਾਰ ਦੇ ਅੱਗੇ ਸੀਗਾ ਤੇ ਇਹਨਾਂ ਹਾਲਾਤਾਂ ਦੇ ਚੱਲਦੇ ਹੋਏ ਇੱਕ ਸਟਰੋਂਗ ਜੋ ਸੈਂਟਰ ਸੀ ਉਸ ਦੀ ਸੋਚ ਜੋ ਕਾਂਗਰਸ ਲੀਡਰਸ਼ਿਪ ਰੱਖਦੀ ਸੀ ਤੇ ਜੋ ਫਿਰ ਅੱਗੇ ਚੱਲ ਕੇ ਸੰਵਿਧਾਨ ਦੇ ਵਿੱਚ ਬਣਾਇਆ ਵੀ ਗਿਆ। ਜੀ, ਤੁਸੀਂ ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ। ਭਾਰਤ ਦਾ ਸੰਵਿਧਾਨ ਭਾਰਤ ਦੇ ਫੈਡਰਲ ਸਟਰਕਚਰ ਬਾਰੇ ਕੀ ਕਹਿੰਦਾ? ਸੁਖਜੀਤ ਜੀ, ਭਾਰਤ ਦਾ ਸੰਵਿਧਾਨ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ 26 ਜਨਵਰੀ 1950 ਨੂੰ ਰਿਪਬਲਿਕ ਭਾਰਤ ਬਣਿਆ ਤੇ ਹੋਂਦ ਵਿੱਚ ਆਇਆ। ਭਾਰਤ ਦਾ ਸੰਵਿਧਾਨ ਭਾਰਤ ਦੇ ਸਮਾਜਿਕ ਅਤੇ ਸਿਆਸੀ ਹਾਲਾਤਾਂ ਦੀ ਉਪਜ ਹੈ। ਉਸ ਸਮੇਂ ਦੀ ਜੋ ਇੱਕ ਪਿੱਛੋਂ ਦਾ ਚੱਲੀ ਆ ਰਹੀ ਸੀ, ਚਲੋ ਕਲੋਨੀਅਲ ਲੀਗੇਸੀ ਵੀ ਸੀ, ਜੋ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ, ਗਵਰਨਮੈਂਟ ਆਫ ਇੰਡੀਆ ਐਕਟ 1935 ਦੀ, ਤੇ ਉਸ ਸਮੇਂ ਜੋ ਹਾਲਾਤ ਬਣੇ ਹੋਏ ਸਨ ਉਹਨਾਂ ਦੀ ਉਪਜ ਹੈ ਜੋ ਉਸ ਸਮੇਂ ਮੁਲਕ ਦੀਆਂ ਲੋੜਾਂ ਸਨ, ਜਿਸ ਦੇ ਤਹਿਤ ਕਿ ਅਸੀਂ ਜਾਣਦੇ ਹਾਂ ਕਿ ਇੱਕ ਸਟਰੋਂਗ ਸੈਂਟਰ ਕ੍ਰੀਏਟ ਕੀਤਾ ਗਿਆ ਤੇ ਸਟੇਟਾਂ ਦੀ ਜੋ ਆਪਣੀ ਪਾਵਰਸ ਇੰਡੀਪੈਂਡੈਂਟ ਉਹਨਾਂ ਨੂੰ ਦਿੱਤਾ ਗਈਆਂ, ਪਰ ਜੋ ਝੁਕਾਅ ਹੈ ਇੱਕ ਆਲ ਓਵਰ ਜਿਹੜੀ ਸਕੀਮ ਆਫ ਥਿੰਗਸ ਹੈ ਉਸ ਦਾ ਝੁਕਾਅ ਹੈ ਜੋ ਉਹ ਕੇਂਦਰੀਕਰਨ ਵੱਲ ਉਹ ਦਿਖਦਾ ਹੈ। ਬਹੁਤਾ ਹੀ ਸਟਰੋਂਗ ਫੈਡਰਲ ਸਿਸਟਮ ਕੈਨੇਡਾ ਜਾਂ US ਵਾਂਗੂ US ਦੇ ਵਿੱਚ ਜ਼ਿਆਦਾ ਉਸ ਤੋਂ ਵੀ ਸਟਰੋਂਗ ਹੈ, ਉਸ ਤਰ੍ਹਾਂ ਦਾ ਫੈਡਰਲ ਸਿਸਟਮ ਸਾਨੂੰ ਭਾਰਤ ਦੇ ਵਿੱਚ ਨਹੀਂ ਦਿਖਦਾ। ਜੇ ਆਪਾਂ ਸੰਵਿਧਾਨ ਦੀਆਂ ਧਾਰਾਵਾਂ ਤੇ ਆਈਏ ਤਾਂ ਜੋ ਆਰਟੀਕਲ 1 ਆਫ ਕਨਸਟੀਟਿਊਸ਼ਨ ਆਫ ਇੰਡੀਆ ਉਹ ਕਹਿੰਦਾ ਹੈ ਕਿ ਇੰਡੀਆ ਦੈਟ ਇਜ਼ ਭਾਰਤ। ਇੱਥੇ ਦੇਖੋ ਇੱਕ ਹੋਰ ਚੀਜ਼ ਜੋ ਬੜੀ ਨੋਟਿਸ ਕਰਨ ਵਾਲੀ ਹੈ ਕਿ ਭਾਰਤ ਦਾ ਸੰਵਿਧਾਨ ਭਾਰਤ ਵਾਸਤੇ ਹਿੰਦੁਸਤਾਨ ਦਾ ਨਾਮ ਇਸਤੇਮਾਲ ਨਹੀਂ ਕਰਦਾ। ਸੋ ਦੋ ਹੀ ਆਫੀਸ਼ੀਅਲ ਨੇਮ ਨੇ ਇੰਡੀਆ ਦੇ, ਜਿਸ ਨੂੰ ਇੱਕ ਇੰਡੀਆ ਅਤੇ ਭਾਰਤ ਸੰਵਿਧਾਨ ਦੇ ਵਿੱਚ ਕਿਹਾ ਗਿਆ ਹੈ। ਹਿੰਦੁਸਤਾਨ ਦਾ ਜੋ ਜ਼ਿਕਰ ਹੈ, ਜੋ ਹਿੰਦੁਸਤਾਨ ਨਾਮ ਕਿਤੇ ਵੀ ਇਸ ਦੇ ਵਿੱਚ ਸਾਰੇ ਇਸਤੇਮਾਲ ਨਹੀਂ ਕੀਤਾ ਗਿਆ। ਉਹ ਕਹਿੰਦਾ ਹੈ ਆਰਟੀਕਲ 1 ਕਹਿੰਦਾ ਹੈ ਕਿ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਉਸ ਦੇ ਵਾਸਤੇ ਯੂਨੀਅਨ ਆਫ ਸਟੇਟਸ ਦਾ ਜੋ ਲਫ਼ਜ਼ ਵਰਤਿਆ ਗਿਆ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨ ਆਫ ਸਟੇਟਸ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਕਲੋਨੀਜ਼ ਨੇ ਇਕੱਠਿਆਂ ਹੋ ਕੇ ਇੱਕ ਜੋ ਯੂਨਾਈਟਿਡ ਸਟੇਟਸ ਆਫ ਅਮਰੀਕਾ ਬਣਾਇਆ। ਉਹ ਇੱਕ ਹੋਲਡਿੰਗ ਟੁਗੇਦਰ ਯੂਨੀਅਨ ਕ੍ਰੀਏਟ ਕੀਤੀ ਗਈ, ਜੋ ਇੱਕ ਸਟੇਟ ਉਸ ਨੂੰ ਆਜ਼ਾਦੀ ਮਿਲੀ, ਉਸਨੇ ਆਪਦੇ ਆਪ ਨੂੰ ਸਟੇਟਸ ਦੇ ਵਿੱਚ ਵੰਡਿਆ, ਇੱਕ ਸਟੇਟਸ ਦੀ ਜੋ ਹੋਂਦ ਹੈ ਉਹ ਕ੍ਰੀਏਟ ਕੀਤੀ। ਸੋ ਯੂਨੀਅਨ ਆਫ ਸਟੇਟ ਕਿਹਾ ਗਿਆ, ਜਿੱਥੋਂ ਪਹਿਲਾਂ ਹੀ ਕਿ ਜੋ ਫੈਡਰਲ ਟੋਨ ਆਰਟੀਕਲ 1 ਤੋਂ ਹੀ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਜਦ ਉਸ ਨੂੰ ਯੂਨੀਅਨ ਆਫ ਸਟੇਟਸ ਭਾਰਤ ਨੂੰ ਕਿਹਾ ਗਿਆ ਤਾਂ ਇਸ ਦਾ ਮਤਲਬ ਕਿ ਉਹ ਇੱਕ ਫੈਡਰਲ ਸਿਸਟਮ ਜੋ ਕ੍ਰੀਏਟ ਕਰਨ ਦੀ ਇੰਟੈਂਸ਼ਨ ਹੈ, ਜੋ ਕਨਸਟੀਟਿਊਸ਼ਨ ਸੰਵਿਧਾਨ ਘਾੜਿਆਂ ਦੀ, ਉਹ ਉਥੋਂ ਕਲੀਅਰ ਹੋ ਜਾਂਦੀ ਹੈ ਜੀ। ਸੋ ਇਸ ਦੇ ਵਿੱਚ ਸੁਖਜੀਤ ਜੀ ਜੋ ਆਰਟੀਕਲ 3 ਹੈ ਉਹ ਬੜਾ ਜ਼ਰੂਰੀ ਹੈ, ਜਿਸ ਦੇ ਵਿੱਚ ਕਿ ਸੂਬਿਆਂ ਦੀਆਂ ਬਾਉਂਡਰੀਜ਼ ਦੀ ਚਰਚਾ ਕੀਤੀ ਗਈ ਹੈ। ਇੱਥੇ ਦੇਖੋ ਜੋ ਆਪਾਂ ਕਿਹਾ ਕਿ ਸੈਂਟਰਲਾਈਜੇਸ਼ਨ ਦੇ ਵੱਲ ਜੋ ਇੱਕ ਝੁਕਾਅ ਹੈ, ਆਰਟੀਕਲ 3 ਭਾਰਤ ਦੇ ਪਾਰਲੀਮੈਂਟ ਨੂੰ, ਯਾਨੀ ਕਿ ਜੋ ਭਾਰਤ ਦਾ ਸੈਂਟਰਲ ਲੈਜਿਸਲੇਚਰ ਹੈ ਜਿਸ ਦੇ ਵਿੱਚ ਕਿ ਜੋ ਗਵਰਨਮੈਂਟ ਆਫ ਇੰਡੀਆ ਹੈ, ਸੋ ਉਹ ਪਾਰਲੀਮੈਂਟ ਨੂੰ ਪਾਵਰ ਦਿੰਦਾ ਹੈ। ਜ਼ਾਹਿਰ ਹੈ ਕਿ ਜਿਹੜੀ ਗਵਰਨਮੈਂਟ ਹੈ ਉਹ ਮੈਜੋਰਟੀ 'ਚ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ। ਸੋ ਉਹ ਪਾਰਲੀਮੈਂਟ ਨੂੰ ਇਹ ਪਾਵਰ ਦਿੰਦਾ ਹੈ ਕਿ ਉਹ ਸੂਬਿਆਂ ਦੀਆਂ ਬਾਉਂਡਰੀਜ਼ ਜਾਂ ਸੂਬਿਆਂ ਦਾ ਏਰੀਆ ਇਨਕਰੀਜ਼, ਡਿਕਰੀਜ਼, ਆਲਟਰ ਜਾਂ ਨੇਮ ਚੇਂਜ, ਪਾਰਲੀਮੈਂਟ ਕੋਲ ਇਹ ਸਾਰੀਆਂ ਤਾਕਤਾਂ ਨੇ। ਉਹ ਕਿਸੇ ਸੂਬੇ ਦੀ ਟੈਰੀਟਰੀ, ਉਸ ਦਾ ਏਰੀਆ ਵਧਾਉਣਾ, ਘਟਾਉਣਾ, ਉਸ ਨੂੰ ਬਦਲਣਾ ਅਤੇ ਸੂਬੇ ਦਾ ਨਾਮ ਚੇਂਜ ਕਰਨਾ, ਇਹ ਸਾਰੀਆਂ ਤਾਕਤਾਂ ਪਾਰਲੀਮੈਂਟ ਕੋਲੇ ਹਨ ਜੀ। ਸੋ ਜੇ ਪਾਰਲੀਮੈਂਟ ਇਹ ਚਾਹਵੇ, ਜੋ ਸੈਂਟਰਲ ਲੈਜਿਸਲੇਚਰ, ਤਾਂ ਉਹ ਕਿਸੇ ਵੀ ਸੂਬੇ ਦਾ ਨਾਮ ਬਦਲ ਕੇ ਕੁਝ ਰੱਖ ਸਕਦਾ ਹੈ, ਕਿਸੇ ਦਾ ਏਰੀਆ ਘਟਾ ਸਕਦਾ ਹੈ, ਦੋ ਸੂਬਿਆਂ ਨੂੰ ਮਰਜ ਕਰ ਸਕਦਾ ਹੈ, ਕਿਸੇ ਸੂਬੇ ਨੂੰ ਭੰਗ ਕਰ ਸਕਦਾ ਹੈ। ਜੋ ਇਸ ਦੇ ਵਿੱਚ ਇੱਕ ਜੋ ਪ੍ਰੋਟੈਕਟਿਵ ਮੇਜਰ ਥੋੜਾ ਜਿਹਾ ਰੱਖਿਆ ਗਿਆ ਹੈ ਕਿ ਇਹ ਜੋ ਇਸ ਤਰ੍ਹਾਂ ਦਾ ਜੋ ਨੇਮ ਚੇਂਜ ਹੈ ਉਸ ਦੇ ਵਾਸਤੇ, ਜਾਂ ਨੇਮ ਚੇਂਜ ਹੈ, ਏਰੀਆ ਚੇਂਜ ਹੈ ਜਾਂ ਬਾਉਂਡਰੀ ਚੇਂਜ ਹੈ, ਉਸ ਵਾਸਤੇ ਸੈਂਟਰਲ ਲੈਜਿਸਲੇਚਰ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਇੰਟਰੋਡਿਊਸ ਕਰਨਾ ਪਵੇਗਾ ਤੇ ਉਸ ਬਿੱਲ ਨੂੰ ਰੈਫਰ ਕਰਨਾ ਪਵੇਗਾ ਰਾਸ਼ਟਰਪਤੀ ਕੋਲ, ਭਾਰਤ ਦੇ ਰਾਸ਼ਟਰਪਤੀ ਕੋਲ। ਇਹ ਬਿੱਲ ਜਦ ਭਾਰਤ ਦੇ ਰਾਸ਼ਟਰਪਤੀ ਨੂੰ ਰੈਫਰ ਹੁੰਦਾ ਹੈ ਤਾਂ ਇਸ ਦੇ ਵਿੱਚ ਹੁਣ ਜੋ ਫੈਡਰਲ ਜੋ ਗੱਲ ਆਉਂਦੀ ਹੈ, ਜੋ ਪ੍ਰੋਟੈਕਸ਼ਨ ਦੀ ਆਪਾਂ ਗੱਲ ਕੀਤੀ ਹੈ, ਫਿਰ ਭਾਰਤ ਦਾ ਰਾਸ਼ਟਰਪਤੀ ਇਸ ਬਿੱਲ ਨੂੰ ਸਟੇਟ ਅਸੈਂਬਲੀ, ਜਿਸ ਸਟੇਟ ਨਾਲ ਇਹ ਰਿਲੇਟਡ ਹੈ ਗੱਲ, ਜਿਸ ਦਾ ਏਰੀਆ ਵਧਾਇਆ ਘਟਾਇਆ ਜਾਂ ਉਸ ਦੀ ਬਾਉਂਡਰੀ ਚੇਂਜ ਕੀਤੀ ਜਾਣੀ ਹੈ, ਉਸ ਸਟੇਟ ਅਸੈਂਬਲੀ ਨੂੰ ਭੇਜੇਗਾ ਇਸ ਬਿੱਲ ਨੂੰ। ਤੇ ਉਹ ਜੋ ਸਟੇਟ ਅਸੈਂਬਲੀ ਹੈ ਉਹ ਇੱਕ ਮਤਾ ਪਾ ਕੇ ਉਹ ਆਪਣੇ ਵਿਊਜ਼ ਹੈ ਉਹ ਰਾਸ਼ਟਰਪਤੀ ਅੱਗੇ ਰੱਖੇਗੀ।
ਹਾਲਾਂਕਿ ਜੋ ਇਹ ਵਿਊ ਹੋਣਗੇ ਉਹ ਰਾਸ਼ਟਰਪਤੀ ਦੇ ਉੱਤੇ ਆਪਣੇ ਬਾਈਂਡਿੰਗ ਨਹੀਂ ਹੋਣਗੇ। ਸੋ ਇੱਕ ਪ੍ਰੋਵੀਜ਼ਨ ਰੱਖੀ ਗਈ ਹੈ, ਪਰ ਉਹ ਕਿਉਂਕਿ ਉਹ ਬਾਈਂਡਿੰਗ ਨਹੀਂ ਹੈ, ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੋ ਪਾਰਲੀਮੈਂਟ ਕੋਲੇ ਉਹ ਇੱਕ ਤਰ੍ਹਾਂ ਦੀ ਐਬਸੋਲੂਟ ਪਾਵਰ ਹੈ ਜੀ, ਉਹ ਸਟੇਟਾਂ ਦੇ ਬਾਉਂਡਰੀ ਚੇਂਜ ਕਰਨ ਦੀ। ਹੁਣ ਤੁਸੀਂ ਦੇਖੋ, ਜੇ ਸਟੇਟਾਂ ਦੀ ਬਾਉਂਡਰੀ ਚੇਂਜ ਹੋ ਜਾਂਦੀ ਹੈ ਜਾਂ ਸਟੇਟਾਂ ਦੀ ਐਗਜ਼ਿਸਟੈਂਸ ਹੀ ਖਤਮ ਹੋ ਜਾਂਦੀ ਹੈ, ਫਿਰ ਉਹ ਸਟੇਟ ਦਾ ਖੁਦ ਉਸ ਦੇ ਵਿੱਚ ਕੋਈ ਦਖਲ ਨਹੀਂ ਹੈ, ਤਾਂ ਇਸ ਤੋਂ ਸਾਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹ ਕਲੀਅਰ ਜੋ ਇੱਕ ਸੈਂਟਰ ਦੇ ਵੱਲ ਝੁਕਾ ਹੈ ਜੀ। ਸੋ ਇਸੇ ਤਰ੍ਹਾਂ ਹੀ ਜੇ ਪਿੱਛੇ ਚੱਲ ਕੇ ਕੁਝ ਐਗਜ਼ਾਮਪਲਸ ਦੇਖੀਏ ਤਾਂ ਜਦ UPA ਸਰਕਾਰ ਦੇ ਵੇਲੇ ਆਂਧਰਾ ਪ੍ਰਦੇਸ਼ ਦੀਆਂ 2 ਸਟੇਟਸ ਬਣਾਈਆਂ ਗਈਆਂ ਸਨ, ਆਂਧਰਾ ਅਤੇ ਤੇਲੰਗਾਨਾ। ਉਸ ਵੇਲੇ ਇਹ ਬਿੱਲ ਭੇਜਿਆ ਗਿਆ ਸੀਗਾ ਸਟੇਟ ਅਸੈਂਬਲੀ ਦੇ ਵਿਊਜ਼ ਲੈਣ ਵਾਸਤੇ। ਸਟੇਟ ਅਸੈਂਬਲੀ ਦੇ ਵਿੱਚ ਬਹੁਤ ਉੱਥੇ ਹੋ ਹੱਲਾ ਹੋਇਆ ਸੀ, ਸਾਰੇ ਉਹ ਇਸ ਪ੍ਰੀਡੋਮੀਨੈਂਟਲੀ ਇਸ ਦੇ ਖਿਲਾਫ ਸਨ, ਇਸ ਵੰਡ ਦੇ। ਫਿਰ ਵੀ ਦੇਖੋ ਕਿ ਆਂਧਰਾ ਪ੍ਰਦੇਸ਼ ਦੀ ਅਸੈਂਬਲੀ ਦੀਆਂ ਇੱਛਾਵਾਂ ਦੇ ਖਿਲਾਫ ਜਾ ਕੇ ਉੱਥੇ ਇੱਕ ਤੇਲੰਗਾਨਾ ਦਾ ਰਾਜ ਕ੍ਰੀਏਟ ਕੀਤਾ ਗਿਆ ਤੇ ਆਂਧਰਾ ਨੂੰ ਬਾਈਫਰਕੇਟ ਕੀਤਾ ਗਿਆ, 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜੀ। ਉਸ ਦਾ ਪਾਰਲੀਮੈਂਟ ਦੇ ਵਿੱਚ ਵੀ ਜੋ ਆਂਧਰਾ ਪ੍ਰਦੇਸ਼ ਦੇ MP ਸਨ ਉਹਨਾਂ ਨੇ ਬੜਾ ਪੁਰਜ਼ੋਰ ਵਿਰੋਧ ਕੀਤਾ। ਦੂਸਰਾ ਤੁਸੀਂ ਦੇਖੋ ਕਿ ਹੁਣ ਜੋ ਜੰਮੂ ਐਂਡ ਕਸ਼ਮੀਰ ਦਾ ਸਾਡੇ ਕੋਲ ਰੀਸੈਂਟ ਐਗਜ਼ਾਮਪਲ ਹੈ, ਸੋ ਉਸ ਦੇ ਵਿੱਚ ਜੋ ਅਸੀਂ ਪਿੱਛੇ ਪ੍ਰੋਸੀਜਰ ਦੇਖਿਆ ਉਹ ਕੁਝ ਫੋਲੋ ਨਹੀਂ ਕੀਤਾ ਗਿਆ। ਜੰਮੂ ਕਸ਼ਮੀਰ ਦੀ ਇੱਕ ਸਟੇਟ ਸੀ ਜੰਮੂ ਕਸ਼ਮੀਰ, ਉਸ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਗਈਆਂ ਨੇ। ਹੁਣ ਜੰਮੂ ਐਂਡ ਤੇ ਕਸ਼ਮੀਰ ਨੇ ਜੋ ਉਸ ਦੀ ਯੂਨੀਅਨ ਟੈਰੀਟਰੀ ਤੇ ਲਦਾਖ ਦੀ ਇੱਕ ਯੂਨੀਅਨ ਟੈਰੀਟਰੀ ਅੱਡ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਕਿ ਉਹਨਾਂ ਦੀ ਉਹ ਸਟੇਟ ਅਸੈਂਬਲੀ ਦੇ ਵਿੱਚ ਰਾਸ਼ਟਰਪਤੀ ਨੂੰ ਰੈਫਰ ਕਰਨ ਦੀ, ਉਹ ਸਟੇਟ ਅਸੈਂਬਲੀ ਦੇ ਵਿੱਚ ਭੇਜਣੀ ਤੇ ਉਹ ਵਿਊ ਲੈਣੇ, ਉਹ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਹ ਉਸ ਟਾਈਮ ਉੱਥੇ ਪਹਿਲਾਂ ਸਟੇਟ ਐਮਰਜੈਂਸੀ ਲੱਗੀ ਹੋਈ ਸੀ। ਤੇ ਇਸ ਤਰ੍ਹਾਂ ਅਸੀਂ ਦੇਖਿਆ ਕਿ ਜੋ ਕੇਂਦਰ ਸਰਕਾਰਾਂ ਨੇ ਉਹ ਆਪਣੇ ਅਧਿਕਾਰ ਨੂੰ, ਇਸ ਕਨਸਟੀਟਿਊਸ਼ਨਲ ਪਾਵਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੀਆਂ ਨੇ ਤੇ ਸਟੇਟਾਂ ਨੂੰ ਕਿਸ ਤਰ੍ਹਾਂ, ਜੋ ਸਟੇਟਾਂ ਦੀ ਹੋਂਦ ਹੈ ਉਹ ਈਵਨ ਖਤਮ ਕਰਨ ਦੀ, ਜਿਵੇਂ ਜੰਮੂ ਐਂਡ ਕਸ਼ਮੀਰ 'ਚ ਦੇਖੋ ਕਿ ਉਹ ਸਟੇਟ ਹੀ ਉਹਦਾ ਸਟੇਟਸ ਹੀ ਖਤਮ ਕਰ ਦਿੱਤਾ ਗਿਆ ਤੇ ਉਸ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਰੱਖਿਆ ਗਿਆ ਹੈ ਤੇ ਜੋ ਸਟੇਟਹੁੱਡ ਦੀ ਡਿਮਾਂਡ ਦੁਬਾਰਾ ਉੱਠ ਰਹੀ ਹੈ ਤੇ ਭਾਰਤ ਸਰਕਾਰ ਉਸ ਤੇ ਵਿਚਾਰ ਕਰ ਰਹੀ ਹੈ। ਸੋ ਇਸ ਤਰ੍ਹਾਂ ਜੋ ਇਹ ਸਟੇਟਾਂ ਦੀ ਬਾਉਂਡਰੀ ਵਧਾਉਣੀ ਘਟਾਉਣੀ ਜਾਂ ਸਟੇਟਾਂ ਨੂੰ ਤੋੜ, ਇਹ ਇਸ ਵਾਸਤੇ ਤੁਹਾਨੂੰ ਸੰਵਿਧਾਨ ਨੂੰ ਅਮੈਂਡ ਕਰਨ ਦੀ ਲੋੜ ਨਹੀਂ ਹੈ। ਇਹ ਇੱਕ ਜੇ ਕਨਸਟੀਟਿਊਸ਼ਨਲ ਜੇ ਕਿਸੇ ਨੇ ਅਮੈਂਡਮੈਂਟ ਕਰਨੀ ਹੈ ਜਾਂ ਸਰਕਾਰ ਨੇ, ਇਹ ਉਸ ਤੋਂ ਵੀ ਸੌਖਾ ਪ੍ਰੋਸੀਜਰ ਹੈ ਜੀ। ਲਵਲੀਨ ਜੀ, ਇਹਨਾਂ ਪ੍ਰੋਵੀਜ਼ਨਸ ਤੋਂ ਇਲਾਵਾ ਕਿਹੜੀਆਂ ਸੰਵਿਧਾਨ ਦੀਆਂ ਧਾਰਾਵਾਂ ਹਨ ਜੋ ਭਾਰਤ ਦੇ ਸੰਘੀ ਢਾਂਚੇ ਨੂੰ ਬਣਾਉਂਦੀਆਂ ਨੇ? ਜੀ ਸੁਖਜੀਤ ਜੀ, ਇਹ ਦੇਖੋ ਇਹ ਬੜੀ ਜ਼ਰੂਰੀ ਪ੍ਰੋਵੀਜ਼ਨ ਸੀਗੀ ਜੋ ਆਰਟੀਕਲ 3 ਸੀ, ਜਿਸ ਦੇ ਨਾਲ ਕਿ ਸਟੇਟ ਬਾਉਂਡਰੀਜ਼ ਦੀ ਆਪਾਂ ਗੱਲ ਕੀਤੀ ਜੀ। ਇਸ ਤੋਂ ਇਲਾਵਾ ਜੋ ਅਸੀਂ ਦੇਖਦੇ ਹਾਂ, ਜੋ ਬੜਾ ਹੀ ਸੈਂਟਰਲ ਜੋ ਹੈ ਫੈਡਰਲਿਜ਼ਮ ਨੂੰ, ਸੰਘੀ ਢਾਂਚੇ ਨੂੰ ਲੈ ਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਗੱਲ ਹੈ, ਉਹ ਹੈ ਜਿਹੜੀਆਂ ਲਿਸਟਸ ਨੇ, ਜਿਸ ਦੇ ਵਿੱਚ ਕਿ ਯੂਨੀਅਨ ਲਿਸਟ, ਸਟੇਟ ਲਿਸਟ ਤੇ ਕੰਕਰੈਂਟ ਲਿਸਟ। ਅਸੀਂ ਪਿਛਲੇ ਐਪੀਸੋਡ ਵਿੱਚ ਦੇਖਿਆ ਸੀ ਪ੍ਰੋਗਰਾਮ ਦੇ ਵਿੱਚ ਕਿ ਇਹ ਸਭ ਤੋਂ ਪਹਿਲੀ ਵਾਰ ਇਹ ਜੋ ਲਿਸਟ ਸਨ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਇਹ ਕ੍ਰੀਏਟ ਕੀਤੀਆਂ ਗਈਆਂ ਸਨ ਤੇ ਉਸ ਤੋਂ ਹੀ ਅਸੀਂ ਇਹਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਨੂੰ ਬੋਰੋ ਕੀਤਾ ਜੀ। ਇਸ ਦੇ ਵਿੱਚ ਯੂਨੀਅਨ ਲਿਸਟ ਹੈ। ਯੂਨੀਅਨ ਲਿਸਟ ਦੇ ਵਿੱਚ ਉਹ ਵਿਸ਼ੇ ਦਿੱਤੇ ਗਏ ਹਨ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਲਾਅ ਬਣਾ ਸਕਦੀ ਹੈ ਜੀ। ਸਟੇਟ ਲਿਸਟ ਹੈ ਜਿਹਦੇ ਉੱਤੇ ਕਿ ਜੋ ਸੂਬਾਈ ਸਰਕਾਰਾਂ ਨੇ ਉਹ ਲਾਅ ਬਣਾ ਸਕਦੀਆਂ ਨੇ, ਲੈਜਿਸਲੇਟ ਕਰ ਸਕਦੀਆਂ ਨੇ। ਤੇ ਤੀਸਰੀ ਹੈ ਕੰਕਰੈਂਟ ਲਿਸਟ। ਕੰਕਰੈਂਟ ਲਿਸਟ ਸੁਖਜੀਤ ਜੀ ਹੈ ਜਿਸ ਦੇ ਵਿੱਚ ਕਿ ਦੋਨੇ ਸਰਕਾਰਾਂ ਲੈਜਿਸਲੇਟ ਕਰ ਸਕਦੀਆਂ ਨੇ। ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਕੰਕਰੈਂਟ ਲਿਸਟ ਦੇ ਵਿੱਚ ਜਿਹੜੇ ਵਿਸ਼ੇ ਹਨ ਉਹਨਾਂ ਤੇ ਜੋ ਸੂਬਾ ਸਰਕਾਰਾਂ ਨੇ ਉਹ ਵੀ ਬਣਾ ਸਕਦੀਆਂ ਨੇ। ਇੱਥੇ ਹੁਣ ਜਿਹੜੀ ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਸਟਰੋਂਗ ਸੈਂਟਰ ਬਣਾਇਆ ਗਿਆ ਹੈ, ਉਸ ਦੇ ਵਿੱਚ ਅਸੀਂ ਹੋਰ ਜੋ ਕੇਂਦਰ ਦੇ ਵੱਲ ਝੁਕਾਅ ਹੈ ਉਹ ਇਸ ਗੱਲ ਤੋਂ ਵੀ ਕਲੀਅਰ ਹੁੰਦਾ ਹੈ ਕਿ ਕੰਕਰੈਂਟ ਲਿਸਟ ਦੇ ਵਿੱਚ ਜੇ ਦੋਨੇ ਸਰਕਾਰਾਂ ਲਾਅ ਬਣਾਉਂਦੀਆਂ ਨੇ ਇੱਕੋ ਵਿਸ਼ੇ ਦੇ ਉੱਤੇ ਜੀ, ਤਾਂ ਜੋ ਕੇਂਦਰ ਸਰਕਾਰ ਨੇ ਜੋ ਕਾਨੂੰਨ ਬਣਾਇਆ ਹੈ ਉਹ ਉਸ ਦੇ ਕੋਲ ਓਵਰਰਾਈਡਿੰਗ ਪਾਵਰ ਹੋਵੇਗੀ, ਯਾਨੀ ਕਿ ਕੇਂਦਰ ਸਰਕਾਰ ਦਾ ਜੋ ਕਾਨੂੰਨ ਹੈ ਉਹ ਉਸ ਦੇ ਕੋਲ ਉਹ ਲਾਗੂ ਹੋਵੇਗਾ ਜਿੱਥੇ ਉਸ ਦੇ ਵਿੱਚ ਕੌਨਫਲਿਕਟ ਹੋਵੇਗਾ, ਤੇ ਜੋ ਸੂਬਾ ਸਰਕਾਰ ਦੇ ਜੋ ਕਾਨੂੰਨ ਬਣਾਏ ਗਏ ਨੇ ਉਸ ਦੇ ਉੱਤੇ ਕੇਂਦਰ ਦੀ ਉਹ ਹੋਵੇਗੀ ਆਪਣੀ ਓਵਰਰਾਈਡਿੰਗ ਪਾਵਰ ਜੀ। ਤੇ ਦੂਸਰੀ ਜੋ ਬਹੁਤ ਜ਼ਰੂਰੀ ਗੱਲ ਹੈ ਇਹਨਾਂ ਦੇ ਵਿੱਚ ਸਮਝਣ ਵਾਲੀ
कि एक ਰੈਜ਼ੀਡਿਊ ਜੋ ਪਾਵਰ ਹੈ, ਜੋ ਇਹਨਾਂ ਵਿਸ਼ਿਆਂ ਤਿੰਨਾਂ ਵਿਸ਼ਿਆਂ ਦੇ ਵਿੱਚ ਜੋ ਉਹ ਗੱਲ ਕਵਰ ਨਹੀਂ ਹੋਈ, ਉਹ ਜੋ ਉਸ ਨੂੰ ਆਪਾਂ ਰੈਜ਼ੀਡਿਊ ਕਹਿੰਦੇ ਹਾਂ, ਉਸ ਰੈਜ਼ੀਡਿਊ ਮਸਲਿਆਂ ਤੇ ਜਿਨ੍ਹਾਂ ਦਾ ਜ਼ਿਕਰ ਇਹਨਾਂ ਤਿੰਨਾਂ ਲਿਸਟ ਦੇ ਵਿੱਚ ਨਹੀਂ ਆਉਂਦਾ, ਉਸ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦੀ ਤਾਕਤ ਯੂਨੀਅਨ ਗਵਰਨਮੈਂਟ ਕੋਲ ਹੈ ਜੀ। ਜਿਸ ਤਰ੍ਹਾਂ ਕਿ ਫਰਜ਼ ਕਰੋ ਕੋਈ 1947 ਦੇ ਵਿੱਚ ਜਾਂ 46 ਦੇ ਵਿੱਚ, ਜਾਂ ਜਦ ਕੰਸਟੀਟਿਊਐਂਟ ਅਸੈਂਬਲੀ ਆਪਣਾ ਕੰਮ ਕਰ ਰਹੀ ਸੀ, ਉਦੋਂ ਬਹੁਤ ਸਾਰੀਆਂ ਗੱਲਾਂ ਉਦੋਂ ਨਹੀਂ ਸਨ ਜੋ ਅੱਜ, ਜਿਵੇਂ IT ਸੈਕਟਰ ਇੱਕ ਨਵਾਂ ਐਡ ਹੋ ਗਿਆ, ਫਰਜ਼ ਕਰੋ ਸਾਈਬਰ ਸਿਕਿਉਰਿਟੀ ਕੋਈ ਐਡ ਹੋ ਗਈ, ਸੋ ਉਹ ਰੈਜ਼ੀਡਿਊ ਆ ਗਈ ਜਿੰਨਾ ਚਿਰ ਉਸ ਦਾ ਕੋਈ ਮੈਂਸ਼ਨ ਇਹਨਾਂ ਤਿੰਨਾਂ ਲਿਸਟਾਂ 'ਚ ਨਹੀਂ ਹੁੰਦਾ, ਤੇ ਉਸ ਦੇ ਉੱਤੇ ਜੋ ਪਾਵਰ ਹੋਵੇਗੀ ਕਾਨੂੰਨ ਬਣਾਉਣ ਦੀ, ਉਹ ਯੂਨੀਅਨ ਲਿਸਟ ਆਪਣੀ ਯੂਨੀਅਨ ਗਵਰਨਮੈਂਟ ਦੇ ਕੋਲ ਹੀ ਹੋਵੇਗੀ ਜੀ। ਸੋ ਇਸ ਦੀ ਜੇ ਮੈਂ ਐਗਜ਼ਾਮਪਲ ਦੇਵਾਂ ਸੁਖਜੀਤ ਜੀ, ਜੋ ਕੇਂਦਰੀਕਰਨ ਦੀ ਹੋਰ ਆਪਾਂ ਇਹਨਾਂ ਲਿਸਟਾਂ ਦੇ ਤਹਿਤ ਜੋ ਯੂਨੀਅਨ ਗਵਰਨਮੈਂਟ ਹੈ ਭਾਰਤ ਦੀ, ਉਹ ਹੌਲੀ ਹੌਲੀ ਕਰਕੇ ਇਹਨਾਂ ਲਿਸਟਾਂ ਦੇ ਤਹਿਤ ਆਪਣੀ ਜੋ ਤਾਕਤ ਹੈ ਉਸ ਨੂੰ ਐਕਸਪੈਂਡ ਕਰ ਰਹੀ ਹੈ। ਇਸ ਦੇ ਵਿੱਚ ਜੋ ਇੱਕ ਬੜਾ ਵੱਡਾ ਕਦਮ ਕੇਂਦਰ ਸਰਕਾਰ ਨੇ ਚੱਕਿਆ ਸੀ, ਉਹ ਸੀ 42nd ਅਮੈਂਡਮੈਂਟ ਇਨ 1976। 42nd ਅਮੈਂਡਮੈਂਟ ਜੋ ਦੌਰਾਨ ਐਮਰਜੈਂਸੀ ਦੇ ਕੀਤੀ ਗਈ ਸੀ, ਜਦ ਇੰਦਰਾ ਗਾਂਧੀ ਗਵਰਨਮੈਂਟ ਨੇ ਐਮਰਜੈਂਸੀ ਲਾਈ ਸੀ, ਉਸ ਟਾਈਮ ਇਸ ਨੂੰ ਇੱਕ ਮਿੰਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਇੱਕ ਬੜੇ ਵੱਡੇ ਲੈਵਲ ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਰੱਦੋ ਬਦਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ 42nd ਅਮੈਂਡਮੈਂਟ ਦੇ ਵਿੱਚ। ਉਸੇ ਦੇ ਵਿੱਚ ਜੋ ਐਜੂਕੇਸ਼ਨ ਦਾ ਵਿਸ਼ਾ ਸੀ, ਜੋ ਕਿ ਪਹਿਲਾਂ ਸਟੇਟ ਲਿਸਟ ਦੇ ਵਿੱਚ ਸੀ ਜੀ, ਉਸ ਨੂੰ ਤਬਦੀਲ ਕਰਕੇ ਕਨਕਰੈਂਟ ਲਿਸਟ ਦੇ ਵਿੱਚ ਲਿਆਂਦਾ ਗਿਆ 42nd ਅਮੈਂਡਮੈਂਟ ਦੇ ਵਿੱਚ। ਅੱਜ 31 ਅਕਤੂਬਰ ਵੀ ਹੈ ਤੇ ਅਸੀਂ ਕੁਦਰਤੀ ਅੱਜ ਜ਼ਿਕਰ ਵੀ ਚਲੋ ਐਮਰਜੈਂਸੀ ਦਾ ਤੇ ਇੰਦਰਾ ਗਾਂਧੀ ਦਾ ਆ ਗਿਆ। ਜੋ ਐਜੂਕੇਸ਼ਨ ਹੈ ਉਸ ਵਿਸ਼ੇ ਨੂੰ ਸੂਬਿਆਂ ਤੋਂ ਲਿਆ ਕੇ, ਜਿਸ ਤਰ੍ਹਾਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜੋ ਲੋਕਲ ਕੰਸਰਨ ਦੇ ਜੋ ਮਸਲੇ ਨੇ, ਜੋ ਲੋਕਲ ਲੈਵਲ ਤੇ ਹੱਲ ਹੋਣੇ ਨੇ, ਹੁਣ ਦੇਖੋ ਤੁਸੀਂ ਕਿ ਜੋ ਐਜੂਕੇਸ਼ਨ ਹੈ ਉਹ ਕੈਨੇਡਾ ਦੇ ਵਿੱਚ ਵੀ ਸੂਬਿਆਂ ਦਾ ਵਿਸ਼ਾ ਹੈ ਜੀ। ਸੋ ਜੋ ਲੋਕਲ, ਜੋ ਕਲਚਰਲ, ਜੋ ਐਥਨਿਕਲ ਜੋ ਲੋਕਾਂ ਦੇ ਮਸਲੇ ਨੇ, ਜਿਸ ਤਰ੍ਹਾਂ ਕਿ ਐਜੂਕੇਸ਼ਨ ਹੈ ਉਹ ਭਾਸ਼ਾ ਦੇ ਨਾਲ ਜੁੜੀ ਹੋਈ ਹੈ, ਲੋਕਲ ਭਾਸ਼ਾ ਦੇ ਨਾਲ, ਲੋਕਲ ਪਰਿਸਥਿਤੀਆਂ ਦੇ ਨਾਲ ਜੁੜੀ ਹੋਈ ਹੈ, ਉਹ ਕਲਚਰ ਦੇ ਨਾਲ ਜੁੜੀ ਹੋਈ ਹੈ। ਸੋ ਉਸ ਵਾਸਤੇ ਉਸਨੂੰ ਸੂਬਿਆਂ ਦੇ ਕੋਲ ਰੱਖਿਆ ਗਿਆ ਸੀਗਾ ਜੀ। ਪਰ ਇੰਦਰਾ ਗਾਂਧੀ ਸਰਕਾਰ ਐਮਰਜੈਂਸੀ ਲਗਾ ਕੇ, ਐਮਰਜੈਂਸੀ ਦੇ ਦੌਰਾਨ ਜੋ ਬੜਾ ਵੱਡਾ ਸੰਵਿਧਾਨਕ ਰੱਦੋ ਬਦਲ ਕੀਤਾ 42nd ਅਮੈਂਡਮੈਂਟ, ਉਸ ਦੇ ਵਿੱਚ ਜੋ ਐਜੂਕੇਸ਼ਨ ਹੈ ਉਸ ਨੂੰ ਬਦਲ ਕੇ ਕਨਕਰੈਂਟ ਲਿਸਟ ਦੇ ਵਿੱਚ ਲਿਆਂਦਾ, ਤੇ ਜਿਸ ਦੇ ਤਹਿਤ ਕਿ ਕੇਂਦਰ ਸਰਕਾਰ ਦੇ ਕੋਲ ਵੀ ਐਜੂਕੇਸ਼ਨ ਦੇ ਉੱਤੇ ਲਾਅ ਬਣਾਉਣ ਦੀਆਂ ਤਾਕਤਾਂ ਆ ਗਈਆਂ। ਹੁਣ ਤੁਸੀਂ ਇਹ ਗੱਲ ਦੇਖੋ ਸੁਖਜੀਤ ਜੀ ਕਿ ਇਸ ਨੂੰ ਕਿਸ ਤਰ੍ਹਾਂ ਜੋ ਸੂਬਿਆਂ ਦੇ ਅਧਿਕਾਰ ਨੇ, ਜੋ ਪਹਿਲਾਂ ਹੀ ਬੜੇ ਲਿਮਟਿਡ ਸਨ, ਇੱਕ ਸਟਰੋਂਗ ਸੈਂਟਰ ਸੀ, ਉਸ ਨੂੰ ਕਿਸ ਤਰ੍ਹਾਂ ਹੌਲੀ ਹੌਲੀ ਖੋਰਾ ਲਗਾਇਆ ਗਿਆ ਜੀ। ਜੋ ਦੇਖੋ ਅੱਜ ਦੀਆਂ ਜੋ ਸਰਕਾਰਾਂ ਨੇ, ਜੋ ਅੱਜ ਦੀ ਜੋ ਰੂਲਿੰਗ ਗਵਰਨਮੈਂਟ ਹੈ, ਉਸ ਤੇ ਬੜਾ ਇਹ ਐਲੀਗੇਸ਼ਨ ਲੱਗਦਾ ਹੈ ਕਿ ਜੀ ਐਜੂਕੇਸ਼ਨ ਨੂੰ ਇਹ ਬਦਲਣਾ ਚਾਹੁੰਦੇ ਨੇ, ਇਹ ਉਸ ਨੂੰ ਇਤਿਹਾਸ ਨਾਲ ਛੇੜਛਾੜ ਕਰਨਾ ਚਾਹੁੰਦੇ ਨੇ। ਪਰ ਤੁਸੀਂ ਦੇਖੋ ਵੀ ਇਸ ਗੱਲ ਦੀ ਜ਼ਿਕਰ ਕੋਈ ਵੀ ਨਹੀਂ ਕਰਦਾ ਕਿ ਜੋ ਕੇਂਦਰ ਦੇ ਅਧਿਕਾਰ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਕੌਣ ਗਿਆ ਜੀ, ਉਹ ਵੀ ਐਮਰਜੈਂਸੀ ਦੇ ਦੌਰਾਨ। ਉਹਨਾਂ ਦੇ ਐਜੂਕੇਸ਼ਨ ਨੂੰ ਕਨਕਰੈਂਟ ਲਿਸਟ ਦੇ ਵਿੱਚ ਲਿਜਾਣ ਪਿੱਛੇ ਕੀ ਮਨਸੂਬੇ ਸਨ, ਕਿ ਉਹ ਇੱਕ ਹੋਮੋਜੀਨੀਅਸ ਇੱਕ ਐਜੂਕੇਸ਼ਨ ਕਰਿਕੂਲਮ ਬਣਾਉਣਾ ਚਾਹੁੰਦੇ ਸਨ, ਕਿ ਉਹ ਐਥਨਿਕਲ ਜੋ ਡਾਇਵਰਸਿਟੀ ਹੈ, ਜੋ ਅਨੇਕਤਾ ਦੇ ਵਿੱਚ ਏਕਤਾ ਹੈ, ਉਸ ਨੂੰ ਰਿਸਪੈਕਟ ਕਰਦੇ ਸਨ ਕਿ ਨਹੀਂ ਕਰਦੇ ਸਨ। ਸੋ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਸੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਹੌਲੀ ਹੌਲੀ ਇਸ ਨੂੰ ਜੋ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਨੂੰ ਫਰਦਰ ਖੋਰਾ ਲੱਗਣਾ ਸ਼ੁਰੂ ਹੋ ਗਿਆ ਜੀ। ਲਵਲੀਨ ਜੀ, ਮੈਂ ਤੁਹਾਡੇ ਤੋਂ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਇੱਕ ਬਹੁਤ ਜ਼ਰੂਰੀ ਸੂਚਨਾ ਦੇਣਾ ਚਾਹੁੰਦੀ ਹਾਂ ਕਿ ਸੁਪਰ ਸਨ ਫਾਰਮ ਤੇ ਦੀਵਾਲੀ ਸਪੈਸ਼ਲ ਸੇਲ ਲੱਗ ਚੁੱਕੀ ਹੈ। ਭਾਂਡਿਆਂ ਦੀ ਵੱਡੀ ਸ਼ਿਪਮੈਂਟ ਪਹੁੰਚ ਗਈ ਹੈ। ਹਰ ਸਾਈਜ਼ ਵਿੱਚ ਪਤੀਲੇ, ਥਾਲ, ਪਲੇਟਾਂ, ਗਲਾਸ, ਲੋਹੇ ਦੀਆਂ ਕੜਾਹੀਆਂ, ਗੈਸ ਵਾਲੇ ਚੁੱਲ੍ਹੇ, ਮਿੱਟੀ ਦੇ ਦੀਵੇ, ਸਰਸੋਂ ਦਾ ਤੇਲ, ਮੋਮਬੱਤੀਆਂ ਤੇ ਪੂਜਾ ਦਾ ਸਮਾਨ ਬਹੁਤ ਹੀ ਘੱਟ ਕੀਮਤਾਂ ਤੇ। ਦੀਵਾਲੀ ਸਪੈਸ਼ਲ ਸੇਲ ਹੈ, ਪਰ ਫਿਰ ਵੀ ਜੇ ਤੁਸੀਂ ਜਾ ਕੇ ਦੱਸੋਗੇ ਕਿ ਰੇਡੀਓ ਇੰਡੀਆ ਤੋਂ ਸੁਣ ਕੇ ਆਏ ਆ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ। ਮਤਲਬ ਦੀਵਾਲੀ ਸਪੈਸ਼ਲ ਡਿਸਕਾਊਂਟ ਤਾਂ ਤੁਹਾਨੂੰ ਮਿਲੇਗਾ ਹੀ, ਪਰ ਜੇ ਤੁਸੀਂ ਰੇਡੀਓ ਇੰਡੀਆ ਦਾ ਹਵਾਲਾ ਦੋਗੇ ਤਾਂ ਤੁਹਾਨੂੰ ਹੋਰ ਵੀ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ। ਇਹ ਸੇਲ ਸਿਰਫ 88 ਐਵਨਿਊ ਤੇ ਸਕਾਟ ਰੋਡ ਵਾਲੇ ਸਟੋਰ ਤੇ ਹੀ ਹੈ।
जी हाँ, याद रखो कि जिहड़ी ये सेल हैगी आ ਇਹ सिर्फ ਤੇ सिर्फ 88 ਐਵਨਿਊ ਤੇ ਸਕਾਟ ਰੋਡ ਵਾਲੇ ਸਟੋਰ ਤੇ ਹੈ। ਹੋਰ ਜਾਣਕਾਰੀ ਲਈ ਤੁਸੀਂ ਰਾਜਾ ਜੀ ਨੂੰ ਕਾਲ ਕਰ ਲਓ 6045919999 604 591 9999। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM ਤੁਹਾਡਾ ਆਪਣਾ ਰੇਡੀਓ ਸਟੇਸ਼ਨ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ 1110 AM ਤੇ ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ radioindia.ca। ਇਸ ਤੋਂ ਇਲਾਵਾ ਤੁਸੀਂ ਫੋਨ ਦੀਆਂ ਐਪਸ ਵੀ ਡਾਊਨਲੋਡ ਕਰ ਸਕਦੇ ਹੋ ਐਪ ਸਟੋਰ ਤੇ ਜਾ ਕੇ ਤੇ ਜਾਂ ਫਿਰ ਸਾਡੀ ਵੈਬਸਾਈਟ ਦੇ ਹੋਮ ਪੇਜ ਤੋਂ। स्टूडियो का नंबर है 6045929191 604 592 9191। प्रोग्राम तुहानू किहो जिहा लग रहा है सानू कॉल करके दसना जरूर। डेली न्यूज़ अपडेट्स के लिए रेडियो इंडिया का फेसबुक पेज जरूर लाइक करो ते सानू ट्विटर ते इंस्टाग्राम ते भी फॉलो जरूर करना। ट्विटर हैंडल है @radioindia2 ते इंस्टाग्राम है रेडियो इंडिया 1110। 8:21 हो चुके साडे स्टूडियो की घड़ी ते इस समय बैरिस्टर लवलीन सिंह गिल जो कि रेडियो इंडिया के डायरैक्टर ऑफ रिसर्च हैं मेरा साथ दे रहे ने। लवलीन जी, रुख करदे हां अगले सवाल वल। भारत की केंद्र सरकार कोल एक होर बड़ी वड्डी ताकत है जो कि भारत के संघी ढांचे उत्ते गहरा प्रभाव पाउंदी है, वो है सूबा सरकारां नूं भंग करन दी। इस स्टेट एमरजेंसी की ताकत उत्ते चानना पाओ। जी सुखजीत जी, एक बड़ा अहम सवाल तुसी पुछया। जिस तरह कि देखा कि आर्टिकल 3 के तहत केंद्र सरकार कोले सूबियां दी बाउंडरीज चेंज करन दियां, उन्हां दी ईवन एग्जिस्टेंस खत्म करन दियां ताकतां तां है ही ने, पर आर्टिकल जो 356 है ऑफ कॉन्स्टिट्यूशन ऑफ इंडिया उसनूं असीं सादी भाषा दे विच स्टेट एमरजेंसी भी कह सकते हैं जां जिसनूं प्रेजिडेंट रूल असीं कह दिंदे हां। ਇਹ ਉਸ ਦੀ ਤਾਕਤ ਇਸ ਦੇ ਵਿੱਚ ਹੈ ਕਿ ਜੇ ਕੇਂਦਰ ਸਰਕਾਰ ਜੋ ਗਵਰਨਰ ਹੈ ਸਟੇਟ ਦਾ ਉਸ ਦੀ ਰਿਪੋਰਟ ਉੱਤੇ ਜੇ ਉਹ ਇਹ ਚੀਜ਼ ਫਾਈਂਡ ਆਊਟ ਕਰੇ ਕਿ ਸੂਬੇ ਦੇ ਵਿੱਚ ਜੋ ਕਨਸਟੀਟਿਊਸ਼ਨਲ ਮਸ਼ੀਨਰੀ ਹੈ ਉਸ ਦਾ ਬ੍ਰੇਕਡਾਊਨ ਹੋ ਚੁੱਕਿਆ ਹੈ ਅਤੇ ਜੋ ਸੂਬੇ ਦੀ ਸਰਕਾਰ ਹੈ ਉਸ ਨੂੰ ਭਾਰਤ ਦੇ ਸੰਵਿਧਾਨ ਦੀਆਂ ਪ੍ਰੋਵੀਜ਼ਨਸ ਦੇ ਅਕੋਰਡਿੰਗ ਨਹੀਂ ਚਲਾਇਆ ਜਾ ਸਕਦਾ ਤਾਂ ਉਸ ਸੂਬੇ ਦੇ ਵਿੱਚ ਉਹ ਪ੍ਰੈਜ਼ੀਡੈਂਟ ਰੂਲ ਲਾ ਸਕਦੇ ਨੇ ਤੇ ਜੋ ਸੂਬੇ ਦੀ ਸਰਕਾਰ ਹੈ ਉਸ ਨੂੰ ਭੰਗ ਕਰ ਸਕਦੇ ਨੇ। ਇਸ ਦੇ ਵਿੱਚ ਦੇਖੋ ਸੁਖਜੀਤ ਜੀ, ਇਹ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਤਾਕਤ ਗਵਰਨਰ ਦੀ ਰეკਮੈਂਡੇਸ਼ਨ ਤੇ ਕੇਂਦਰ ਦੀ ਸਰਕਾਰ ਕੋਲ ਹੈ ਜੀ। ਇਹ ਇੱਕ ਹੋਰ ਬੜਾ ਵੱਡਾ ਆਸਪੈਕਟ ਹੈ ਜੋ ਕਿ ਇੱਕ ਕੇਂਦਰੀਕਰਨ ਦੇ ਵੱਲ ਜੋ ਸਟਰੋਂਗ ਸੈਂਟਰ ਦੇ ਵੱਲ ਇਸ਼ਾਰਾ ਕਰਦਾ ਹੈ। ਸੋ ਇਸ ਦੇ ਵਿੱਚ ਜੋ ਗਵਰਨਰ ਦੀ ਰਿਪੋਰਟ ਹੈ ਉਹ ਬੜੀ ਕ੍ਰੂਸ਼ੀਅਲ ਹੈ ਤੇ ਜੋ ਗਵਰਨਰ ਦਾ ਰੋਲ ਹੈ ਉਹ ਬੜਾ ਕ੍ਰੂਸ਼ੀਅਲ ਹੋ ਜਾਂਦਾ ਹੈ। ਇਸ ਨੂੰ ਪ੍ਰੈਜ਼ੀਡੈਂਟ ਰੂਲ ਹੈ ਜੋ ਆਮ ਤੌਰ ਉੱਤੇ 6 ਮਹੀਨੇ ਵਾਸਤੇ ਲਗਾਇਆ ਜਾ ਸਕਦਾ ਹੈ, ਪਰ ਉਸ ਤੋਂ ਬਾਅਦ ਇਸ ਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ। ਇਸ ਦੇ ਬਾਰੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਸੁਖਜੀਤ ਜੀ ਕਿ ਜਿਆਦਾ ਪ੍ਰੋਵੀਜ਼ਨ ਭਾਰਤ ਦੇ ਸੰਵਿਧਾਨ ਵਿੱਚ ਐਡ ਕੀਤੀ ਜਾ ਰਹੀ ਸੀ, ਜਦ ਭਾਰਤ ਦਾ ਸੰਵਿਧਾਨ ਬਣਾਇਆ ਜਾ ਰਿਹਾ ਸੀ ਤਾਂ ਆਰਟੀਕਲ 356 ਦੇ ਉੱਤੇ ਜਦ ਬਹਿਸ ਹੋਈ ਤਾਂ ਡਾਕਟਰ BR ਅੰਬੇਦਕਰ ਜੋ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਉਹਨਾਂ ਨੇ ਇਸ ਪ੍ਰੋਵੀਜ਼ਨ ਨੂੰ ਡੈਡ ਲੈਟਰ ਕਿਹਾ। ਡੈਡ ਲੈਟਰ ਕਿਉਂ? ਜੀ, ਡੈਡ ਲੈਟਰ ਉਹਨਾਂ ਨੇ ਇਸ ਵਾਸਤੇ ਕਿਹਾ ਕਿ ਇਸ ਪ੍ਰੋਵੀਜ਼ਨ ਦੀ ਕਦੇ ਲੋੜ ਨਹੀਂ ਪੈਣੀ ਭਾਰਤ ਦੇ ਵਿੱਚ, ਜਾਂ ਇਸ ਨੂੰ ਕੇਂਦਰ ਸਰਕਾਰ ਹੈ ਉਸ ਨੂੰ ਇਸਤੇਮਾਲ ਨਹੀਂ ਕਰੇਗੀ ਤੇ ਜਾਂ ਕਰੇਗੀ ਤਾਂ ਬੜਾ ਰੇਅਰ ਕਰੇਗੀ। ਸੋ ਇਹ ਇੱਕ ਡੈਡ ਲੈਟਰ ਵਾਂਗੂ ਜਿਸ ਦਾ ਕਦੇ ਇਸਤੇਮਾਲ ਨਹੀਂ ਹੋਣਾ, ਉਸ ਤਰ੍ਹਾਂ ਇਹ ਇੱਕ ਮੁਰਦਾ ਚੀਜ਼ ਵਾਂਗੂ ਇਹ ਸੰਵਿਧਾਨ ਦੇ ਇੱਕ ਖੂੰਜੇ ਦੇ ਵਿੱਚ ਪਿਆ ਰਹੇਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਡਾਕਟਰ BR ਅੰਬੇਦਕਰ ਦੀ ਜੋ ਪ੍ਰੈਡਿਕਸ਼ਨ ਸੀ ਉਸ ਦੇ ਆਪੋਜ਼ਿਟ ਅੱਜ ਆਜ਼ਾਦ ਭਾਰਤ ਦੇ ਵਿੱਚ 100 ਤੋਂ ਵੱਧ ਵਾਰ ਇਸ ਪ੍ਰੋਵੀਜ਼ਨ ਦਾ ਇਸਤੇਮਾਲ ਕੀਤਾ ਜਾ ਚੁੱਕਿਆ ਹੈ ਸਟੇਟ ਦੀਆਂ ਜੋ ਕੇਂਦਰ ਵੱਲੋਂ ਜੋ ਸੂਬਾ ਸਰਕਾਰਾਂ ਨੂੰ ਭੰਗ ਕਰਨ ਵਾਸਤੇ। ਇੰਟਰਸਟਿੰਗ। ਸੋ ਜੋ ਡੈਡ ਲੈਟਰ ਸੀਗਾ ਜੋ ਕਨਸਟੀਟਿਊਸ਼ਨ ਦੇ ਵਿੱਚ ਜਿਸ ਨੂੰ ਡੈਡ ਲੈਟਰ ਕਿਹਾ ਗਿਆ ਸੀ ਉਹ ਦੈਟ ਇਜ਼ ਵੈਰੀ ਮਚ ਅਲਾਈਵ, ਉਹ ਬੜਾ ਹੀ ਲਾਈਵਲੀ ਲੈਟਰ ਅਲਾਈਵ ਲੈਟਰ ਬਣ ਗਿਆ ਉਹ। ਤੇ ਇਸੇ ਦੇ ਤਹਿਤ ਜੇ ਤੁਸੀਂ ਦੇਖੋ ਕਿ ਪਹਿਲੀ ਵਾਰ 1953 ਦੇ ਵਿੱਚ ਜੋ ਪੈਪਸੂ ਸਰਕਾਰ ਸੀ, ਪੈਪਸੂ ਉਸ ਟਾਈਮ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਉਸ ਨੂੰ ਭੰਗ ਕੀਤਾ ਗਿਆ। ਜੋ ਪਹਿਲੀ ਗੈਰ ਕਾਂਗਰਸੀ ਸਰਕਾਰ ਜਿੱਥੋਂ ਕਿ ਇਹ ਸਭ ਚੱਲਣ ਸ਼ੁਰੂ ਹੋਇਆ ਜਿਸ ਨੂੰ ਕਿ ਇਸ ਪ੍ਰੋਵੀਜ਼ਨ ਦੇ ਤਹਿਤ ਭੰਗ ਕੀਤਾ ਗਿਆ
ਉਹ ਸੀ ਕੇਰਲਾ ਦੇ ਵਿੱਚ EMS ਨਮੂਦਰੀਪਦ ਦੀ ਸਰਕਾਰ, ਕਮਿਊਨਿਸਟ ਸਰਕਾਰ ਸੀ ਉਹ। 1957 ਦੇ ਵਿੱਚ ਇਸ ਗਵਰਨਮੈਂਟ ਦਾ ਗਠਨ ਹੋਇਆ ਸੀ। ਇਸ ਦਾ ਕੀ ਖਾਸ ਗੱਲ ਇਸ ਬਾਰੇ ਇਹ ਸੀ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਗੈਰ ਕਾਂਗਰਸ ਸਰਕਾਰ ਇਹ ਪਹਿਲੀ ਵਾਰ ਬਣੀ ਸੀ ਕਿਸੇ ਸੂਬੇ ਦੇ ਵਿੱਚ, ਜੋ ਕਿ ਕੇਰਲਾ ਦੇ ਵਿੱਚ EMS ਨਮੂਦਰੀਪਦ ਜੋ ਚੀਫ ਮਿਨਿਸਟਰ ਸਨ ਉਸ ਟਾਈਮ ਕੇਰਲਾ ਦੇ, ਉਹਨਾਂ ਦੀ ਅਗਵਾਈ ਦੇ ਵਿੱਚ 1957 ਦੇ ਵਿੱਚ ਇਹ ਸਰਕਾਰ ਬਣੀ ਸੀ। ਸੋ ਇਸ ਨੂੰ ਅਸੀਂ ਇੱਕ ਕੇਸ ਸਟੱਡੀ ਦੀ ਤਰ੍ਹਾਂ ਪੜ੍ਹਾਂਗੇ ਕਿ ਕਿਸ ਤਰ੍ਹਾਂ ਜੋ ਇਹਨਾਂ ਪ੍ਰੋਵੀਜ਼ਨਸ ਦੀ ਵਰਤੋਂ ਜਾਂ ਅਸੀਂ ਕਹੀਏ ਦੁਰਵਰਤੋਂ ਸ਼ੁਰੂ ਹੋਣ ਲੱਗੀ ਕੇਂਦਰ ਵੱਲੋਂ ਜੋ ਸੂਬਿਆਂ ਦੀਆਂ ਸਰਕਾਰਾਂ ਨੂੰ ਭੰਗ ਕਰਨ ਵਾਸਤੇ, ਅਤੇ ਜੋ ਜਿਸ ਤਰ੍ਹਾਂ ਤੁਸੀਂ ਇਹ ਲਫ਼ਜ਼ ਸੁਣਦੇ ਹੋ ਸੰਘੀ ਢਾਂਚੇ ਉੱਤੇ ਹਮਲਾ, ਸੋ ਕਿਸ ਤਰ੍ਹਾਂ ਸੰਘੀ ਢਾਂਚੇ ਉੱਤੇ ਹਮਲੇ ਹੋਣ ਲੱਗੇ। 1957 ਦੇ ਵਿੱਚ ਸੁਖਜੀਤ ਜੀ EMS ਨਮੂਦਰੀਪਦ ਦੀ ਅਗਵਾਈ ਦੇ ਵਿੱਚ ਕਮਿਊਨਿਸਟ ਗਵਰਨਮੈਂਟ ਕੇਰਲਾ ਦੇ ਵਿੱਚ ਬਣ ਜਾਂਦੀ ਹੈ, ਤੇ ਜੋ ਉਹਨਾਂ ਦਾ ਡਿਕਲੇਅਰਡ ਏਜੰਡਾ ਹੈ ਉਹ ਬੜਾ ਜ਼ੋਰ ਸ਼ੋਰ ਨਾਲ ਲੈਂਡ ਰਿਫਾਰਮਸ ਦੇਖੋ, ਜੋ ਕਮਿਊਨਿਸਟ ਨੇ ਜਾਂ ਲੈਫਟ ਹੈ ਉਸ ਦੇ ਏਜੰਡੇ ਦੇ ਟੌਪ ਉੱਤੇ ਰਹਿੰਦਾ ਹੈ ਕਿ ਜੋ ਬੜੇ ਜਗੀਰਦਾਰ ਨੇ ਜਾਂ ਧਨਾੜ ਲੋਕ ਨੇ, ਬੜੀਆਂ ਲੈਂਡ ਹੋਲਡਿੰਗਸ ਨੇ ਜਿਨ੍ਹਾਂ ਦੇ ਕੋਲ ਜਗੀਰੂ ਟਾਈਪ ਦੀਆਂ, ਉਹ ਉਹਨਾਂ ਤੋਂ ਜ਼ਮੀਨ ਲੈ ਕੇ ਜੋ ਖੇਤ ਮਜ਼ਦੂਰ ਨੇ, ਗਰੀਬ ਛੋਟੇ ਕਿਸਾਨ ਨੇ, ਉਹਨਾਂ ਨੂੰ ਲੈਂਡ ਰੀਡਿਸਟ੍ਰੀਬਿਊਟ ਕੀਤਾ ਜਾਵੇ। ਇਹ ਵੈਸੇ ਭਾਰਤ ਸਰਕਾਰ ਦੀ ਵੀ ਪਾਲਿਸੀ ਸੀ, ਇਹ ਨਹੀਂ ਹੈ ਕਿ ਇਕੱਲੇ ਕਮਿਊਨਿਸਟਾਂ ਦੀ ਪਾਲਿਸੀ ਸੀ, ਇਹ ਕਾਂਗਰਸ ਗਵਰਨਮੈਂਟ ਦੀ ਵੀ ਪਾਲਿਸੀ ਸੀ ਲੈਂਡ ਰਿਫਾਰਮ ਦੀ। ਪਰ ਉਹ ਕਿਉਂ ਨਹੀਂ ਹੋਏ? ਕਾਂਗਰਸ ਦੇ ਜੋ ਸ਼ਾਸਕ ਸੂਬੇ ਸਨ, ਕਾਂਗਰਸ ਦੇ ਵੱਲੋਂ ਜਿੱਥੇ ਸ਼ਾਸਨ ਸੀ ਉੱਥੇ ਕਿਉਂ ਨਹੀਂ ਹੋਏ? ਇਹਦਾ ਕਾਰਨ ਹੈ ਕਿ ਕਾਂਗਰਸ ਦੇ ਵਿੱਚ ਜੋ ਜਗੀਰੂ ਐਲੀਮੈਂਟ ਸੀ, ਜੋ ਲੈਂਡਲॉर्ड ਐਲੀਮੈਂਟ ਸੀ, ਉਹ ਬੜਾ ਭਾਰੂ ਸੀ। ਚਲੋ ਖੈਰ ਇਹ ਇੱਕ ਡਿਫਰੈਂਟ ਵਿਸ਼ਾ ਹੈ। ਸੋ CPI ਨੇ ਉੱਥੇ ਨਮੂਦਰੀਪਦ ਸਰਕਾਰ ਨੇ ਲੈਂਡ ਰਿਫਾਰਮਸ ਕਰਨੇ ਸ਼ੁਰੂ ਕੀਤੇ, ਮੁਲਾਜ਼ਮਾਂ ਦੇ ਭੱਤੇ ਵਧਾਏ ਅਤੇ ਅਜਿਹੇ ਕੁਝ ਕੰਮ ਕੀਤੇ ਕਿ ਜਿਸ ਦੇ ਨਾਲ ਜੋ ਕੇਂਦਰ ਦੀ ਜੋ ਕਾਂਗਰਸ ਸਰਕਾਰ ਸੀ ਉਹ ਬੜੀ ਅਨਕੰਫਰਟੇਬਲ ਹੋ ਗਈ ਕਿ ਜੋ ਕਮਿਊਨਿਜ਼ਮ ਦਾ ਕਿਤੇ ਫੈਲਾਅ ਨਾ ਹੋ ਜਾਵੇ ਭਾਰਤ ਦੇ ਵਿੱਚ, ਕਿ ਹੋਰ ਸੂਬਿਆਂ ਦੇ ਵਿੱਚ ਜੋ ਇਹ ਕੰਮ EMS ਨਮੂਦਰੀਪਦ ਕੇਰਲਾ ਦੇ ਵਿੱਚ ਕਰ ਰਹੇ ਹਨ, ਜੇ ਇਹ ਕਾਮਯਾਬੀ ਨਾਲ ਆਪਣੀ ਸਰਕਾਰ ਚਲਾਉਂਦੇ ਨੇ ਤਾਂ ਉਹਨਾਂ ਨੂੰ ਬੜਾ ਇੱਕ ਸਿਆਸੀ ਖਤਰਾ ਖੜਾ ਹੋ ਗਿਆ, ਜਿਸ ਦੇ ਚੱਲਦੇ ਹੋਏ ਕਿ 1959 ਦੇ ਵਿੱਚ ਪਹਿਲੀ ਵਾਰੀ ਇਹਨਾਂ ਸਟੇਟ ਐਮਰਜੈਂਸੀ ਦੀ ਪ੍ਰੋਵੀਜ਼ਨਸ ਨੂੰ ਇਸਤੇਮਾਲ ਕਰਦੇ ਹੋਏ EMS ਨਮੂਦਰੀਪਦ ਦੀ ਸਰਕਾਰ ਨੂੰ ਭੰਗ ਕੀਤਾ ਗਿਆ। ਉਸ ਟਾਈਮ ਪ੍ਰਧਾਨ ਮੰਤਰੀ ਦੇਸ਼ ਦੇ ਜਵਾਹਰ ਲਾਲ ਨਹਿਰੂ ਸਨ, ਜਿਨ੍ਹਾਂ ਨੂੰ ਕਿ ਬੜਾ ਇੱਕ ਡੈਮੋਕ੍ਰੈਟਿਕ ਅਤੇ ਲਿਬਰਲ ਆਗੂ ਮੰਨਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੇਖੋ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕੇਂਦਰ ਸਰਕਾਰ ਚੱਲ ਰਹੀ ਸੀ ਉਸ ਨੇ ਇੱਕ ਲੋਕਾਂ ਵੱਲੋਂ ਚੁਣੀ ਹੋਈ ਸੂਬਾ ਸਰਕਾਰ ਨੂੰ ਭੰਗ ਕਰ ਦਿੱਤਾ, ਜਿਸ ਦਾ ਜ਼ਿਕਰ ਕਿ VR ਕ੍ਰਿਸ਼ਨਾ ਅਈਅਰ ਜੋ ਬਾਅਦ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਬਣੇ, ਉਹ ਆਪਣੀ ਜੀਵਨੀ ਦੇ ਵਿੱਚ ਇਸ ਸਾਰੇ ਘਟਨਾਕ੍ਰਮ ਦਾ ਬੜਾ ਵਿਸਥਾਰ ਨਾਲ ਵਰਣਨ ਕਰਦੇ ਹਨ ਕਿ ਉਸ ਟਾਈਮ ਉਹ EMS ਨਮੂਦਰੀਪਦ ਦੀ ਗਵਰਨਮੈਂਟ ਦੇ ਵਿੱਚ ਮਿਨਿਸਟਰ ਸਨ ਜੀ। ਸੋ ਉਹ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਸੁਖਜੀਤ ਜੀ ਜੋ ਇੰਦਰਾ ਗਾਂਧੀ ਦਾ ਰੋਲ ਹੈ ਉਸ ਨੂੰ ਬਲੇਮ ਕਰਦੇ ਨੇ VR ਕ੍ਰਿਸ਼ਨਾ ਅਈਅਰ। ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਕਾਂਗਰਸ ਗਵਰਨਮੈਂਟ ਸੀ ਉਸ ਟਾਈਮ ਕੇਂਦਰ ਦੀ, ਉਸ ਨੇ ਆਪਣੇ ਪਾਰਟੀ ਵਰਕਰਸ ਦਾ ਇਸਤੇਮਾਲ ਕਰਦੇ ਹੋਏ ਕੇਰਲਾ ਦੇ ਵਿੱਚ ਗੜਬੜੀ ਕਰਾਉਣੀ ਸ਼ੁਰੂ ਕੀਤੀ, ਉਸ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਕਰਨੀ ਸ਼ੁਰੂ ਕੀਤੀ। ਸੋ ਇੱਕ ਇਸ ਤਰ੍ਹਾਂ ਦੀ ਉੱਥੇ ਸਿਚੁਏਸ਼ਨ ਬਣਾਈ ਕਿ ਇਹ ਦਿਖਾਉਣ ਨੂੰ ਬਾਹਰ ਕਿ ਕੇਰਲਾ ਦੀ ਜੋ ਗਵਰਨਮੈਂਟ ਹੈ, ਜੋ ਨਮੂਦਰੀਪਦ ਗਵਰਨਮੈਂਟ ਹੈ, ਉਹ ਅਕੋਰਡਿੰਗ ਟੂ ਕਨਸਟੀਟਿਊਸ਼ਨ ਉਹ ਕੰਮ ਨਹੀਂ ਕਰ ਰਹੀ ਤੇ ਕਨਸਟੀਟਿਊਸ਼ਨਲ ਮਸ਼ੀਨਰੀ ਦਾ ਉੱਥੇ ਬ੍ਰੇਕਡਾਊਨ ਹੋ ਚੁੱਕਾ ਹੈ। ਸੋ ਇਸ ਤਰ੍ਹਾਂ ਇੱਕ ਬਹਾਨਾ ਬਣਾਉਣਾ ਉਹ ਸਰਕਾਰ ਤੋੜਨ ਨੂੰ, ਉਹਨਾਂ ਦੀ ਸਰਕਾਰ ਤੋੜਨ ਨੂੰ ਬਹਾਨੇਬਾਜ਼ੀ ਜੋ ਬਣਾਉਣੀ ਜਾਂ ਇੱਕ ਗਰਾਊਂਡ ਕ੍ਰੀਏਟ ਕਰਨਾ ਉਹ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕਿ ਜੋ VR ਕ੍ਰਿਸ਼ਨਾ ਅਈਅਰ ਖੁਦ ਸੁਪਰੀਮ ਕੋਰਟ ਜੱਜ ਬਾਅਦ ਦੇ ਵਿੱਚ ਜੋ ਬਣੇ, ਉਹ ਆਪਣੀ ਕਿਤਾਬ ਦੇ ਵਿੱਚ ਜਿਸ ਦੇ ਵਾਸਤੇ ਇੰਦਰਾ ਗਾਂਧੀ ਨੂੰ ਬਲੇਮ ਕਰਦੇ ਨੇ, ਉਹ ਇੱਕ ਬੜਾ ਵਰਣਨ ਵੀ ਕਰਦੇ ਨੇ ਇੱਕ ਵਾਕਿਆ ਦਾ ਕਿ ਜਦ ਉਹ ਇਹ ਸਾਰੀ ਸਿਚੁਏਸ਼ਨ ਉੱਥੇ ਕ੍ਰੀਏਟ ਹੋਣ ਲੱਗੀ ਕੇਰਲਾ ਦੇ ਵਿੱਚ, ਹਾਲਾਤ ਖਰਾਬ ਹੋਣ ਲੱਗੇ, ਜਿਸ ਦੇ ਪਿੱਛੇ ਕਿ ਉਹ ਕਹਿੰਦੇ ਨੇ AICC ਦਾ ਜੋ ਸੀ ਉਸ ਦਾ ਹੱਥ ਸੀ, ਆਲ ਇੰਡੀਆ ਕਾਂਗਰਸ ਕਮੇਟੀ ਦਾ ਜਾਂ ਕਾਂਗਰਸ ਪਾਰਟੀ ਦਾ। ਉਹਨਾਂ ਨੇ ਜਾ ਕੇ ਮੁਲਾਕਾਤ ਜਵਾਹਰ ਲਾਲ ਨਹਿਰੂ ਨਾਲ ਕੀਤੀ ਅਤੇ ਉਹਨਾਂ ਨੂੰ ਜਾਣੂ ਕਰਵਾਇਆ ਕਿ ਤੁਸੀਂ ਸਾਡੇ ਸੂਬੇ ਦੇ ਵਿੱਚ ਇਹ ਹਾਲਾਤ ਪੈਦਾ ਹੋ ਰਹੇ ਨੇ ਤੇ ਵੀ ਤੁਸੀਂ ਸਾਡੀ ਮਦਦ ਕਰੋ, ਤੇ ਕਿਉਂਕਿ ਤੁਸੀਂ ਬੜੇ ਲਿਬਰਲ ਅਤੇ ਇੱਕ ਡੈਮੋਕ੍ਰੈਟਿਕ ਲੀਡਰ ਹੋ। ਜਵਾਹਰ ਲਾਲ ਨਹਿਰੂ ਨੇ VR ਕ੍ਰਿਸ਼ਨਾ ਅਈਅਰ ਨੂੰ ਇੰਦਰਾ ਗਾਂਧੀ ਨੂੰ ਮਿਲਣ ਨੂੰ ਕਿਹਾ। ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ
ਦੇਖੋ ਕ੍ਰਿਸ਼ਨਾ ਅਈਅਰ ਆਏ ਨੇ ਕੇਰਲਾ ਤੋਂ, ਇਹਨਾਂ ਦੀ ਸੁਣਵਾਈ ਕਰੋ। ਪਰ ਜਦੋਂ ਇੰਦਰਾ ਗਾਂਧੀ ਨੂੰ ਮਿਲਣ ਪਹੁੰਚਦੇ ਨੇ ਤਾਂ ਇੰਦਰਾ ਗਾਂਧੀ ਬੜਾ ਹੀ ਕੋਲਡਲੀ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਦੀ ਗੱਲਬਾਤ ਨੂੰ ਆਇਆ ਗਿਆ ਕਰ ਦਿੰਦੇ ਨੇ, ਸੁਣਿਆ ਨਹੀਂ ਜਾਂਦਾ ਜੀ। ਜੋ ਉਹ ਉੱਥੇ ਲੈ ਕੇ ਪਹੁੰਚਦੇ ਨੇ ਐਜ਼ ਅ ਮਿਨਿਸਟਰ ਆਫ ਦੈਟ ਕਮਿਊਨਿਸਟ ਗਵਰਨਮੈਂਟ। ਪਰ ਨਹਿਰੂ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਨੇ ਵੀ ਉਹਨਾਂ ਨੂੰ ਇੰਦਰਾ ਗਾਂਧੀ ਨੂੰ ਮਿਲਣ ਦੇ ਲਈ ਕਿਹਾ। ਜੀ, ਕੰਨੀ ਕਤਰਾਉਂਦੇ ਨਜ਼ਰ ਆਏ ਨਹਿਰੂ ਇੱਥੇ। ਜੀ, ਇਸ ਗੱਲ ਦਾ ਜ਼ਿਕਰ VR ਕ੍ਰਿਸ਼ਨਾ ਅਈਅਰ ਆਪਣੀ ਜੀਵਨੀ ਦੇ ਵਿੱਚ ਕਰਦੇ ਨੇ ਕਿ ਜੋ ਨਹਿਰੂ ਜੋ ਉਸ ਤੋਂ ਬਾਅਦ ਚਲੋ ਸਟੇਟ ਭੰਗ ਕਰ ਦਿੱਤੀ, ਉਹਨਾਂ ਨੇ ਸਰਕਾਰ ਭੰਗ ਕਰ ਦਿੱਤੀ। ਉਸ ਤੋਂ ਬਾਅਦ VR ਕ੍ਰਿਸ਼ਨਾ ਅਈਅਰ ਦੀ ਜਦ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਜਵਾਹਰ ਲਾਲ ਨਹਿਰੂ ਨਾਲ, ਤਾਂ ਉਹ ਬਾਕੌਲ VR ਕ੍ਰਿਸ਼ਨਾ ਅਈਅਰ ਕਿ ਉਹ ਉਹਨਾਂ ਦੇ ਵਿੱਚ ਨਹਿਰੂ ਦੇ ਵਿੱਚ ਉਹਨਾਂ ਨੂੰ ਬੜੇ ਇੱਕ ਮਜਬੂਰ ਸ਼ਖਸ ਦੀ ਇੱਕ ਛਵੀ ਦਿਖੀ ਕਿ ਉਹ ਬਾਡੀ ਲੈਂਗੁਏਜ ਨਾਲ ਜਾਂ ਆਪਣੀ ਲੈਂਗੁਏਜ ਨਾਲ ਇਹ ਕਹਿਣਾ ਚਾਹ ਰਹੇ ਸਨ ਕਿ ਇਹ ਮੇਰੀ ਇੱਥੇ ਚੱਲੀ ਨਹੀਂ, ਮੈਂ ਕੰਮ ਨਹੀਂ ਕਰਨਾ ਚਾਹੁੰਦਾ ਸੀ। ਪਰ ਉੱਥੇ ਜਵਾਹਰ ਲਾਲ ਨਹਿਰੂ ਦੀ ਚੱਲੀ ਨਹੀਂ ਤੇ ਉਹ ਪਹਿਲੀ ਵਾਰੀ ਦੇਖੋ ਵੀ ਉਸ ਇੱਕ ਚੁਣੀ ਹੋਈ ਸਰਕਾਰ ਨੂੰ ਕੇਂਦਰ ਸਰਕਾਰ ਨੇ ਗੜਬੜੀ ਕ੍ਰੀਏਟ ਕਰਵਾ ਕੇ ਸੂਬੇ ਦੇ ਵਿੱਚ ਭੰਗ ਕਰ ਦਿੱਤਾ। ਸੋ ਜੋ ਅੱਜ ਅਸੀਂ ਦੇਖਦੇ ਹਾਂ ਕਿ ਜੋ ਡੈਮੋਕ੍ਰੈਟਿਕ ਲਿਬਰਲ ਜਾਂ ਜੋ ਪਾਰਟੀ ਉਹ ਅੱਜ ਰਾਜ ਆਪਣੇ ਡੈਮੋਕ੍ਰੇਸੀ ਨੂੰ ਜਾਂ ਫੈਡਰਲ ਢਾਂਚੇ ਨੂੰ ਖਤਰਾ ਹੋਣ ਦੀ ਦੁਹਾਈ ਪਾਉਂਦੀ ਹੈ, ਉਹ ਜਦ ਖੁਦ ਪਾਵਰ ਦੇ ਵਿੱਚ ਸੀ ਤਾਂ ਉਹ ਕੀ ਕਰਦੀ ਰਹੀ ਤੇ ਉਹ ਕਿਸ ਤਰ੍ਹਾਂ ਦੇ ਪ੍ਰੈਸੀਡੈਂਟਸ, ਕਿਸ ਤਰ੍ਹਾਂ ਦੀਆਂ ਪਿਰਤਾਂ ਉਸਨੇ ਭਾਰਤ ਦੇ ਪੋਲਿਟਿਕਸ ਦੇ ਵਿੱਚ, ਪੋਲੀਟੀਕਲ ਸਿਸਟਮ ਦੇ ਵਿੱਚ ਪਾ ਦਿੱਤੀਆਂ। ਤੇ ਇਸ ਤੋਂ ਸਾਨੂੰ ਸੁਖਜੀਤ ਜੀ ਇਹ ਵੀ ਪਤਾ ਲੱਗਦਾ ਹੈ ਕਿ ਜੋ ਆਪੋਜੀਸ਼ਨ ਦੇ ਵਿੱਚ ਰਹਿੰਦਿਆਂ ਹੋਇਆਂ ਹਰ ਕੋਈ ਹੋ ਹੱਲਾ ਕਰਦਾ ਹੈ ਜੀ, ਪਰ ਜੋ ਪਾਵਰ ਹੈ ਜਦ ਵੈਨ ਯੂ ਆਰ ਇਨ ਦਾ ਪੋਜੀਸ਼ਨ ਆਫ ਪਾਵਰ ਇਟ ਟੈਸਟਸ ਯੋਰ ਕਰੈਕਟਰ। ਤੁਹਾਡੇ ਕਿਰਦਾਰ ਦੀ ਅਸਲ ਪਰਖ ਉਦੋਂ ਹੁੰਦੀ ਹੈ ਜਦੋਂ ਤੁਸੀਂ ਪਾਵਰ ਦੀ ਪੋਜੀਸ਼ਨ ਤੇ, ਕੁਰਸੀ ਤੇ, ਸੱਤਾ 'ਚ ਬੈਠੇ ਹੋ। ਬਿਲਕੁਲ ਉਸ ਵਕਤ ਤੁਸੀਂ ਪਾਵਰ ਨਾਲ ਕੀ ਕਰਦੇ ਹੋ। ਸੋ ਜਦ ਆਪੋਜੀਸ਼ਨ ਦੇ ਵਿੱਚ ਹੁੰਦੀਆਂ ਨੇ ਆਪੋਜੀਸ਼ਨ ਪਾਰਟੀਆਂ, ਉਦੋਂ ਇਹ ਕਹਿਣਾ ਵੀ ਸੰਘੀ ਢਾਂਚੇ ਤੇ ਹਮਲਾ ਕਰਤਾ ਜੀ ਸਰਕਾਰ ਨੇ, ਇਹ ਕਰਤਾ ਉਹ ਕਰ ਦਿੱਤਾ, ਅਨਡੈਮੋਕ੍ਰੈਟਿਕ ਸਟੈਪ ਲੈ ਲਿਆ। ਪਰ ਜਦ ਇਹੀ ਜੋ ਕੂਵਤਾਂ ਨੇ, ਇਹੀ ਪੋਲੀਟੀਕਲ ਪਾਰਟੀਆਂ ਨੇ ਜਦੋਂ ਖੁਦ ਸਿਆਸਤ ਦੇ ਵਿੱਚ ਸੱਤਾ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਸਾਰਾ ਕੁਝ ਭੁੱਲ ਕੇ ਉਸੇ ਤਰ੍ਹਾਂ ਦੀ ਜੋ ਕਾਰਵਾਈਆਂ ਖੁਦ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਜਿਨ੍ਹਾਂ ਨੂੰ ਉਹ ਪਹਿਲਾਂ ਆਪੋਜੀਸ਼ਨ ਦੇ ਵਿੱਚ ਅਨਡੈਮੋਕ੍ਰੈਟਿਕ ਤੇ ਸੰਘੀ ਢਾਂਚੇ ਦੇ ਹਮਲਾ ਗਰਦਾਨਦੇ ਨੇ। ਸੋ ਇਸ ਤਰ੍ਹਾਂ ਹੀ ਦੇਖਿਆ ਕਿ ਜੋ ਸਭ ਤੋਂ ਪਹਿਲਾਂ ਜੋ ਇਹ ਇੱਕ ਤਰ੍ਹਾਂ ਦਾ ਹਮਲਾ ਜਾਂ ਇਸ ਪ੍ਰੋਵੀਜ਼ਨ ਦੀ ਜੋ ਇਸਤੇਮਾਲ ਹੋਇਆ ਸਟੇਟ ਇੱਕ ਚੁਣੀ ਹੋਈ ਸਰਕਾਰ ਨੂੰ ਭੰਗ ਕਰਨ ਵਾਸਤੇ, ਉਹ ਕੇਰਲਾ ਦੇ ਵਿੱਚ ਹੋਇਆ ਤੇ ਕਾਂਗਰਸ ਪਾਰਟੀ ਜੋ ਕੇਂਦਰ ਦੇ ਉੱਤੇ ਕਾਬਜ਼ ਸੀ ਉਸ ਟਾਈਮ, ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਸੀ, ਉਹਨਾਂ ਨੇ ਇਸ ਦਾ ਇਸਤੇਮਾਲ ਕੀਤਾ। ਜੀ ਲਵਲੀਨ ਜੀ, ਟਾਈਮ ਹੋ ਚੁੱਕਿਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਆਜ਼ਾਦ ਭਾਰਤ ਵਿੱਚ ਸੰਘੀ ਢਾਂਚੇ ਦੀ ਬਣਤਰ ਬਾਰੇ ਤੇ ਮੇਰਾ ਸਾਥ ਦੇ ਰਹੇ ਨੇ ਬੈਰਿਸਟਰ ਲਵਲੀਨ ਸਿੰਘ ਗਿੱਲ ਜੋ ਕਿ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਵੀ ਹਨ। ਲਵਲੀਨ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਦਾ ਸਵਾਗਤ ਹੈ। ਥੈਂਕ ਯੂ ਸੁਖਜੀਤ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਚਰਚਾ ਕਰ ਰਹੇ ਸੀ ਜੋ ਕਾਂਗਰਸ ਗਵਰਨਮੈਂਟ ਨੇ 1959 ਦੇ ਵਿੱਚ EMS ਨਮੂਦਰੀ ਪਦ ਦੀ ਸਰਕਾਰ ਨੂੰ ਬਰਖਾਸਤ ਕੀਤਾ, ਐਮਰਜੈਂਸੀ ਪ੍ਰੋਵੀਜ਼ਨਸ ਨੂੰ ਯੂਜ਼ ਕਰਦੇ ਹੋਏ ਪ੍ਰੈਜ਼ੀਡੈਂਟਸ ਰੂਲ। ਸੋ ਇਸ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਸੁਖਜੀਤ ਜੀ, ਇਸ ਪ੍ਰੋਵੀਜ਼ਨ ਦੀ ਪ੍ਰੈਜ਼ੀਡੈਂਟ ਰੂਲ ਦੀ ਜੋ ਪ੍ਰੋਵੀਜ਼ਨ ਹੈ ਆਰਟੀਕਲ 356 ਦੀ, ਇਸ ਦੀ ਵਰਤੋਂ ਇੱਥੇ ਨਹੀਂ ਰੁਕੀ। ਇੱਥੋਂ ਅੱਗੇ ਚੱਲ ਕੇ ਇਸ ਦੀ ਵਰਤੋਂ ਜਾਂ ਕਹੋ ਦੁਰਵਰਤੋਂ ਹੋਰ ਵੀ ਵਧਣ ਲੱਗੀ। ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਬੜਾ ਜ਼ਰੂਰੀ ਨੁਕਤਾ ਜੋ ਭਾਰਤ ਦੇ ਫੈਡਰਲ ਸਿਸਟਮ ਦੇ ਨਾਲ ਰਿਲੇਟਡ ਹੈ ਉਸ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਜੋ ਭਾਰਤ ਦਾ ਸੈਂਟਰਲ ਲੈਜਿਸਲੇਚਰ ਹੈ, ਜੋ ਪਾਰਲੀਮੈਂਟ ਹੈ, ਉਹ ਬਾਈ ਕੈਮਰਲ ਹੈ ਸੁਖਜੀਤ ਜੀ, ਦੋ ਹਾਊਸ ਨੇ ਉੱਥੇ ਜੀ। ਇੱਕ ਤਾਂ ਹੈ ਲੋਕ ਸਭਾ, ਦੂਸਰੀ ਹੈ ਰਾਜ ਸਭਾ ਜੀ। ਲੋਕ ਸਭਾ ਜਿਸ ਨੂੰ ਤਾਂ ਆਪ ਲੋਅਰ ਹਾਊਸ ਕਹਿੰਦੇ ਆ ਤੇ ਰਾਜ ਸਭਾ ਨੂੰ ਅਪਰ ਹਾਊਸ ਕਹਿੰਦੇ ਆ। ਰਾਜ ਸਭਾ ਜਿਸ ਤਰ੍ਹਾਂ ਤੁਸੀਂ ਦੇਖੋ ਉਸਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਰਾਜ ਸਭਾ ਜੀ, ਉਸਦੇ ਨਾਮ ਵਿੱਚ ਰਾਜ ਆਉਂਦਾ ਹੈ ਯਾਨੀ ਕਿ ਸਟੇਟ। ਉਸ ਨੂੰ ਚੈਂਬਰ ਆਫ ਸਟੇਟਸ ਵੀ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ਸੁਖਜੀਤ ਜੀ, ਇੱਕ ਤਾਂ ਦੇਖੋ ਵੀ ਰਾਜ ਸਭਾ ਦਾ ਇੱਕ ਜੋ ਬੜਾ ਜ਼ਰੂਰੀ ਫੰਕਸ਼ਨ ਹੈ ਉਹ ਇੱਕ ਲੋਕ ਸਭਾ ਦੇ ਉੱਤੇ ਚੈੱਕ ਰੱਖਣਾ ਤਾਂ ਹੈ ਹੀ ਵੀ ਉਹ ਕੋਈ ਕਾਹਲੀ ਦੇ ਨਾਲ ਕੋਈ ਲਾਅ ਪਾਸ ਨਾ ਕਰਨ ਵਿਦਆਊਟ ਡਿਊ ਡੈਲੀਬਰੇਸ਼ਨਸ। ਇੱਕ ਹੋਰ ਜੋ ਬੜਾ ਜ਼ਰੂਰੀ ਕੰਮ ਰਾਜ ਸਭਾ ਦਾ ਹੈ ਉਹ ਹੈ ਸੂਬਿਆਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ ਜੀ, ਕਿਉਂਕਿ ਜੋ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਜੋ ਸਟੇਟ ਅਸੈਂਬਲੀਆਂ ਨੇ, ਸਟੇਟ ਲੈਜਿਸਲੇਟਿਵ ਅਸੈਂਬਲੀਆਂ ਨੇ, ਉਹ ਰਾਜ ਸਭਾ ਦੇ ਮੈਂਬਰਾਂ ਨੂੰ ਚੁਣ ਕੇ ਉੱਥੇ ਭੇਜਦੀਆਂ ਨੇ।
ਸੋ ਰਾਜ ਸਭਾ, ਲੋਕ ਸਭਾ, ਰਾਜ ਸਭਾ ਦਾ ਇੱਕ ਬੜਾ ਜ਼ਰੂਰੀ ਕੰਮ ਇਹ ਹੈ ਕਿ ਉਹ ਸੂਬਿਆਂ ਦੇ ਅਧਿਕਾਰਾਂ ਨੂੰ ਤੇ ਫੈਡਰਲ ਢਾਂਚੇ ਨੂੰ ਬਰਕਰਾਰ ਰੱਖੇ ਤੇ ਕੇਂਦਰ ਦੇ ਵਿੱਚ ਉਸ ਸਟਰਕਚਰ ਦੇ ਉੱਤੇ, ਉਸ ਫੈਡਰਲ ਸਿਸਟਮ ਦੇ ਉੱਤੇ, ਸੰਘੀ ਢਾਂਚੇ ਦੇ ਉੱਤੇ ਕੋਈ ਆਂਚ ਨਾ ਆਉਣ ਦੇਵੇ। ਸੋ ਇਸ ਗੱਲ ਤੋਂ ਅੱਗੇ ਚੱਲਦਿਆਂ ਹੁਣ ਜਦ ਮੈਂ 356 ਤੇ ਫੇਰ ਆਉਣਾ, ਕਿਉਂਕਿ ਇਸ ਦੀ ਆਪਾਂ ਨੂੰ ਲੋੜ ਪੈਣੀ ਹੈ ਅੱਗੇ ਸਮਝਣ ਵਾਸਤੇ। 1977 ਦੇ ਵਿੱਚ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਸੁਖਜੀਤ ਜੀ, ਐਮਰਜੈਂਸੀ ਤੋਂ ਬਾਅਦ ਜੋ ਜੈ ਪ੍ਰਕਾਸ਼ ਨਾਰਾਇਣਨ ਨੇ ਜੋ ਜੇਪੀ ਮੂਵਮੈਂਟ ਜੋ ਚੱਲੀ, ਉਸ ਦੇ ਤਹਿਤ ਇੰਦਰਾ ਗਾਂਧੀ ਨੂੰ ਤੇ ਕਾਂਗਰਸ ਪਾਰਟੀ ਨੂੰ ਭਾਰੀ ਪੋਲੀਟੀਕਲ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤੇ ਜੇਪੀ ਨੇ ਉਹਨਾਂ ਨੂੰ ਬੜੇ ਹੀ ਤਕੜੇ ਤਰੀਕੇ ਨਾਲ ਚੈਲੰਜ ਕੀਤਾ ਤੇ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ। ਉਸ ਤੋਂ ਬਾਅਦ 1977 ਦੇ ਵਿੱਚ ਜਨਤਾ ਪਾਰਟੀ ਦੀ ਗਵਰਨਮੈਂਟ ਬਣਦੀ ਹੈ। ਇੱਥੇ ਜਨਤਾ ਪਾਰਟੀ ਦੀ ਗਵਰਨਮੈਂਟ ਜਦ ਬਣਦੀ ਹੈ, ਹਾਲਾਂਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਕ੍ਰਿਟਿਸਾਈਜ਼ ਕੀਤਾ ਸੀ ਕਿ ਉਹ ਉਸ ਦੇ ਵਿੱਚ ਡਿਕਟੇਟੋਰੀਅਲ ਟੈਂਡੈਂਸੀਜ਼ ਹੈਗੀਆਂ ਨੇ, ਉਹ ਸੰਵਿਧਾਨਕ ਤਰੀਕੇ ਨਾਲ ਨਹੀਂ ਕੰਮ ਕਰਦੇ, ਉਹ ਜੋ ਗਾਂਧੀ ਅਤੇ ਨਹਿਰੂ ਦੇ ਜੋ ਆਦਰਸ਼ ਨੇ ਉਹਨਾਂ ਨੂੰ ਛੱਡ ਚੁੱਕੇ ਹਨ। ਪਰ ਤੁਸੀਂ ਦੇਖੋ ਜੀ, ਉਹ ਜਨਤਾ ਪਾਰਟੀ ਜੋ ਇੰਦਰਾ ਗਾਂਧੀ ਦਾ ਕ੍ਰਿਟਿਸਿਜ਼ਮ ਕਰਕੇ ਸਰਕਾਰ ਦੇ ਵਿੱਚ ਆਈ ਸੀ, ਉਸ ਨੇ ਸਰਕਾਰ ਦੇ ਵਿੱਚ ਆਉਂਦਿਆਂ ਹੀ 9 ਜੋ ਕਾਂਗਰਸ ਦੀਆਂ ਸਟੇਟ ਗਵਰਨਮੈਂਟ ਸਨ, 9 ਰਾਜਾਂ ਦੇ ਵਿੱਚ ਕਾਂਗਰਸ ਦੀਆਂ ਜੋ ਸਟੇਟ ਗਵਰਨਮੈਂਟ ਸਨ, ਉਹਨਾਂ ਨੂੰ ਆਉਂਦਿਆਂ ਸਾਰੀ ਬਰਖਾਸਤ ਕਰ ਦਿੱਤਾ। ਬਰਖਾਸਤ ਕੀਤਾ ਕਿਉਂ? ਬਰਖਾਸਤ ਕਰਨ ਦਾ ਬਹਾਨਾ ਦੇਖੋ ਇਹ ਲਾਇਆ, ਜੋ ਕਿ ਕਿਸੇ ਵੀ ਸੰਵਿਧਾਨਕ ਮਾਪਦੰਡ ਤੇ ਵੀ ਪੂਰਾ ਨਹੀਂ ਬੈਠਦਾ, ਕਿ ਇਹ ਜੋ ਸਰਕਾਰਾਂ ਨੇ, ਜੋ ਕਾਂਗਰਸ ਸਰਕਾਰਾਂ ਨੇ, ਉਹ ਆਪਣਾ ਮੈਂਡੇਟ ਖੋ ਚੁੱਕੀਆਂ ਨੇ ਕਿ ਜਿਹੜੀਆਂ ਉਹ ਸਟੇਟਾਂ ਨੇ ਉਹਨਾਂ ਦੇ ਵਿੱਚ ਜੋ ਐਮਪੀ ਦੀ ਇਲੈਕਸ਼ਨ ਜੋ ਹੋਈ, ਜੋ ਪਾਰਲੀਮੈਂਟ ਦੀ ਇਲੈਕਸ਼ਨ ਹੋਈ, ਉਸ ਦੇ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਚੁੱਕੀ ਤੇ ਇਸ ਲਈ ਜੋ ਲੋਕਾਂ ਦਾ ਭਰੋਸਾ ਹੈ ਉਹ ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ, ਕਾਂਗਰਸ ਦੇ ਵਿੱਚ ਨਹੀਂ ਰਿਹਾ। ਇਸ ਲਈ ਅਸੀਂ ਇਹਨਾਂ ਸਰਕਾਰਾਂ ਨੂੰ ਬਰਖਾਸਤ ਕਰਦੇ ਹਾਂ। ਪਰ ਇਹ ਕੋਈ ਰੀਜ਼ਨ ਤਾਂ ਨਹੀਂ, ਵੈਲਿਡ ਰੀਜ਼ਨ ਤਾਂ ਨਹੀਂ ਬਰਖਾਸਤ ਕਰਨ ਦਾ? ਜੀ ਬਿਲਕੁਲ ਨਹੀਂ। ਜੇ ਤੁਸੀਂ ਉਸ ਤੇ ਅਸੀਂ ਉਸ ਨੂੰ ਪੜ੍ਹਿਆ ਜਦ ਲਾਅ ਨੂੰ, ਆਰਟੀਕਲ 356 ਨੂੰ, ਉਸ ਦੇ ਵਿੱਚ ਲਿਖਿਆ ਕਿ ਜਦ ਕਨਸਟੀਟਿਊਸ਼ਨਲ ਮਸ਼ੀਨਰੀ ਦਾ ਬ੍ਰੇਕਡਾਊਨ ਹੋ ਜਾਵੇ ਤੇ ਸੂਬੇ ਨੂੰ ਨਾ ਚਲਾਇਆ ਜਾ ਸਕੇ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਦੇ ਅਕੋਰਡਿੰਗ, ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਬੜਾ ਡੇਂਜਰਸ ਪ੍ਰੈਸੀਡੈਂਟ ਸੈੱਟ ਕੀਤਾ ਤੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ 9 ਕਾਂਗਰਸ ਦੀਆਂ ਸਰਕਾਰਾਂ ਨੂੰ ਬਰਖਾਸਤ ਕੀਤਾ, ਜਿਸ ਦਾ ਕਿ ਬਦਲਾ ਜੋ ਸੂਦ ਸਮੇਤ ਇੰਦਰਾ ਗਾਂਧੀ ਨੇ 1980 ਦੇ ਵਿੱਚ ਆ ਕੇ ਉਹਨਾਂ ਨੂੰ ਮੋੜਿਆ। ਇੰਦਰਾ ਗਾਂਧੀ ਨੇ ਉਸੇ ਹੀ ਤਰੀਕੇ ਨਾਲ ਜਦ ਉਹ ਤਾਕਤ ਦੇ ਵਿੱਚ ਦੁਬਾਰਾ ਆਏ 1980 ਦੇ ਵਿੱਚ, ਜੋ 9 ਸੂਬਿਆਂ ਦੇ ਵਿੱਚ ਜਨਤਾ ਪਾਰਟੀ ਦੀਆਂ ਸਰਕਾਰਾਂ ਸਨ, ਉਹਨਾਂ ਨੂੰ ਬਰਖਾਸਤ ਕਰਤਾ, ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬ ਜੋ ਪ੍ਰਕਾਸ਼ ਸਿੰਘ ਬਾਦਲ ਦੀ ਜੋ ਪੰਜਾਬ ਗਵਰਨਮੈਂਟ ਵੀ ਸੀਗੀ ਜੀ। ਇਸ ਦੇ ਪਿੱਛੇ ਸੁਖਜੀਤ ਜੀ, ਇਹ ਸਭ ਕਾਰਵਾਈ ਦੇ ਪਿੱਛੇ ਜੋ ਇੱਕ ਬੜਾ ਵੱਡਾ ਕਾਰਨ ਸੀ, ਉਹ ਸੀ ਰਾਜ ਸਭਾ ਦੇ ਉੱਤੇ ਕਬਜ਼ਾ ਕਰਨਾ, ਕਿਉਂਕਿ ਜੋ ਸਟੇਟ ਅਸੈਂਬਲੀਆਂ ਨੇ ਉਹ ਰਾਜ ਸਭਾ ਮੈਂਬਰ ਚੁਣ ਕੇ ਕੇਂਦਰ ਦੇ ਵਿੱਚ ਭੇਜਦੀਆਂ ਨੇ ਰਾਜ ਸਭਾ ਤੇ, ਅਤੇ ਜਦ ਤੱਕ ਰਾਜ ਸਭਾ 'ਚ ਕਿਸੇ ਪਾਰਟੀ ਦੀ ਮੈਜੋਰਟੀ ਨਹੀਂ ਹੈਗੀ, ਉਹ ਉਸ ਤਰ੍ਹਾਂ ਆਪਣੇ ਏਜੰਡੇ ਨੂੰ ਲਾਗੂ ਨਹੀਂ ਕਰ ਸਕਦੀ, ਉਸ ਤਰ੍ਹਾਂ ਆਪਣੇ ਕਾਨੂੰਨ ਨਹੀਂ ਲਿਆ ਸਕਦੀ, ਪਾਸ ਨਹੀਂ ਕਰਵਾ ਸਕਦੀ, ਜਿਸ ਤਰ੍ਹਾਂ ਕਿ ਉਸ ਦਾ ਏਜੰਡਾ ਹੁੰਦਾ ਹੈ, ਜਿਸ ਤਰ੍ਹਾਂ ਕਿ ਉਹ ਚਾਹੁੰਦੇ ਨੇ, ਕਿਉਂਕਿ ਰਾਜ ਸਭਾ ਤੇ ਦੂਸਰੀਆਂ ਪਾਰਟੀਆਂ ਦਾ ਕੰਟਰੋਲ ਹੁੰਦਾ ਹੈ। ਲੋਕ ਸਭਾ ਦੇ ਤਾਂ ਉਹ ਆ ਜਾਂਦੇ ਨੇ ਜੀ, ਪਰ ਰਾਜ ਸਭਾ 'ਚ ਹਜੇ ਵੀ ਵਿਰੋਧੀ ਪਾਰਟੀਆਂ ਬੈਠੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਕਿ ਦੇਖਿਆ 2016-17 ਤੱਕ ਭਾਜਪਾ ਦੀ ਮੈਜੋਰਟੀ ਨਹੀਂ ਆਈ ਰਾਜ ਸਭਾ ਦੇ ਵਿੱਚ, ਹਜੇ ਵੀ ਮੈਜੋਰਟੀ ਨਹੀਂ ਆਈ ਰਾਜ ਸਭਾ ਦੇ ਵਿੱਚ ਭਾਜਪਾ ਦੇ ਵਿੱਚ ਜੋ ਰਾਜ ਸਭਾ ਦੇ ਵਿੱਚ ਆਪਣਾ ਕਾਨੂੰਨ ਪਾਸ ਕਰਵਾਉਣ ਦੇ ਵਾਸਤੇ ਉਹਨਾਂ ਨੂੰ ਬੜੀ ਮਸ਼ੱਕਤ ਕਰਨੀ ਪੈਂਦੀ ਹੈ ਜੀ। ਸੋ ਇਸੇ ਤਰ੍ਹਾਂ ਜਨਤਾ ਪਾਰਟੀ ਨੇ ਤੇ ਇੰਦਰਾ ਗਾਂਧੀ ਨੇ, ਜਦ 77 ਦੇ ਵਿੱਚ ਜਨਤਾ ਪਾਰਟੀ ਨੇ ਤੇ 80 ਦੇ ਵਿੱਚ ਆ ਕੇ ਇੰਦਰਾ ਗਾਂਧੀ ਨੇ 9 ਜੋ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਡਾਇਰੈਕਟ ਡਿਸਮਿਸ ਕਰ ਦਿੱਤਾ, ਜਿਸ ਦਾ ਕੋਈ ਸੰਵਿਧਾਨਕ, ਜਿਸ ਦਾ ਕੋਈ ਕਾਰਨ ਨਹੀਂ ਸੀ, ਵਿਦਆਊਟ ਐਨੀ ਵੈਲਿਡ ਰੀਜ਼ਨ, ਜਿਸ ਦਾ ਕਾਰਨ ਸਿਰਫ ਔਰ ਸਿਰਫ ਪੋਲੀਟੀਕਲ ਸੀ, ਜੋ ਕਿ ਸੀ ਰਾਜ ਸਭਾ ਦੇ ਉੱਤੇ ਕਬਜ਼ਾ ਕਰਨਾ, ਰਾਜ ਸਭਾ ਦੇ ਵਿੱਚ ਆਪਣੇ ਵੱਧੋ ਵੱਧ ਮੈਂਬਰ ਭੇਜਣੇ ਜੀ। ਇਸ ਤਰ੍ਹਾਂ ਹੀ ਦੇਖਦੇ ਹਾਂ ਕਿ ਜੋ ਐਮਰਜੈਂਸੀ ਪ੍ਰੋਵੀਜ਼ਨ ਸੀਗੀ, ਉਸ ਦਾ ਕਿਸ ਤਰ੍ਹਾਂ ਇੱਕ ਬਲੇਟੈਂਟਲੀ ਮਿਸਯੂਜ਼ ਸ਼ੁਰੂ ਹੋ ਗਿਆ ਜੀ ਭਾਰਤ ਦੀ ਰਾਜਨੀਤੀ ਵਿੱਚ। ਕੇਂਦਰ ਸਰਕਾਰ ਜੋ ਆਪਣੇ ਪੋਲੀਟੀਕਲ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਇਸ ਪ੍ਰੋਵੀਜ਼ਨ ਦਾ ਇਸਤੇਮਾਲ ਕਰਨ ਲੱਗੀ ਜੀ। ਲਵਲੀਨ ਜੀ, ਸਟੇਟ ਐਮਰਜੈਂਸੀ ਇੰਪੋਜ਼ ਕਰਨ ਦੇ ਵਿੱਚ ਗਵਰਨਰ ਅਤੇ ਰਾਸ਼ਟਰਪਤੀ ਦੀ ਭੂਮਿਕਾ ਬੜੀ ਅਹਿਮ ਆ। ਤੁਸੀਂ ਸਾਨੂੰ ਗਵਰਨਰ ਵੱਲੋਂ ਰਾਜਾਂ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਵਿਸਥਾਰ 'ਚ ਦੱਸੋ। ਸੁਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਜੋ ਗਵਰਨਰ ਦੀ ਜੋ ਸਿਫਾਰਿਸ਼ ਹੈ, ਗਵਰਨਰ ਦੀ ਜੋ ਰਿਪੋਰਟ ਹੈ, ਉਸ ਦੇ ਮੱਦੇ ਨਜ਼ਰ ਹੀ ਇਹ ਜੋ
ਐਮਰਜੈਂਸੀ ਪ੍ਰੋਵੀਜ਼ਨ ਹੈ ਜਾਂ ਪ੍ਰੈਜ਼ੀਡੈਂਟ ਰੂਲ ਹੈ, ਇਹ ਸੂਬੇ ਦੇ ਵਿੱਚ ਲਾਇਆ ਜਾਂਦਾ ਹੈ। ਜਦ ਗਵਰਨਰ ਕਿਸੇ ਸੂਬੇ ਦਾ ਇਹ ਰਿਪੋਰਟ ਦੇ ਦੇਵੇ ਕਿ ਕੌਂਸਟੀਟਿਊਸ਼ਨਲ ਮਸ਼ੀਨਰੀ ਹੈ ਉਹ ਬ੍ਰੇਕਡਾਊਨ ਹੋ ਚੁੱਕੀ ਹੈ ਜਾਂ ਭਾਰਤ ਦੇ ਜੋ ਸੰਵਿਧਾਨ ਦੇ ਤਹਿਤ ਸੂਬੇ ਦੀ ਸਰਕਾਰ ਨਹੀਂ ਚਲਾਈ ਜਾ ਸਕਦੀ ਐਡਮਿਨਿਸਟ੍ਰੇਸ਼ਨ, ਉਦੋਂ ਫਿਰ ਕੇਂਦਰ ਸਰਕਾਰ ਇਸ ਨੂੰ ਭੰਗ ਕਰ ਦਿੰਦੀ ਹੈ। ਭੰਗ ਕਰਨ ਦੀ ਤਾਕਤ ਉਹ ਰੱਖਦੀ ਹੈ ਸੂਬਾ ਸਰਕਾਰਾਂ ਨੂੰ। ਸੋ ਇੱਥੇ ਜੋ ਗਵਰਨਰ ਦਾ ਰੋਲ ਹੈ ਉਹ ਬੜਾ ਅਹਿਮ ਹੋ ਜਾਂਦਾ ਹੈ। ਗਵਰਨਰ ਦਾ ਰੋਲ ਇਸ ਕਰਕੇ ਵੀ ਅਹਿਮ ਹੈ, ਇੱਕ ਤਾਂ ਉਹ ਬੜਾ ਸੰਵਿਧਾਨਕ ਪਦ ਹੈ, ਬੜੀ ਸੰਵਿਧਾਨਕ ਪੋਸਟ ਹੈ, ਬੜੀ ਰਿਸਪੈਕਟਡ ਪੋਸਟ ਹੈ, ਜਿਸ ਨੂੰ ਕਿ ਜੇ ਆਪਾਂ ਦੇਖੀਏ ਆਈਡਲੀ ਦੇਖੀਏ ਕਿ ਉਸ ਨੂੰ ਨਾਨ ਪਾਰਟੀਸ਼ਨ ਹੋਣਾ ਚਾਹੀਦਾ ਹੈ, ਉਸ ਨੂੰ ਪਾਰਟੀਬਾਜ਼ੀ ਤੋਂ ਉੱਪਰ ਹੋਣਾ ਚਾਹੀਦਾ ਹੈ ਜੀ ਬਿਲਕੁਲ, ਜੋ ਗਵਰਨਰ ਹੈ ਸੂਬੇ ਦਾ, ਕਿਉਂਕਿ ਉਹ ਜਿਸ ਤਰ੍ਹਾਂ ਇੰਡੀਆ ਦਾ ਰਾਸ਼ਟਰਪਤੀ ਹੈ ਉਹ ਸਾਰੇ ਭਾਰਤ ਦਾ ਫਸਟ ਸਿਟੀਜ਼ਨ ਹੈ ਤੇ ਉਹ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ, ਉਸੇ ਤਰ੍ਹਾਂ ਜੋ ਸੂਬੇ ਦਾ ਜੋ ਸੰਵਿਧਾਨਕ ਹੈੱਡ ਹੈ ਉਹ ਗਵਰਨਰ ਹੈ। ਉਹ ਸੀਐਮ ਨਹੀਂ, ਉਹ ਪਾਰਟੀ ਦਾ ਕਿਸੇ ਦਾ ਸੀਐਮ ਨਹੀਂ, ਉਹ ਕਿਸੇ ਪੋਲੀਟੀਕਲ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਨਹੀਂ ਆਇਆ ਹੈਗਾ, ਉਹ ਅਪੁਆਇੰਟਡ ਹੈ। ਉਸ ਨੂੰ ਇਸੇ ਲਈ ਇਸ ਸਾਰੀ ਜੋ ਖਿੱਚੋਤਾਣ ਹੈ, ਜੋ ਵੋਟਾਂ ਦੀ ਸਿਆਸਤ ਹੈ, ਇਸ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਕਿ ਉਹ ਸੂਬੇ ਨੂੰ ਰਿਪਰੈਜ਼ੈਂਟ ਕਰੇ ਤੇ ਉਹ ਸੂਬੇ ਦੇ ਇੰਟਰਸਟ ਬਾਰੇ ਸੋਚੇ ਤੇ ਪਾਰਟੀਬਾਜ਼ੀ ਤੋਂ ਉੱਪਰ ਹੋਵੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਜੋ ਸੰਵਿਧਾਨਕ ਜੋ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਵੇ। ਇੱਥੇ ਇੱਕ ਹੋਰ ਜੋ ਬੜੀ ਮਿਸਕਨਸੈਪਸ਼ਨ ਹੈ ਜੋ ਅੱਜ ਕੱਲ੍ਹ ਜੋ ਬਣ ਗਈ ਹੈ ਕਿ ਜੋ ਗਵਰਨਰ ਨੂੰ ਸੈਂਟਰ ਸਰਕਾਰ ਦੇ ਏਜੰਟ ਵਜੋਂ ਦੇਖਿਆ ਜਾਣ ਲੱਗਿਆ ਹੈ। ਸੋ ਇਹ ਸੁਖਜੀਤ ਜੀ ਇਹ ਗੱਲ ਬਿਲਕੁਲ ਨਹੀਂ ਹੈ। ਜੋ ਗਵਰਨਰ ਹੈ ਉਹ ਕਿਸੇ ਸਰਕਾਰ ਦਾ, ਕਿਸੇ ਕੇਂਦਰ ਸਰਕਾਰ ਦਾ ਕੋਈ ਏਜੰਟ ਨਹੀਂ ਹੈ ਸੂਬੇ ਦੇ ਵਿੱਚ। ਉਹ ਗੱਲਾਂ ਪੁਰਾਣੀਆਂ ਹੋ ਗਈਆਂ, ਉਹ ਅੰਗਰੇਜ਼ ਸ਼ਾਸਨ ਦੇ ਟਾਈਮ ਦੀਆਂ ਗੱਲਾਂ ਸਨ, ਜੋ ਈਸਟ ਇੰਡੀਆ ਦੇ ਟਾਈਪ ਦੀਆਂ ਗੱਲਾਂ ਕਿ ਜੋ ਬ੍ਰਿਟਿਸ਼ ਰੈਜ਼ੀਡੈਂਟ ਛੱਡਿਆ ਜਾਂਦਾ ਸੀ ਪਹਿਲਾਂ ਰਾਜਿਆਂ ਦੇ ਦਰਬਾਰ ਦੇ ਵਿੱਚ, ਉਹ ਉੱਥੇ ਬੈਠ ਕੇ ਆਪਣੀ ਸਿਆਸਤ ਚਲਾਉਂਦਾ ਸੀ, ਉਹ ਉੱਥੇ ਬਹਿ ਕੇ ਆਪਣੇ ਬ੍ਰਿਟਿਸ਼ ਇੰਟਰਸਟ ਨੂੰ ਦੇਖਦਾ ਸੀ ਤੇ ਸੂਬੇ ਦੇ ਵਿੱਚ ਕੁਝ ਉਹਨਾਂ ਸਟੇਟਾਂ ਦੇ ਵਿੱਚ ਕੁਝ ਆਪਣੇ ਗੜਬੜੀ ਵੀ ਕ੍ਰੀਏਟ ਕਰਦਾ ਸੀ। ਉਸ ਤੋਂ ਬਾਅਦ ਜੋ ਵਾਇਸਰਾਏ ਜਾਂ ਗਵਰਨਰ ਜੋ ਉਹ ਲਾਉਂਦੇ ਸਨ, ਉਹ ਇੱਕ ਤਰ੍ਹਾਂ ਜੋ ਕੇਂਦਰ ਸਰਕਾਰ ਹੈ ਜਾਂ ਬ੍ਰਿਟਿਸ਼ ਕਰਾਊਨ ਹੈ ਉਸ ਦੇ ਰਿਪਰੈਜ਼ੈਂਟੇਟਿਵ ਹੋ ਕੇ ਉੱਥੇ ਚੱਲਦੇ ਸਨ। ਪਰ ਜੋ ਗਵਰਨਰ ਦੀ ਇੱਕ ਪਦਵੀ ਹੈ ਇਹ ਉਹਨਾਂ ਤੋਂ ਬਹੁਤ ਡਿਫਰੈਂਟ ਹੈ, ਕਿਉਂਕਿ ਇੱਕ ਕੌਂਸਟੀਟਿਊਸ਼ਨਲ ਪੋਸਟ ਹੈ ਤੇ ਇਸ ਨੇ ਨੈਸ਼ਨਲ ਇੰਟਰਸਟ ਹੈ ਜੋ ਉਸ ਨੂੰ ਉੱਪਰ ਰੱਖ ਕੇ, ਜੋ ਦੇਸ਼ ਦਾ ਜਾਂ ਸੂਬੇ ਦਾ ਹਿੱਤ ਹੈ ਉਸ ਨੂੰ ਉੱਪਰ ਰੱਖ ਕੇ ਕੰਮ ਕਰਨਾ ਹੈ। ਜੋ ਗਵਰਨਰ ਦਾ ਆਫਿਸ ਹੈ ਉਸਨੇ ਕਿਸੇ ਪਾਰਟੀ ਵਾਸਤੇ ਜਾਂ ਕਿਸੇ ਸੂਬੇ ਦੀ ਸਰਕਾਰ ਵਾਸਤੇ ਜਾਂ ਕੇਂਦਰ ਦੀ ਸਰਕਾਰ ਵਾਸਤੇ ਕੰਮ ਨਹੀਂ ਕਰਨਾ, ਉਸ ਦੀ ਆਪਣੀ ਇੰਡੀਪੈਂਡੈਂਟ ਹਸਤੀ ਹੈ ਜੀ। ਪਰ ਅਸੀਂ ਹਾਲ ਹੀ ਦੇ ਵਿੱਚ ਜੋ ਹੋ ਰਿਹਾ ਹੈ ਸੁਖਜੀਤ ਜੀ, ਹਾਲ ਹੀ ਦੇ ਵਿੱਚ ਨਹੀਂ ਕਹਾਂ ਮੈਂ, ਕਾਫੀ ਸਾਲਾਂ ਤੋਂ, ਕਾਫੀ ਡੈਕੇਡਸ ਤੋਂ ਹੀ ਲਾ ਲਓ ਕਿ ਜੋ ਇਹ ਬੜਾ ਇੱਕ ਪੋਲੀਟੀਕਲ ਆਫਿਸ ਬਣ ਗਿਆ ਹੈ ਗਵਰਨਰ ਦਾ ਜੋ ਆਫਿਸ ਹੈ, ਜਿਸ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜੋ ਐਕਟਿਵ ਪੋਲਿਟਿਕਸ ਤੋਂ ਜੋ ਰਿਟਾਇਰਡ ਬੰਦੇ ਹੁੰਦੇ ਨੇ, ਜੋ ਪੋਲਿਟਿਕਸ ਤੋਂ ਜੋ ਪੋਲੀਟੀਕਲ ਪਾਰਟੀ ਜੋ ਕੇਂਦਰ ਦੇ ਵਿੱਚ ਤਾਕਤ ਦੇ ਵਿੱਚ ਹੁੰਦੀ ਹੈ, ਉਸ ਤੇ ਜਿਸ ਨੂੰ ਉਹਨਾਂ ਨੇ ਜਾਂ ਕਹਿ ਲਓ ਕਿ ਜਬਰੀ ਰਿਟਾਇਰ ਕਰਨਾ ਹੁੰਦਾ ਹੈ ਜਾਂ ਜਿਸ ਨੂੰ ਐਕਟਿਵ ਪੋਲਿਟਿਕਸ ਤੋਂ ਬਾਹਰ ਕਰਨਾ ਹੁੰਦਾ ਹੈ, ਉਸ ਲੀਡਰ ਨੂੰ ਜਾਂ ਉਸ ਸ਼ਖਸ ਨੂੰ ਗਵਰਨਰ ਦਾ ਅਹੁਦਾ ਦੇ ਕੇ ਸੂਬੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹ ਗਵਰਨਰ ਹਾਊਸ ਦੇ ਵਿੱਚ ਉਹ ਰਹਿੰਦੇ ਹੈ। ਤੇ ਉੱਥੇ ਅਸੀਂ ਦੇਖਿਆ ਹੈ ਕਿ ਜੋ ਗਵਰਨਰਸ ਨੇ ਉਹ ਬੜਾ ਹੀ ਇੱਕ ਪੋਲੀਟੀਕਲ ਰੋਲ ਵੀ ਅਦਾ ਕਰਨ ਦੇ ਉਹਨਾਂ ਉੱਤੇ ਐਲੀਗੇਸ਼ਨਸ ਲੱਗਣ ਲੱਗੇ ਹਨ ਕਿ ਉਹ ਕੇਂਦਰ ਸਰਕਾਰ ਦੇ ਜੋ ਇੱਕ ਤਰ੍ਹਾਂ ਦੇ ਪੋਲੀਟੀਕਲ ਏਜੰਟ ਜਾਂ ਕਿਸੇ ਪਾਰਟੀ ਵਿਸ਼ੇਸ਼ ਦੇ ਪੋਲੀਟੀਕਲ ਏਜੰਟ ਬਣ ਕੇ ਕੰਮ ਕਰਨ ਲੱਗੇ ਹਨ, ਜੋ ਕਿ ਇੱਕ ਬੜਾ ਹੀ ਮੰਦਭਾਗਾ ਜੋ ਚੱਲਣ ਇਹ ਚੱਲ ਪਿਆ ਹੈ। ਇਸੇ ਵਾਸਤੇ ਇਹ ਰეკਮੈਂਡੇਸ਼ਨ ਵੀ ਸੀ, ਇਹ ਪੋਲੀਟੀਕਲ ਜੋ ਸਰਕਲਸ ਦੇ ਵਿੱਚ ਇਹ ਗੱਲਾਂ ਵੀ ਚੱਲਦੀਆਂ ਸਨ ਕਿ ਜੋ ਗਵਰਨਰ ਦੇ ਅਹੁਦੇ ਤੇ ਸਿਰਫ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਜੋ ਬੰਦੇ ਆਉਂਦੇ ਨੇ ਉਹਨਾਂ ਨੂੰ ਬਿਠਾਇਆ ਜਾਵੇ ਜੀ। ਪਰ ਜੇ ਤੁਸੀਂ ਅੱਜ ਦੇਖੋ ਤਾਂ ਆਲਮੋਸਟ ਕੋਈ ਰੇਅਰ ਹੀ ਹੋਊਗਾ ਜੇ ਕੋਈ ਕਿਸੇ ਹੋਰ ਬੈਕਗ੍ਰਾਉਂਡ ਦਾ ਬੰਦਾ ਕੋਈ ਗਵਰਨਰ ਬਣੂਗਾ। ਜ਼ਿਆਦਾਤਰ ਉਹਨਾਂ ਦਾ ਸਾਰਿਆਂ ਦਾ ਜੋ ਗਵਰਨਰ ਅਪਾਇੰਟ ਹੁੰਦੇ ਨੇ ਉਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਹੀ ਹੁੰਦਾ ਹੈ ਤੇ ਉਹਦੇ 'ਚ ਫਿਰ ਪੋਲੀਟੀਕਲ ਇੰਟਰਸਟ ਵੀ ਆ ਜਾਂਦੇ ਨੇ, ਕਿਉਂਕਿ ਜਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਉਹ ਪਾਰਸ਼ੀਅਲ ਹੋ ਜਾਂਦੇ ਉੱਧਰ ਨੂੰ ਜੀ। ਉਹ ਕੌਨਸ਼ੀਅਸ ਜਾਂ ਅਨਕੌਨਸ਼ੀਅਸ ਬਾਇਸ ਆ ਜਾਂਦੀ ਹੈ, ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ। ਪਰ ਇੱਕ ਜੋ ਗਵਰਨਰ ਜੋ ਅੱਜ ਕੱਲ੍ਹ ਬੜੀ ਚਰਚਾ ਦੇ ਵਿੱਚ ਨੇ ਉਹ ਹਨ ਜੋ ਸਤਿਆਪਾਲ ਮਲਿਕ ਸਾਹਿਬ ਜੀ। ਉਹ ਕਾਫੀ ਜੋ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇਣ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਨੇ ਤੇ ਕਾਫੀ ਇਸ ਤਰ੍ਹਾਂ ਦਾ ਜੋ ਬਿਆਨਬਾਜ਼ੀ
ਕਿਸੇ ਗਵਰਨਰ ਵੱਲੋਂ ਰੀਸੈਂਟਲੀ ਕਦੇ ਦੇਖੀ ਨਹੀਂ ਗਈ। ਸੋ ਇੱਕ ਬੜਾ ਹੀ ਅਨਪ੍ਰੈਸੀਡੈਂਟਡ ਜੋ ਕੰਮ ਉਹ ਸਤਪਾਲ ਮਲਿਕ ਕਰ ਰਹੇ ਹਨ, ਜਿਸ ਦਾ ਕਿ ਕਿਸਾਨ ਧਿਰਾਂ ਨੇ ਕਾਫੀ ਸਵਾਗਤ ਵੀ ਕੀਤਾ ਹੈ। ਸੋ ਸਟੇਟ ਐਮਰਜੈਂਸੀ ਦੇ ਵਿੱਚ ਸੁਖਜੀਤ ਜੀ ਇਹ ਰੋਲ ਜੋ ਗਵਰਨਰ ਅਦਾ ਕਰਦਾ ਹੈ ਉਹ ਰਿਪੋਰਟ ਦਿੰਦਾ ਹੈ। ਇੱਕ ਉਹ ਕੇਂਦਰ ਸਰਕਾਰ ਦੀਆਂ ਅੱਖਾਂ ਤੇ ਕੰਨ ਦੇ ਤੌਰ ਤੇ ਵੀ ਕੰਮ ਕਰਦਾ ਹੈ ਸੂਬੇ ਦੇ ਵਿੱਚ ਜੀ। ਸੂਬਿਆਂ ਦੇ ਵਿੱਚ ਕੀ ਹੋ ਰਿਹਾ ਹੈ ਉਹ ਕੇਂਦਰ ਨੂੰ ਉਸ ਦੇ ਰਾਹੀਂ ਪਤਾ ਲੱਗਦਾ ਹੈ, ਗਵਰਨਰ ਦੇ ਰਾਹੀਂ ਪਤਾ ਲੱਗਦਾ ਹੈ। ਤੇ ਫਿਰ ਜੇ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਆਉਂਦਾ ਹੈ ਕਨਸਟੀਟਿਊਸ਼ਨਲ ਬ੍ਰੇਕਡਾਊਨ ਦਾ, ਤਾਂ ਉਹ ਪਿੱਛੇ ਫਿਰ ਆਪਣੇ ਰਿਪੋਰਟ ਵੀ ਭੇਜਦਾ ਹੈ ਕੇਂਦਰ ਸਰਕਾਰ ਨੂੰ। ਸੋ ਦੂਜਾ ਜੋ ਬੜਾ ਜ਼ਰੂਰੀ ਰੋਲ ਹੈ ਉਹ ਹੈ ਭਾਰਤ ਦੇ ਰਾਸ਼ਟਰਪਤੀ ਦਾ ਜੀ। ਕਿਉਂਕਿ ਸੁਖਜੀਤ ਜੀ SR ਬੰਬਈ ਦਾ ਜੋ ਇੱਕ ਬੜਾ ਜ਼ਰੂਰੀ ਕੇਸ ਹੋਇਆ ਸੀ, ਉਸ ਤੋਂ ਬਾਅਦ ਇਸ ਜੋ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ 1977 ਦੇ ਵਿੱਚ ਆ ਕੇ ਜਨਤਾ ਪਾਰਟੀ ਨੇ ਅਤੇ 1980 ਦੇ ਵਿੱਚ ਆ ਕੇ ਕਾਂਗਰਸ ਪਾਰਟੀ ਨੇ ਆਪਣੀ ਮਨਮਰਜ਼ੀ ਨਾਲ ਸਰਕਾਰਾਂ ਨੂੰ ਡਿਸਮਿਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜੋ ਸੂਬਾ ਸਰਕਾਰਾਂ ਨੇ। ਇਸ ਦੇ ਡੈਮੋਕ੍ਰੇਸੀ ਨੂੰ ਵੀ, ਇੱਕ ਡੈਮੋਕ੍ਰੈਟਿਕ ਸੈਟਅਪ ਨੂੰ ਵੀ ਇੱਕ ਬੜਾ ਵੱਡਾ ਇੱਕ ਖਤਰਾ ਖੜਾ ਹੋ ਗਿਆ ਸੀ। ਪਰ ਇਸ ਚੱਲਣ ਨੂੰ ਆ ਕੇ ਠੱਲ ਪਾਈ ਸੁਪਰੀਮ ਕੋਰਟ ਦੀ ਜਜਮੈਂਟ ਨੇ, ਜੋ SR ਬੰਬਈ ਦੀ ਜਜਮੈਂਟ ਸੀ। SR ਬੰਬਈ ਜੋ ਸਨ ਉਹ ਕਰਨਾਟਕਾ ਦੇ CM ਸਨ। ਸੋ ਉਹਨਾਂ ਦੀ ਸਰਕਾਰ ਨੂੰ ਜਦ ਡਿਸਮਿਸ ਕੀਤਾ ਗਿਆ ਤਾਂ ਉਹਨਾਂ ਨੇ ਇਸ ਜੋ ਡਿਸਮਿਸਲ ਸੀਗਾ ਉਹਨੂੰ ਚੈਲੰਜ ਕੀਤਾ ਤੇ ਉਸ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਗਾਈਡਲਾਈਨਸ ਉਹਦੇ ਵਿੱਚ ਦਿੱਤੀਆਂ ਤੇ ਉਸ ਦੇ ਵਿੱਚ ਇਹ ਵੀ ਦੱਸਿਆ ਕਿ ਇਹ ਮਨਮਰਜ਼ੀ ਨਾਲ ਜੋ ਸਰਕਾਰਾਂ ਨੂੰ ਭੰਗ ਕਰਨਾ ਕੇਂਦਰ ਸਰਕਾਰ ਵੱਲੋਂ ਇਸ ਨੂੰ ਜਾਇਜ਼ ਨਹੀਂ ਠਹਿਰਾਇਆ। ਤੇ ਫਲੋਰ ਟੈਸਟ ਜੋ ਕਿਹਾ ਕਿ ਜਿੱਥੇ ਕਿਤੇ ਮੈਜੋਰਟੀ ਦਾ ਰੌਲਾ ਹੈ ਕਿ ਸਰਕਾਰ ਨੂੰ ਮੈਜੋਰਟੀ ਦੇ ਬੇਸ ਤੇ ਭੰਗ ਕੀਤਾ ਜਾ ਰਿਹਾ ਕਿ ਉਸ ਕੋਲ ਮੈਜੋਰਟੀ ਨਹੀਂ ਹੈਗੀ, ਤਾਂ ਉੱਥੇ ਜੋ ਫਲੋਰ ਟੈਸਟ ਹੈ ਜੋ ਵੋਟਾਂ ਪਾਉਣੀਆਂ ਨੇ ਉੱਥੇ ਅਸੈਂਬਲੀ ਦੇ ਫਲੋਰ ਉੱਤੇ ਉਸ ਨੂੰ ਲਾਜ਼ਮੀ ਬਣਾਇਆ ਜੀ। ਤੇ ਦੂਸਰਾ ਇੱਕ ਪ੍ਰੋਸੀਜਰ ਸੈਟਅਪ ਕੀਤਾ ਕਿ ਉਸ ਐਮਰਜੈਂਸੀ ਵਾਸਤੇ ਸਟੇਟ ਉਹਨਾਂ ਨੂੰ ਥਰੂ ਪਾਰਲੀਮੈਂਟ ਐਂਡ ਥਰੂ ਪ੍ਰੈਜ਼ੀਡੈਂਟ ਸਾਰਾ ਉਹ ਜਿਹੜਾ ਸੀਗਾ ਪ੍ਰੋਸੀਜਰ ਕਲੀਅਰ ਕੀਤਾ। ਤੇ ਉਸ ਤੋਂ ਬਾਅਦ ਦਾ ਜੋ ਦੌਰ ਹੈ ਉਸ ਦੇ ਵਿੱਚ ਸੁਖਜੀਤ ਜੀ ਅਸੀਂ ਦੇਖਿਆ ਕਿ ਕਈ ਪ੍ਰੈਜ਼ੀਡੈਂਟਸ ਨੇ ਬੜਾ ਚੰਗਾ ਰੋਲ ਅਦਾ ਕੀਤਾ ਭਾਰਤ ਦੇ ਫੈਡਰਲ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਦੇ ਫੈਡਰਲ ਢਾਂਚੇ ਨੂੰ ਬਚਾਉਣ ਵਾਸਤੇ ਉਹਨਾਂ ਨੇ ਬੜਾ ਇੱਕ ਪੋਜ਼ਿਟਿਵ ਰੋਲ ਅਦਾ ਕੀਤਾ, ਜਿਸ ਦੇ ਤਹਿਤ ਕਿ ਮੈਂ ਜ਼ਿਕਰ ਕਰਨਾ ਚਾਹਾਂਗਾ ਭਾਰਤ ਦੇ ਫਾਰਮਰ ਪ੍ਰੈਜ਼ੀਡੈਂਟ KR ਨਾਰਾਇਣਨ ਦਾ ਜੀ। ਇਹਨਾਂ ਦੇ ਬਾਰੇ ਹੋਰ ਇੱਕ ਖਾਸ ਗੱਲ ਹੈ ਕਿ ਸੁਖਜੀਤ ਜੀ ਇਹ ਜਰਨਲਿਸਟ ਸਨ, ਇਹ ਪਹਿਲੇ ਜਰਨਲਿਸਟ ਸਨ ਜੋ ਭਾਰਤ ਦੇ ਰਾਸ਼ਟਰਪਤੀ ਬਣੇ। ਸੋ KR ਨਾਰਾਇਣਨ ਜਦ ਰਾਸ਼ਟਰਪਤੀ ਸਨ ਤੇ ਇਹਨਾਂ ਨੇ ਜੋ ਕੈਬਨਿਟ ਦੇ ਰੈਜ਼ੋਲੂਸ਼ਨ ਸਨ ਉਹ 2 ਵਾਰ ਵਾਪਸ ਮੁੜੇ। ਇੱਕ ਵਾਰ ਤਾਂ ਇਹਨਾਂ ਨੇ UP ਦੇ ਵਿੱਚ ਕੈਬਨਿਟ ਨੇ, ਉਸ ਸਮੇਂ ਦੀ ਸਰਕਾਰ ਨੇ UP ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਾਉਣ ਲਈ 1997 ਦੇ ਵਿੱਚ ਇਹਨਾਂ ਨੂੰ ਰੈਜ਼ੋਲੂਸ਼ਨ ਭੇਜਿਆ, ਇਹਨਾਂ ਨੇ ਉਹ ਵੀ ਰਿਟਰਨ ਕਰ ਦਿੱਤਾ। ਇੱਕ ਵਾਰ ਬਿਹਾਰ ਦੇ ਵਿੱਚ 1998 ਦੇ ਵਿੱਚ ਇਹਨਾਂ ਦੇ ਕੋਲ ਰੈਜ਼ੋਲੂਸ਼ਨ ਸਰਕਾਰ ਨੇ ਭੇਜਿਆ ਤੇ ਇਹਨਾਂ ਨੇ ਉਹ ਵੀ ਰਿਟਰਨ ਕਰ ਦਿੱਤਾ ਜੀ। ਐਮਰਜੈਂਸੀ ਲਾਉਣ ਨੂੰ ਉੱਥੇ ਜਾਇਜ਼ ਨਹੀਂ ਸਮਝਿਆ। ਤੇ ਇਸ ਤਰ੍ਹਾਂ ਜੋ ਪ੍ਰੈਜ਼ੀਡੈਂਟ ਹੈ, ਹਾਲਾਂਕਿ ਜੋ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹ ਪ੍ਰੈਜ਼ੀਡੈਂਟ ਨੂੰ ਡਿਸਕ੍ਰੈਸ਼ਨ ਨਹੀਂ ਦਿੰਦਾ ਫੈਸਲੇ ਲੈਣ ਦੀ, ਜੇ ਦੁਬਾਰਾ ਉਹ ਸਰਕਾਰ ਉਹਨਾਂ ਨੂੰ ਕਹੇ ਤਾਂ ਉਹਨਾਂ ਨੂੰ ਸਿਗਨੇਚਰ ਕਰਨੇ ਹੀ ਪੈਂਦੇ ਨੇ। ਜੇ ਪਾਰਲੀਮੈਂਟ ਦੁਬਾਰਾ ਪਾਸ ਕਰਕੇ ਭੇਜ ਦੇਵੇ ਉਹਨਾਂ ਕੋਲ ਕੋਈ ਆਪਣੀ ਡਿਸਕ੍ਰੈਸ਼ਨ, ਕੋਈ ਆਪਣੇ ਤੌਰ ਤੇ ਫੈਸਲਾ ਲੈਣ ਦੀ ਤਾਕਤ ਨਹੀਂ ਹੈ। ਪਰ ਫਿਰ ਵੀ ਉਹਨਾਂ ਨੇ ਇਹਨਾਂ ਰੈਜ਼ੋਲੂਸ਼ਨਸ ਨੂੰ ਵਾਪਸ ਭੇਜ ਕੇ ਇੱਕ ਇਹ ਮੈਸੇਜ ਦਿੱਤਾ ਕਿ ਪ੍ਰੈਜ਼ੀਡੈਂਟ ਹੈ ਉਹ ਰਬਰ ਸਟੈਂਪ ਨਹੀਂ ਹੈ ਜੀ, ਉਹ ਕੋਈ ਕਠਪੁਤਲੀ ਨਹੀਂ ਹੈ ਭਾਰਤ ਦਾ ਰਾਸ਼ਟਰਪਤੀ ਕਿਸੇ ਦੇ ਹੱਥ ਦੀ, ਸਰਕਾਰ ਦੇ ਹੱਥ ਦੀ। ਉਹਨਾਂ ਨੇ ਇੱਕ ਫੈਡਰਲਿਜ਼ਮ ਦੇ ਹੱਕ ਦੇ ਵਿੱਚ ਬੜਾ ਤਕੜਾ ਸਟੈਂਡ ਲਿਆ ਇਹਨਾਂ 2 ਰੈਜ਼ੋਲੂਸ਼ਨਾਂ ਨੂੰ ਵਾਪਸ ਭੇਜ ਕੇ, ਕਿਉਂਕਿ ਜਦ ਇਸ ਤਰ੍ਹਾਂ ਦਾ ਕੋਈ ਗੱਲ ਹੋ ਜਾਂਦੀ ਹੈ ਰਾਸ਼ਟਰਪਤੀ ਦੀ, ਜੇ ਰਾਸ਼ਟਰਪਤੀ ਰੈਜ਼ੋਲੂਸ਼ਨ ਵਾਪਸ ਭੇਜ ਦੇਣ ਤਾਂ ਮੀਡੀਆ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤਾਂ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਦੇ ਵਿੱਚ ਉੱਤੇ ਖੁਦ ਬ ਖੁਦ ਇੱਕ ਦਬਾਅ ਬਣ ਜਾਂਦਾ ਜੀ ਕਿ ਜੇ ਰਾਸ਼ਟਰਪਤੀ ਜੀ ਨੇ ਰੈਜ਼ੋਲੂਸ਼ਨ ਵਾਪਸ ਭੇਜ ਦਿੱਤਾ ਤਾਂ ਇਹਦਾ ਮਤਲਬ ਕਿ ਇਸ ਦੇ ਵਿੱਚ ਕੋਈ ਗੜਬੜ ਹੈ, ਇਸ ਦੇ ਵਿੱਚ ਐਮਰਜੈਂਸੀ ਲਗਾਉਣ ਦੀ, ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਾਉਣ ਦੀ ਲੋੜ ਹੈ ਕਿ ਨਹੀਂ ਹੈ, ਉਸ ਦੇ ਉੱਤੇ ਚਰਚਾ ਛਿੜ ਪੈਂਦੀ ਹੈ ਜੀ। ਸੋ ਇਸ ਤਰ੍ਹਾਂ ਜੋ ਕੇਂਦਰ ਸਰਕਾਰ ਹੈ ਇੱਕ ਤਰ੍ਹਾਂ ਬੈਕਫੁੱਟ ਤੇ ਚਲੀ ਜਾਂਦੀ ਹੈ। ਸੋ ਇਹ ਬੜੀ ਵੱਡੀ ਜੋ ਰੋਲ ਹੈ ਜੋ ਭਾਰਤ ਦੇ ਰਾਸ਼ਟਰਪਤੀ ਅਦਾ ਕਰਦੇ ਰਹੇ, ਜੋ KR ਨਾਰਾਇਣਨ ਨੇ ਸਭ ਤੋਂ ਚੰਗੇ ਤਰੀਕੇ ਨਾਲ ਡਿਸਚਾਰਜ ਕੀਤਾ।
ਦੂਜੀ ਜੋ ਇੱਕ ਬੜੀ ਅਹਿਮ ਜੋ ਰਾਸ਼ਟਰਪਤੀ ਦੇ ਰੋਲ ਨੂੰ ਅਸੀਂ ਲੈ ਕੇ ਜੇ ਚਰਚਾ ਕਰੀਏ ਸੁਖਜੀਤ ਜੀ, ਉਸ ਦੇ ਵਿੱਚ ਬੜਾ ਜ਼ਿਕਰ ਅਸੀਂ ਕਰ ਸਕਦੇ ਹਾਂ ਡਾਕਟਰ APJ ਅਬਦੁਲ ਕਲਾਮ ਦਾ ਜੀ, ਜੋ ਉਹਨਾਂ ਦੀ ਇੱਕ ਜੀਵਨ ਤੇ ਉਹਨਾਂ ਦੀ ਜੋ ਜਰਨੀ ਹੈ ਐਜ਼ ਅ ਸਾਇੰਟਿਸਟ, ਐਜ਼ ਅ ਰਾਸ਼ਟਰਪਤੀ, ਐਜ਼ ਅ ਐਜੂਕੇਸ਼ਨਿਸਟ, ਉਹ ਇੱਕ ਡਿਫਰੈਂਟ ਉਹਨਾਂ ਦੀ ਇੱਕ ਜਰਨੀ ਹੈ। ਪਰ APJ ਅਬਦੁਲ ਕਲਾਮ ਜਦ ਰਾਸ਼ਟਰਪਤੀ ਸਨ ਤਾਂ ਬਿਹਾਰ ਦੇ ਗਵਰਨਰ ਬੂਟਾ ਸਿੰਘ, ਜੋ ਕਿ ਪਹਿਲਾਂ ਅਸੀਂ ਜਾਣਦੇ ਹਾਂ ਕਿ ਕਾਂਗਰਸ ਲੀਡਰ ਸਨ, ਉਹਨਾਂ ਨੇ ਬਿਹਾਰ ਦੀ ਅਸੈਂਬਲੀ ਨੂੰ ਡਿਸੋਲਵ ਕਰਨ ਦਾ ਜੋ ਸੀ ਰეკਮੈਂਡੇਸ਼ਨ, ਉਹ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਨੂੰ ਭੇਜੀ, ਜੋ ਕਿ ਕੈਬਨਿਟ ਨੇ ਅੱਗੇ ਫਾਰਵਰਡ ਕਰ ਦਿੱਤੀ ਰਾਸ਼ਟਰਪਤੀ ਕਲਾਮ ਨੂੰ ਜੀ। ਇੱਥੇ ਦੇਖੋ ਸੁਖਜੀਤ ਜੀ, ਇਸ ਤਰੀਕੇ ਦੀ ਬਲੈਟੈਂਟ ਮਿਸਯੂਜ਼ ਇਸ ਪਾਵਰ ਦੀ ਹੋਣ ਲੱਗੀ ਸੀ ਕਿ ਰਾਸ਼ਟਰਪਤੀ ਮਾਸਕੋ ਦੇ ਵਿੱਚ ਸਨ ਉਸ ਟਾਈਮ। ਰਾਸ਼ਟਰਪਤੀ ਨੂੰ ਉੱਥੋਂ ਮਾਸਕੋ ਤੋਂ ਸਾਈਨ ਕਰਵਾ ਕੇ ਉਹ ਰੈਜ਼ੋਲੂਸ਼ਨ ਭਾਰਤ ਮੰਗਵਾਇਆ ਗਿਆ ਅਤੇ ਸਟੇਟ ਉਹ ਜੋ ਸੀ ਉਸ ਨੂੰ ਭੰਗ ਕੀਤਾ ਗਿਆ ਅਸੈਂਬਲੀ ਨੂੰ। ਬਾਅਦ ਦੇ ਵਿੱਚ ਕੀ ਇਸ ਭੰਗ ਕਰਨ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਨੇ ਕੁਐਸ਼ ਕਰ ਦਿੱਤਾ, ਇਸ ਨੂੰ ਗੈਰ ਸੰਵਿਧਾਨਕ ਜਾਇਜ਼ ਦਿੱਤਾ, ਜੋ ਬੂਟਾ ਸਿੰਘ ਦੀ ਰეკਮੈਂਡੇਸ਼ਨ ਸੀ ਬਿਹਾਰ ਦੀ ਅਸੈਂਬਲੀ ਭੰਗ ਕਰਨ ਦੀ, ਅਤੇ ਜਿਸ ਤੋਂ ਕਿ ਮਾਸਕੋ ਦੇ ਦੌਰੇ ਤੇ ਗਏ ਹੋਏ ਰਾਸ਼ਟਰਪਤੀ ਤੋਂ ਸਾਈਨ ਕਰਵਾ ਕੇ ਮਾਸਕੋ ਤੋਂ ਮੰਗਵਾਇਆ ਗਿਆ। ਭਾਰਤ ਦੇ ਰਾਸ਼ਟਰਪਤੀ ਦੀ ਇੰਨੀ ਭਾਰਤ ਆਉਣ ਦੀ ਵੇਟ ਵੀ ਨਹੀਂ ਕੀਤੀ ਗਈ ਜੀ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹੀਏ ਕਿ ਸੰਘੀ ਢਾਂਚੇ ਦੇ ਉੱਤੇ ਇਸ ਤਰ੍ਹਾਂ ਹਮਲੇ ਹੁੰਦੇ ਰਹੇ, ਜਿਸ ਨੂੰ ਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਕੁਐਸ਼ ਕਰ ਦਿੱਤਾ ਅਨਕਨਸਟੀਟਿਊਸ਼ਨਲ ਕਹਿ ਕੇ। ਤਾਂ ਤੁਸੀਂ ਆਪ ਹੀ ਸਮਝੋ ਕਿ ਜੇ ਸੁਪਰੀਮ ਕੋਰਟ ਉਸ ਨੂੰ ਅਨਕਨਸਟੀਟਿਊਸ਼ਨਲ ਕਹਿ ਰਹੀ ਹੈ, ਗੈਰ ਸੰਵਿਧਾਨਕ ਕਹਿ ਰਹੀ ਹੈ, ਤਾਂ ਉੱਥੇ ਏਡੀ ਕਿੱਡੀ ਕਿ ਐਮਰਜੈਂਸੀ ਖੜੀ ਹੋਊਗੀ ਕਿ ਰਾਸ਼ਟਰਪਤੀ ਤੋਂ ਮਾਸਕੋ ਤੋਂ ਸਾਈਨ ਕਰਵਾ ਕੇ ਇੱਥੇ ਵਾਪਸ ਮੰਗਵਾ ਕੇ ਇੱਕ ਸੂਬੇ ਦੀ ਚੁਣੀ ਹੋਈ ਸਰਕਾਰ ਨੂੰ ਭੰਗ ਕੀਤਾ ਗਿਆ ਜੀ। ਸੋ ਇੱਥੇ ਅਸੀਂ ਜੁਡੀਸ਼ੀਅਲ ਐਕਟਿਵਿਜ਼ਮ ਵੀ ਦੇਖਿਆ। ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਅਸੀਂ ਦੇਖਿਆ ਕਿ SR ਬੰਬਈ ਦਾ ਕੇਸ ਪਹਿਲਾਂ, ਉਸ ਦੇ ਵਿੱਚ ਗਾਈਡਲਾਈਨਸ ਜੋ ਦਿੱਤੀਆਂ ਗਈਆਂ ਕਿ ਜੋ ਇਸ ਨੂੰ ਠੱਲ ਪਾਈ ਗਈ, ਜੋ ਇਹ ਕੋਈ ਤੁਹਾਡੀ ਐਬਸੋਲੂਟ ਪਾਵਰ ਨਹੀਂ, ਇਸ ਦੇ ਉੱਤੇ ਬੜਾ ਤੁਹਾਨੂੰ ਵਿਚਾਰ ਕਰਨਾ ਪਵੇਗਾ, ਉਹ ਗਾਈਡਲਾਈਨਸ ਦੇ ਅਕੋਰਡਿੰਗ ਚੱਲਣਾ ਪਵੇਗਾ ਕੇਂਦਰ ਸਰਕਾਰ ਨੂੰ। ਲਵਲੀਨ ਜੀ, ਇਸ ਕੇਸ ਬਾਰੇ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸੋ। ਜਿਸ ਤਰ੍ਹਾਂ ਕਿ ਸੁਖਜੀਤ ਜੀ ਮੈਂ ਪਹਿਲਾਂ ਦੱਸਿਆ ਸੀ ਕਿ SR ਬੰਬਈ ਕਰਨਾਟਕਾ ਦੇ ਚੀਫ ਮਿਨਿਸਟਰ ਸਨ ਜੀ। ਸੋ ਉਹਨਾਂ ਨੇ ਇਸ ਨੂੰ, ਜੋ ਉਹਨਾਂ ਦੀ ਸਰਕਾਰ ਨੂੰ ਜਦ ਭੰਗ ਕੀਤਾ ਗਿਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਚੈਲੰਜ ਕੀਤਾ। ਇਸ ਦੇ ਵਿੱਚ ਸੁਪਰੀਮ ਕੋਰਟ ਨੇ, ਜਿਸ ਤਰ੍ਹਾਂ ਅਸੀਂ ਹੁਣ ਦੇਖਦੇ ਹਾਂ ਕਿ ਕੋਈ ਇੱਕ ਧੜਾ ਟੁੱਟ ਕੇ ਦੂਜੇ ਪਾਸੇ ਚਲਿਆ ਗਿਆ, ਕੋਈ ਦੂਸਰੀ ਪਾਰਟੀ ਦੇ ਵਿੱਚ ਚਲਿਆ ਗਿਆ, ਤੇ ਉਹ ਗੈਰ ਭਰੋਸੇ ਦਾ ਮਤਾ ਜੋ ਆਪੋਜੀਸ਼ਨ ਪਾਰਟੀਆਂ ਅਸੈਂਬਲੀ ਦੇ ਵਿੱਚ ਲੈ ਆਉਂਦੀਆਂ ਨੇ, ਤੇ ਉਸ ਨੂੰ ਸਰਕਾਰ ਨੂੰ ਮਤਾ ਲਿਆਉਣ ਤੋਂ ਪਹਿਲਾਂ ਹੀ ਕਈ ਵਾਰੀ ਭੰਗ ਕੀਤਾ ਜਾਂਦਾ ਹੈ ਕਿ ਕਿਸੇ ਨੇ ਕੋਈ ਲੈਟਰ ਦੇ ਦਿੱਤੀ ਗਵਰਨਰ ਨੂੰ। ਸੋ ਉੱਥੇ ਇੱਕ ਲਾਜ਼ਮੀ ਬਣਾਇਆ ਗਿਆ ਹੈ ਕਿ ਜੇ ਇਹ ਜਿਹੇ ਕੋਈ ਹਾਲਾਤ ਖੜੇ ਹੁੰਦੇ ਨੇ ਤਾਂ ਫਲੋਰ ਟੈਸਟ ਇਜ਼ ਮਸਟ। ਜਦ ਤੱਕ ਅਸੈਂਬਲੀ ਦੇ ਫਲੋਰ ਉੱਤੇ ਵੋਟਾਂ ਨਹੀਂ ਪੈਂਦੀਆਂ ਤੇ ਉਸ ਦੀ ਮੈਜੋਰਟੀ ਦਾ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਉਸ ਸਰਕਾਰ ਨੂੰ ਭੰਗ ਕਰਕੇ ਜੋ ਰਾਸ਼ਟਰਪਤੀ ਰਾਜ ਨਹੀਂ ਲਾਇਆ ਜਾਵੇਗਾ। ਇੱਕ ਤਾਂ ਇਹ ਬੜਾ ਸੁਪਰੀਮ ਕੋਰਟ ਨੇ ਗਾਈਡਲਾਈਨਸ ਦਿੱਤੀ ਉਸ ਦੇ ਵਿੱਚ, ਜਿਸ ਦੇ ਨਾਲ ਕਿ ਇੱਕ ਮੁੱਢ ਬਣ ਗਿਆ ਕਿ ਜੋ ਕੇਂਦਰ ਸਰਕਾਰ ਦੀ ਪਾਵਰ ਨੂੰ ਜਾਂ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਜੋ ਪ੍ਰਵਿਰਤੀ ਇੱਕ ਪੈਦਾ ਹੋ ਚੁੱਕੀ ਸੀ, ਜੋ ਪ੍ਰੈਸੀਡੈਂਟ ਸੈੱਟ ਹੋ ਚੁੱਕਾ ਸੀ, ਉਸ ਨੂੰ ਜਿਸ ਦੇ ਨਾਲ ਠੱਲ ਪਾਈ ਜਾ ਸਕੇ। ਇਸੇ ਹੀ ਜਜਮੈਂਟ ਦੇ ਸਦਕੇ ਸੀ ਸੁਖਜੀਤ ਜੀ ਕਿ ਰਾਬੜੀ ਦੇਵੀ ਦੀ ਗਵਰਨਮੈਂਟ ਜੋ 1999 ਦੇ ਵਿੱਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਜਜਮੈਂਟ ਦੇ ਬੇਸ ਉੱਤੇ ਉਸ ਨੂੰ ਮਾਰਚ 1999 ਦੇ ਵਿੱਚ ਦੁਬਾਰਾ ਰੀਇਨਸਟੇਟ ਕਰਨਾ ਪਿਆ ਜੀ। ਇੱਕ ਭੰਗ ਕੀਤੀ ਹੋਈ ਸਰਕਾਰ ਨੂੰ ਦੁਬਾਰੇ ਉਹਨਾਂ ਨੂੰ ਬਣਾਉਣਾ ਪਿਆ ਤੇ ਕਿ ਅਸੀਂ ਉਹਨਾਂ ਨੂੰ ਮੰਨਣਾ ਪਿਆ ਕਿ ਇਹ ਗਲਤ ਸੀ। ਸੋ ਇਸ ਤਰ੍ਹਾਂ ਅਸੀਂ ਜੁਡੀਸ਼ੀਅਲ ਐਕਟਿਵਿਜ਼ਮ ਵੀ ਦੇਖਿਆ, ਜਿਸ ਤਰ੍ਹਾਂ ਕਿ ਅਸੀਂ ਇਸ ਕੇਸ ਦੇ ਵਿੱਚ ਦੇਖਿਆ ਬਿਹਾਰ ਸਰਕਾਰ ਨੂੰ ਜੋ ਬਰਖਾਸਤ ਕਰਨਾ ਸੀ, ਬੂਟਾ ਸਿੰਘ ਗਵਰਨਰ ਸੀ ਜੀ। ਸੋ ਉਹ ਕਲਾਮ ਜੋ APJ ਅਬਦੁਲ ਕਲਾਮ ਜੋ ਰਾਸ਼ਟਰਪਤੀ ਸਨ ਭਾਰਤ ਦੇ, ਉਹਨਾਂ ਨੇ ਵੀ ਸਾਈਨ ਕਰ ਦਿੱਤੇ। ਤੇ ਹਾਲਾਂਕਿ ਉਹਨਾਂ ਦੇ ਇੱਕ ਸਾਥੀ ਨੇ ਦੱਸਿਆ ਵੀ ਕਿ ਉਹਨਾਂ ਨੂੰ ਪਛਤਾਵਾ ਹੋਇਆ ਇਸ ਗੱਲ ਦਾ ਬਾਅਦ ਦੇ ਵਿੱਚ, ਜਦ ਸੁਪਰੀਮ ਕੋਰਟ ਨੇ ਇਸ ਆਰਡਰ ਨੂੰ ਕੁਐਸ਼ ਕਰ ਦਿੱਤਾ, ਕਿ ਉਹਨਾਂ ਨੇ ਇੱਕ ਵਾਰ ਤਾਂ ਰਿਜ਼ਾਈਨ ਕਰਨ ਦਾ ਵੀ ਫੈਸਲਾ ਕਰ ਲਿਆ ਸੀ ਜੀ। ਕਿ ਇੰਨੀ ਉਹਨਾਂ ਨੂੰ ਨਮੋਸ਼ੀ ਮਹਿਸੂਸ ਹੋਈ ਕਿ ਇੱਕ ਮੇਰੇ ਤੋਂ ਗਲਤ ਕੰਮ ਕਰਵਾ ਲਿਆ ਗਿਆ ਹੈ ਜੀ। तो सुप्रीम कोर्ट ने जिसनों गलत ठहरा दिता है। तो
ਇੱਕ ਵਾਰ ਉਹ ਰਿਜ਼ਾਈਨ ਕਰਨ ਬਾਰੇ ਵੀ ਸੋਚ ਰਹੇ ਸਨ। ਸੋ ਇਸ ਤਰ੍ਹਾਂ ਅਸੀਂ ਜੁਡੀਸ਼ੀਅਲ ਐਕਟਿਵਿਜ਼ਮ ਦੇਖਿਆ ਕਿ ਸੁਪਰੀਮ ਕੋਰਟ ਨੇ ਸਟੈਪ ਇਨ ਕਰਕੇ, ਜਿੱਥੇ ਕਿ ਜੋ ਕੇਂਦਰ ਸਰਕਾਰ ਹੈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਸੂਬਾ ਸਰਕਾਰਾਂ ਨੂੰ ਡਿਸਮਿਸ ਕਰਦੀ ਹੈ, ਉੱਥੇ ਸੁਪਰੀਮ ਕੋਰਟ ਹੈ ਜੋ ਇੱਕ ਇੰਡੀਪੈਂਡੈਂਟ ਜੁਡੀਸ਼ਰੀ ਦਾ ਆਪਣੀ ਦਾ ਰੋਲ ਅਦਾ ਕਰਦੇ ਹੋਏ ਵਾਰ-ਵਾਰ ਆ ਕੇ ਕਈ ਓਕੇਜ਼ਨਸ ਦੇ ਉੱਤੇ ਉਹਨਾਂ ਨੇ ਜੋ ਭਾਰਤ ਦੇ ਸੰਘੀ ਢਾਂਚੇ ਨੂੰ, ਫੈਡਰਲ ਸਿਸਟਮ ਨੂੰ ਪ੍ਰੋਟੈਕਟ ਕੀਤਾ ਹੈ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM, ਤੁਹਾਡਾ ਆਪਣਾ ਰੇਡੀਓ ਸਟੇਸ਼ਨ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ 1110 AM ਤੇ ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਐਪ ਸਟੋਰ ਤੇ ਜਾ ਕੇ ਤੁਸੀਂ ਐਪਸ ਵੀ ਡਾਊਨਲੋਡ ਕਰ ਸਕਦੇ ਹੋ ਐਂਡਰੋਇਡ ਤੇ ਆਈਫੋਨ ਦੇ ਲਈ, ਤੇ ਜਾਂ ਫਿਰ ਤੁਸੀਂ ਸਾਡੇ ਹੋਮ ਪੇਜ ਤੇ ਜਾਓ, ਉੱਥੇ ਦੋਨੋਂ ਐਪਸ ਡਾਊਨਲੋਡ ਕਰਨ ਦੇ ਲਈ ਲਿੰਕ ਮੁਹੱਈਆ ਕਰਵਾਏ ਗਏ ਨੇ। स्टूडियो का नंबर है 6045929191 6045929191। प्रोग्राम तुहानू किहो जिहा लग्गिया कॉल करके दसना जरूर। इस तो इलावा डेली न्यूज़ अपडेट के लिए तुसी सानू साडे सोशल मीडिया हैंडल्स ते जरूर फॉलो करो। साडा फेसबुक पेज लाइक करो जो कि रेडियो इंडिया के नाम हेठ है। इस तो इलावा ट्विटर हैंडल है @radioindia2 ते इंस्टाग्राम है रेडियो इंडिया 1110। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਆਜ਼ਾਦ ਭਾਰਤ ਵਿੱਚ ਸੰਘੀ ਢਾਂਚੇ ਦੀ ਬਣਤਰ ਬਾਰੇ, ਤੇ ਮੇਰਾ ਸਾਥ ਦੇ ਰਹੇ ਨੇ ਬੈਰਿਸਟਰ ਲਵਲੀਨ ਸਿੰਘ ਗਿੱਲ ਜੋ ਸਰੀ ਵਿਖੇ ਪ੍ਰੈਕਟਿਸ ਵੀ ਕਰਦੇ ਨੇ ਤੇ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਵੀ ਨੇ। ਲਵਲੀਨ ਜੀ, ਵੱਖ-ਵੱਖ ਸਮਿਆਂ ਉੱਤੇ ਸੂਬਿਆਂ ਵਿੱਚੋਂ ਵੱਧ ਅਧਿਕਾਰਾਂ ਦੀ ਮੰਗ ਉੱਠਦੀ ਰਹੀ ਹੈ। ਕੀ ਪੰਜਾਬ ਵਿੱਚੋਂ ਵੀ ਅਜਿਹੀ ਮੰਗ ਕਦੇ ਉੱਠੀ ਹੈ? ਜੀ ਸੁਖਜੀਤ ਜੀ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਚਰਚਾ ਕੀਤੀ ਕਿ ਜੇ ਅਸੀਂ ਮੌਰਿਆ ਸਾਮਰਾਜ ਦੇ ਦੌਰ ਤੋਂ ਹੀ ਦੇਖੀਏ ਕਿ ਜੋ ਤਕਸ਼ਲਾ ਹੈ, ਜੋ ਉਹਨਾਂ ਦਾ ਸੂਬਾ ਸੀ, ਜੋ ਕਿ ਅੱਜ ਦਾ ਪੰਜਾਬ ਹੈ, ਪੰਜਾਬ ਦਾ ਰੀਜਨ, ਉੱਥੇ ਸਮੇਂ-ਸਮੇਂ ਬਗਾਵਤਾਂ ਉੱਠਦੀਆਂ ਰਹਿੰਦੀਆਂ ਸਨ। ਜਦ ਕਿ ਸਮਰਾਟ ਅਸ਼ੋਕ, ਜਦ ਕਿ ਉਹ ਜੈਨ ਦਾ ਗਵਰਨਰ ਸੀ, ਉਸ ਨੂੰ ਵੀ ਤਕਸ਼ਲਾ ਦੇ ਵਿੱਚ ਜੋ ਇੱਕ ਬਗਾਵਤ ਉੱਠੀ ਸੀ ਉਸ ਨੂੰ ਦਬਾਉਣ ਵਾਸਤੇ ਭੇਜਿਆ ਗਿਆ ਪਾਟਲੀਪੁੱਤਰ ਜਾਂ ਕੇਂਦਰ ਸਰਕਾਰ ਵੱਲੋਂ ਉਸ ਸਮੇਂ ਦੀ। ਜੇ ਅਸੀਂ ਮੁਗਲ ਕਾਲ ਦੇ ਦੌਰਾਨ ਦੇਖੀਏ ਤਾਂ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਸਾਡੇ ਕੋਲ ਜਿਸ ਤਰ੍ਹਾਂ ਕਿ ਅਸੀਂ ਅਕਬਰ ਦੇ ਦੌਰ ਵਿੱਚ ਲਾ ਲਈਏ ਕਿ ਦੁੱਲਾ ਭੱਟੀ ਦੀ ਐਗਜ਼ਾਮਪਲ ਅਸੀਂ ਲੈ ਲਈਏ ਜੀ, ਉਹ ਵੀ ਕੇਂਦਰੀ ਤਾਕਤ ਨੂੰ ਹਮੇਸ਼ਾ ਚੈਲੰਜ ਕਰਦੇ ਰਹੇ, ਟੈਕਸ ਦੇਣ ਤੋਂ ਮੁਨਕਰ ਰਹੇ। ਉਹ ਜੋ ਆਪਣੇ ਲਾਹੌਰ ਜੋ ਮੁਗਲ ਸ਼ਾਸਨ ਦਾ ਸੈਂਟਰ ਸੀ, ਉਸ ਤੋਂ ਜੋ ਰਾਵਲਪਿੰਡੀ ਹੈ ਉਹ ਬਾਗੀ ਰਹੀ ਦੁੱਲੇ ਭੱਟੀ ਦੀ ਅਗਵਾਈ ਦੇ ਵਿੱਚ। ਇਸ ਤਰ੍ਹਾਂ ਸਮੇਂ-ਸਮੇਂ ਜੋ ਪੰਜਾਬ ਹੈ ਉਹ ਕੇਂਦਰੀ ਇੱਕ ਸਰਕਾਰ ਨੂੰ ਜਾਂ ਕੇਂਦਰ ਦੇ ਕੰਟਰੋਲ ਨੂੰ ਜਾਂ ਕਿਸੇ ਫੋਰਨਰਸ ਦੇ ਹਮਲੇ ਨੂੰ ਜਾਂ ਕਿਸੇ ਬਾਹਰੀ ਤਾਕਤ ਦੇ ਕੰਟਰੋਲ ਨੂੰ ਰੈਜ਼ਿਸਟ ਕਰਦਾ ਰਿਹਾ, ਕਿਉਂਕਿ ਜੋ ਪੰਜਾਬੀਆਂ ਦੀ ਜੋ ਇੱਕ ਸੁਭਾਅ ਹੈ ਆਜ਼ਾਦੀ ਦਾ ਤੇ ਕਿਸੇ ਦੀ ਗੁਲਾਮੀ ਨਾ ਮੰਨਣ ਦਾ ਤੇ ਆਪਣੇ ਮਨ ਦੇ ਮੁਤਾਬਕ ਚੱਲਣ ਦਾ, ਸੋ ਇਹ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਵਿੱਚ ਰਹੀ ਹੈ। ਇਸੇ ਦੇ ਤਹਿਤ ਆਜ਼ਾਦ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਮੰਗਾਂ ਉੱਠਦੀਆਂ ਰਹੀਆਂ, ਜਿਹਦੇ ਵਿੱਚ ਕਿ ਜੇ ਮੈਂ ਕਹਾਂ ਕਿ ਇਕੱਲੇ ਪੰਜਾਬ ਦੇ ਨਹੀਂ, ਭਾਰਤ ਦੇ ਇਤਿਹਾਸ ਦੇ ਵਿੱਚ ਜੋ ਆਨੰਦਪੁਰ ਦਾ ਮਤਾ ਹੈ, ਆਨੰਦਪੁਰ ਸਾਹਿਬ ਦਾ ਮਤਾ ਹੈ, ਉਹ ਬੜਾ ਜ਼ਰੂਰੀ ਹੈ ਉਸ ਦਾ ਅਧਿਐਨ ਕਰਨਾ ਤੇ ਉਸ ਦਾ ਬੈਕਗਰਾਉਂਡ ਸਮਝਣਾ ਜੀ। ਸੋ ਆਨੰਦਪੁਰ ਸਾਹਿਬ ਦਾ ਮਤਾ ਜੋ ਸੁਖਜੀਤ ਜੀ, ਇਸ ਦਾ ਇੱਕ ਬੈਕਗਰਾਉਂਡ ਹੈ, ਜਿਸ ਦਾ ਬੈਕਗਰਾਉਂਡ ਕਿ ਅਸੀਂ ਅਕਾਲੀ ਸਿਆਸਤ ਜੋ ਸੀ ਉਸ ਸਮੇਂ ਦੀ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ, ਉਸ ਦੇ ਵਿੱਚ ਇਸ ਨੂੰ ਟਰੇਸ ਕੀਤਾ ਜਾ ਸਕਦਾ ਹੈ। ਜੇ ਅਸੀਂ ਸਾਲ 1971 ਤੇ ਜਾਈਏ ਤਾਂ ਈਵਨ ਕਿ 1966 ਦੇ ਵਿੱਚ ਪੰਜਾਬੀ ਸੂਬਾ ਬਣ ਚੁੱਕਿਆ ਸੀ, ਜੋ ਕਿ ਇੱਕ ਅਕਾਲੀ ਦਲ ਦੀ ਬੜੀ ਲੌਂਗ ਸਟੈਂਡਿੰਗ ਡਿਮਾਂਡ ਸੀ, ਕਿਉਂਕਿ ਭਾਰਤ ਦੇ ਵਿੱਚ ਭਾਸ਼ਾ ਦੇ ਨਾਮ ਤੇ ਸੂਬੇ ਬਣਨ ਲੱਗੇ ਸਨ। ਭਾਸ਼ਾਈ ਉਸ ਨੂੰ ਗਰੁੱਪਿੰਗ ਨੂੰ ਮੁੱਖ ਰੱਖਦਿਆਂ ਹੋਇਆਂ ਸੂਬਿਆਂ ਨੂੰ ਬਣਾਇਆ ਗਿਆ, ਜੋ ਕਿ ਇੱਕ ਬੜਾ ਸਕਸੈਸਫੁਲ ਰਿਹਾ, ਜਿਸ ਦੇ ਨਾਲ ਕਿ ਨੈਸ਼ਨਲ ਇੰਟੀਗ੍ਰੇਸ਼ਨ ਹੋਰ ਤਕੜੀ ਹੋਈ। ਸੋ ਪੰਜਾਬੀ ਸੂਬੇ ਦੀ ਡਿਮਾਂਡ ਜੋ ਅਕਾਲੀ ਦਲ ਦੀ ਡਿਮਾਂਡ ਸੀ, ਜਿਸ ਨੂੰ ਕਿ ਜਵਾਹਰ ਲਾਲ ਨਹਿਰੂ ਰਿਜੈਕਟ ਕਰਦੇ ਆ ਰਹੇ ਸਨ, ਉਹਨਾਂ ਦਾ ਮੰਨਣਾ ਸੀ ਕਿ ਭਾਸ਼ਾ ਦੀ ਡਿਮਾਂਡ ਦੇ ਵਿੱਚ ਲਿਬਰਟੀ ਹੋਈ ਇੱਕ ਧਾਰਮਿਕ ਡਿਮਾਂਡ ਹੈ। ਉਹ ਇੱਕ ਸਮਝਦੇ ਨੇ ਕਿ ਭਾਸ਼ਾਈ ਬੇਸ ਤੇ ਨਹੀਂ ਇਹ ਸੂਬਾ ਮੰਗ ਰਿਹਾ ਅਕਾਲੀ ਦਲ ਦਾ ਅਸਲ ਏਜੰਡਾ ਧਾਰਮਿਕ ਹੈ। ਸੋ ਉਸ ਨੂੰ ਉਹ ਰਿਜੈਕਟ ਕਰਦੇ ਰਹੇ ਜਵਾਹਰ ਲਾਲ ਨਹਿਰੂ। ਪਰ 1966 ਦੇ ਵਿੱਚ ਆ ਕੇ ਜੋ
ਪੰਜਾਬੀ ਸੂਬਾ ਹੋਣ ਦੇ ਵਿੱਚ ਆ ਗਿਆ, ਜਿਸ ਦੇ ਪਿੱਛੇ ਕਿ ਕੁਝ ਲੋਕਾਂ ਦਾ, ਕੁਝ ਰਾਜਨੀਤਿਕ ਜੋ ਵਿਸ਼ੇਸ਼ੱਗੇ ਹਨ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਦੀ ਆਪਣੀ ਪੋਲਿਟਿਕਸ ਸੀ ਉਸ ਦੇ ਪਿੱਛੇ, ਕਿਉਂਕਿ ਜੋ ਯੂਨਾਈਟਿਡ ਪੰਜਾਬ ਸੀ, ਜਿਸ ਦੇ ਵਿੱਚ ਕਿ ਹਿਮਾਚਲ ਅਤੇ ਹਰਿਆਣਾ ਆਉਂਦਾ ਸੀ ਤੇ ਪੰਜਾਬ ਆਉਂਦਾ ਸੀ, ਉਸ ਦੇ ਵਿੱਚ ਅਕਾਲੀ ਦਲ ਦਾ ਸਰਕਾਰ ਬਣਾਉਣਾ ਜਾਂ ਸੱਤਾ ਦੇ ਵਿੱਚ ਆਉਣਾ ਕਦੇ ਵੀ ਪੋਸੀਬਲ ਨਹੀਂ ਸੀ। ਸੋ ਇਸ ਲਈ ਉਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ ਤੇ ਜਦ 66 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ, ਫਿਰ 1971 ਆਉਂਦਿਆਂ ਜੋ ਅਕਾਲੀ ਦਲ ਦੀਆਂ ਆਸਾਂ ਸਨ ਉਹਨਾਂ ਨੂੰ ਬੂਰ ਨਹੀਂ ਪਿਆ। ਹਾਲਾਂਕਿ ਇੱਕ ਵਾਰ ਤਾਂ ਜੋ ਉਹਨਾਂ ਦੀ ਸਰਕਾਰ ਬਣੀ, ਪਰ 1971 ਆਉਂਦਿਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ 13 ਸੀਟਾਂ ਦੇ ਵਿੱਚੋਂ ਪੰਜਾਬ ਦੀਆਂ ਜੋ ਅਕਾਲੀ ਦਲ ਨੇ ਸਿਰਫ ਇੱਕ ਸੀਟ ਜਿੱਤੀ ਜੀ। ਇਹ ਸਭ ਪੰਜਾਬੀ ਸੂਬਾ ਬਣਨ ਤੋਂ ਬਾਅਦ, ਜਦਕਿ ਅਕਾਲੀ ਦਲ ਇਹ ਮੰਨਦਾ ਸੀ ਜਾਂ ਸਮਝਦਾ ਸੀ ਆਪਣੀ ਕਿ ਅਸੀਂ ਹੁਣ ਪੰਜਾਬ ਦੀ ਪੋਲਿਟਿਕਸ ਨੂੰ ਡੋਮੀਨੇਟ ਕਰਾਂਗੇ। ਸੋ ਉਹ 13 ਦੇ ਵਿੱਚੋਂ ਇੱਕ ਸੀਟ ਅਕਾਲੀ ਦਲ ਨੂੰ ਮਿਲਦੀ ਹੈ 1971 ਦੇ ਵਿੱਚ। 1972 ਦੇ ਵਿੱਚ ਜੋ ਵਿਧਾਨ ਸਭਾ ਇਲੈਕਸ਼ਨ ਹੋਈ, ਉਸ ਦੇ ਵਿੱਚ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ ਅਕਾਲੀ ਦਲ ਦੀ ਝੋਲੀ ਕੇਵਲ 24 ਸੀਟਾਂ ਪਈਆਂ। ਸੋ ਇੱਥੇ ਸੁਖਜੀਤ ਜੀ ਇਹ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜੋ ਪੰਜਾਬੀ ਸੂਬਾ ਬਣਨ ਤੋਂ ਬਾਅਦ ਜੋ ਅਕਾਲੀ ਦਲ ਦਾ ਸੁਪਨਾ ਸੀ ਪੰਜਾਬ ਦੀ ਪੋਲਿਟਿਕਸ ਨੂੰ ਡੋਮੀਨੇਟ ਕਰਨ ਦਾ, ਉਹ ਉਹਨਾਂ ਨੂੰ ਸਾਕਾਰ ਹੁੰਦਾ ਹੋਇਆ ਨਹੀਂ ਦਿਖਿਆ। ਤੋ 1972 ਦੇ ਵਿੱਚ ਗਿਆਨੀ ਜ਼ੈਲ ਸਿੰਘ ਸੀਐਮ ਬਣਦੇ ਨੇ ਤੇ ਜੋ ਅਕਾਲੀ ਦਲ ਹੈ ਉਸ ਨੂੰ ਕਾਫੀ ਪੋਲੀਟੀਕਲ ਹਾਸ਼ੀਏ ਦੇ ਉੱਤੇ ਧੱਕ ਦਿੱਤਾ ਜਾਂਦਾ ਹੈ, ਕਿਉਂਕਿ ਜੋ ਗਿਆਨੀ ਜ਼ੈਲ ਸਿੰਘ ਹਨ ਉਹ ਸਿੱਖ ਇਸ਼ੂਜ਼ ਦੇ ਉੱਤੇ ਬੜੀ ਉਹ ਕਮਾਂਡ ਰੱਖਦੇ ਸਨ ਤੇ ਉਹ ਅਕਾਲੀ ਦਲ ਨੂੰ ਇਕਲੌਤੇ ਕਾਂਗਰਸ ਦੇ ਇਹੋ ਜਿਹੇ ਲੀਡਰ ਸਨ ਜੋ ਪੰਥਕ ਮਸਲਿਆਂ ਦੇ ਉੱਤੇ, ਸਿੱਖੀ ਦੇ ਮਸਲਿਆਂ ਦੇ ਉੱਤੇ ਜੋ ਉਹਨਾਂ ਨੂੰ ਚੈਲੰਜ ਕਰਦੇ ਸਨ ਅਕਾਲੀ ਦਲ ਨੂੰ। ਸੋ ਇਸ ਤਰ੍ਹਾਂ ਅਕਾਲੀ ਦਲ ਨੇ ਆਪਦੇ ਆਪ ਨੂੰ ਕਾਫੀ ਹਾਸ਼ੀਏ ਉੱਤੇ ਜੋ ਸਟੇਟ ਦੀ ਸਿਆਸਤ ਦੇ ਵਿੱਚ ਜਾਂਦੇ ਦੇਖਿਆ ਜਾਂ ਪੋਲੀਟੀਕਲੀ ਆਪਦਾ ਕਾਫੀ ਨੁਕਸਾਨ ਹੁੰਦੇ ਦੇਖਿਆ, ਤੇ ਉਹਨਾਂ ਨੇ ਆਪਣੀ ਸਿਆਸਤ ਨੂੰ ਅੱਗੇ ਤੋਰਨ ਵਾਸਤੇ ਇੱਕ ਨਵੀਂ, ਜਿਸ ਤਰ੍ਹਾਂ ਕਿ ਪਹਿਲਾਂ ਪੰਜਾਬੀ ਸੂਬੇ ਦੀ ਡਿਮਾਂਡ ਚੱਲ ਰਹੀ ਸੀ, ਮੋਰਚੇ ਚੱਲ ਰਹੇ ਸੀ, ਉਸ ਦੇ ਵਾਸਤੇ ਉਹਨਾਂ ਨੇ ਅਕਾਲੀ ਦਲ ਦਾ ਮੋਰਚੇ ਨੇ ਉਸ ਸੰਘਰਸ਼ ਤੋਂ ਉਭਾਰ ਹੋਇਆ। ਆਪਣੇ ਆਪ ਨੂੰ ਹਾਸ਼ੀਏ ਉੱਤੇ ਜਾਂਦੇ ਦੇਖਦਿਆਂ ਉਹਨਾਂ ਨੇ ਇੱਕ ਆਪਣੀ ਪੋਲਿਟਿਕਸ ਨੂੰ ਅੱਗੇ ਤੋਰਿਆ ਤੇ 11 ਦਸੰਬਰ 1972 ਨੂੰ ਅਕਾਲੀ ਦਲ ਨੇ ਇੱਕ ਸਬ ਕਮੇਟੀ ਬਣਾਈ ਇਸ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ, ਪੋਲੀਟੀਕਲ ਸਿਚੁਏਸ਼ਨ ਦਾ ਸਾਰਾ ਜਾਇਜ਼ਾ ਲੈਣ ਵਾਸਤੇ ਸੂਬੇ ਦੇ ਵਿੱਚ, ਮੁਲਕ ਦੇ ਵਿੱਚ ਉਹ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਇੱਕ ਸਬ ਕਮੇਟੀ ਬਣਾਈ, ਜਿਸ ਦੇ ਵਿੱਚ ਕਿ ਬੜੇ ਸਟਾਰ ਵਾਲਟ ਜੋ ਅਕਾਲੀ ਦਲ ਦੇ ਸਿਰਕੱਢ ਆਗੂ ਉਸ ਦੇ ਮੈਂਬਰ ਸਨ ਕਮੇਟੀ ਦੇ ਜੀ। ਜੋ ਹੋਰ ਇਸ ਕਮੇਟੀ ਬਾਰੇ ਜੋ ਬੜੀ ਜ਼ਰੂਰੀ ਗੱਲ ਹੈ ਸੁਖਜੀਤ ਜੀ, ਉਹ ਹੈ ਕਿ ਸਰਦਾਰ ਕਪੂਰ ਸਿੰਘ ਜੋ ਕਿ ICS ਅਫਸਰ ਪਹਿਲਾਂ ਰਹਿ ਚੁੱਕੇ ਸਨ ਤੇ ਸਿੱਖ ਵਿਦਵਾਨ ਤੇ ਸਿੱਖ ਚਿੰਤਕ ਬੜੇ ਉਹਨਾਂ ਨੂੰ ਮੰਨਿਆ ਜਾਂਦਾ ਹੈ, ਉਹ ਇਸ ਕਮੇਟੀ ਨੂੰ ਸਲਾਹ ਦੇ ਰਹੇ ਸਨ। ਉਹ ਇਸ ਕਮੇਟੀ ਨੂੰ, ਇੱਕੋ ਕਮੇਟੀ ਸਰਦਾਰ ਕਪੂਰ ਸਿੰਘ ਨਾਲ ਕੰਸਲਟ ਕਰ ਰਹੀ ਸੀ ਤੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੋ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਮਤਾ ਹੈ ਉਸ ਨੂੰ ਡਰਾਫਟ ਕਰਨ ਵਾਲੇ ਜਾਂ ਉਸ ਨੂੰ ਇਹ ਰੂਪ ਦੇਣ ਪਿੱਛੇ ਸਰਦਾਰ ਕਪੂਰ ਸਿੰਘ ਦਾ ਬੜਾ ਵੱਡਾ ਹੱਥ ਹੈ। ਸੋ ਇਸ ਕਮੇਟੀ ਦੀ ਡਿਸਕਸ਼ਨ ਦੇ ਵਿੱਚੋਂ ਸੁਖਜੀਤ ਜੀ ਇੱਕ ਡਰਾਫਟ ਉੱਭਰ ਕੇ ਸਾਹਮਣੇ ਆਇਆ, ਜਿਸ ਨੂੰ ਕਿ ਅਕਤੂਬਰ 1973 ਦੇ ਵਿੱਚ ਇਸ ਅਕਾਲੀ ਦਲ ਦੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਉਸ ਡਰਾਫਟ ਨੂੰ ਅਡਾਪਟ ਕੀਤਾ, ਜੋ ਕਿ ਅਨੰਦਪੁਰ ਸਾਹਿਬ ਵਿਖੇ ਜੋ ਮੀਟਿੰਗ ਹੋਈ ਅਤੇ ਉਸ ਡਰਾਫਟ ਦੇ ਪਾਸ ਹੋਣ ਤੋਂ ਬਾਅਦ ਇਸ ਨੂੰ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਗਿਆ ਜੀ। ਸੋ ਇਸ ਮਤੇ ਦੇ ਵਿੱਚ ਜੋ ਕੁਝ ਬੜੀਆਂ ਅਹਿਮ, ਹਾਲਾਂਕਿ ਬਹੁਤ ਧਾਰਮਿਕ ਸਿਆਸੀ ਮੰਗਾਂ ਇਸ ਦੇ ਵਿੱਚ ਸਨ, ਕਿਉਂਕਿ ਅਕਾਲੀ ਦਲ ਇੱਕ ਆਪਣੇ ਆਪ ਨੂੰ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਪਾਰਟੀ, ਪੰਥ ਦੀ ਨੁਮਾਇੰਦਾ ਪਾਰਟੀ, ਜੋ ਕਿ ਉਹ ਕਿਸੇ ਸਮੇਂ ਇੱਕ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਧਰੋਹਰ ਵੀ ਰਹੀ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਸੋ ਉਹਨਾਂ ਦੇ ਧਾਰਮਿਕ ਮਸਲੇ ਸਨ ਜੋ ਸਿੱਖਾਂ ਦੇ, ਉਸ ਨਾਲ ਵੀ ਵਰਣਨ ਕਾਫੀ ਡਿਟੇਲ ਦੇ ਵਿੱਚ ਸੀ, ਪਰ ਕਿਉਂਕਿ ਸਾਡਾ ਜੋ ਅੱਜ ਦਾ ਵਿਸ਼ਾ ਹੈ ਉਹ ਫੈਡਰਲਿਜ਼ਮ ਨਾਲ ਸੰਬੰਧਿਤ ਹੈ, ਸੋ ਇਸ ਲਈ ਅਸੀਂ ਜੋ ਉਸ ਦਾ ਜੋ ਆਸਪੈਕਟ ਹੈ, ਫੈਡਰਲਿਜ਼ਮ ਦਾ ਆਸਪੈਕਟ ਹੈ, ਉਸ ਦੇ ਉੱਤੇ ਹੀ ਚਰਚਾ ਕਰਾਂਗੇ। ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਗੱਲ ਕਹੀ ਗਈ ਕਿ ਜੋ ਭਾਰਤ ਦਾ ਸੰਵਿਧਾਨ ਹੈ, ਸਮਾਂ ਆ ਚੁੱਕਿਆ ਹੈ
ਕਿ ਜੋ ਭਾਰਤ ਦਾ ਸੰਵਿਧਾਨ ਹੈ ਉਸ ਨੂੰ ਐਕਚੁਅਲ ਜੋ ਹੈ ਇੱਕ ਫੈਡਰਲ ਸ਼ੇਪ ਦਿੱਤੀ ਜਾਵੇ। ਸਟਰੋਂਗ ਸੈਂਟਰ ਜੋ ਭਾਰਤ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੇਖਿਆ ਕਨਸਟੀਟਿਊਸ਼ਨ ਨੇ ਕ੍ਰੀਏਟ ਕੀਤਾ, ਉਸ ਨੂੰ ਚੇਂਜ ਕਰਦੇ ਹੋਇਆਂ ਜੋ ਫੈਡਰਲ ਸੂਬਿਆਂ ਦੀਆਂ ਤਾਕਤਾਂ ਨੇ ਉਸ ਨੂੰ ਵਧਾਇਆ ਜਾਵੇ। ਉਸ ਦੇ ਵਿੱਚ ਇਹ ਵੀ ਮੰਗ ਰੱਖੀ ਗਈ ਕਿ ਜੋ ਸੈਂਟਰਲ ਇੰਟਰਵੈਂਸ਼ਨ ਹੈ ਪੰਜਾਬ ਦੇ ਵਿੱਚ, ਜੋ ਕੇਂਦਰ ਸਰਕਾਰ ਹੈ ਉਹ ਸਿਰਫ ਡਿਫੈਂਸ, ਫੋਰਨ ਅਫੇਅਰਸ, ਪੋਸਟ, ਕਰੰਸੀ ਅਤੇ ਰੇਲਵੇਜ਼, ਇਹਨਾਂ 5 ਚੀਜ਼ਾਂ ਨੂੰ ਜੋ ਕੇਂਦਰ ਸਰਕਾਰ ਹੈ ਉਹ ਆਪਣੇ ਅਧਿਕਾਰ ਖੇਤਰ ਵਿੱਚ ਰੱਖੇ ਅਤੇ ਜੋ ਬਾਕੀ ਸਾਰੀਆਂ ਤਾਕਤਾਂ ਨੇ ਉਹ ਸੂਬੇ ਨੂੰ ਦਿੱਤੀਆਂ ਜਾਣ, ਤਾਂ ਕਿ ਜੋ ਸੂਬਾ ਹੈ ਉਹ ਆਪਣੇ ਧਾਰਮਿਕ ਰਾਜਨੀਤਿਕ ਜੋ ਮਸਲੇ ਨੇ, ਜੋ ਸਿੱਖ ਨੇ, ਉਹ ਉਹਨਾਂ ਦਾ ਨਿਪਟਾਰਾ ਖੁਦ ਆਪਣੀ ਸਮਝ ਬੂਝ ਦੇ ਮੁਤਾਬਕ ਉਹ ਇਸ ਨੂੰ ਕਰ ਸਕਣ। ਜੀ ਲਵਲੀਨ ਜੀ, ਤੁਸੀਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕੀਤੀ ਕਿ ਉਸ ਟਾਈਮ ਤੇ ਲੀਡਰਸ ਬੜੇ ਸੂਝਵਾਨ ਅਤੇ ਅਸੂਲਾਂ ਦੇ ਪੱਕੇ ਸਨ। ਹਾਲਾਂਕਿ ਰਾਜਨੀਤੀ ਵੀ ਆਪਣਾ ਰੋਲ ਅਦਾ ਕਰਦੀ ਰਹੀ ਆ, ਪਰ ਕੀ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇ ਰਿਹਾ ਹੈ? ਸੁਖਜੀਤ ਜੀ, ਇਹ ਤੁਹਾਡਾ ਸਵਾਲ ਬੜਾ ਵਾਜਿਬ ਹੈ, ਕਿਉਂਕਿ ਜੇ ਅਸੀਂ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਜੇ ਫੈਡਰਲਿਜ਼ਮ ਦੀ ਚਰਚਾ ਕਰੀਏ ਤਾਂ ਉਸ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਹੈ ਉਹ ਬੜਾ ਇੱਕ ਕੇਂਦਰੀ ਰੋਲ ਹੈ। ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜੋ ਅਕੋਰਡਿੰਗ ਟੂ ਸ਼੍ਰੋਮਣੀ ਅਕਾਲੀ ਦਲ ਜਾਂ ਜੋ ਇੱਕ ਮਾਨਤਾ ਲੋਕਾਂ ਦੇ ਵਿੱਚ ਬਣੀ ਹੋਈ ਸੀ, ਉਹ ਪੰਥ ਦੀ ਨੁਮਾਇੰਦਾ ਪਾਰਟੀ ਤਾਂ ਸੀ ਹੀ ਜੀ। ਉਸ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਰੀਜਨਲ ਪਾਰਟੀ ਵੀ ਹੈ ਜੀ। ਪੰਜਾਬ ਕੇਂਦਰਿਤ ਪਾਰਟੀ ਹੈ, ਪੰਜਾਬ ਦੇ ਵਿੱਚ ਹੀ ਪਾਰਟੀ ਉਪਜੀ ਹੈ ਤੇ ਪੰਜਾਬ ਦੇ ਵਿੱਚ ਹੀ ਇਸ ਪਾਰਟੀ ਨੇ ਆਪਣੀ ਸਿਆਸਤ ਚਲਾਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਨੂੰ ਹੀ ਲੈ ਕੇ ਅੱਗੇ ਚੱਲਣਾ ਹੈ। ਸੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਰੀਜਨਲ ਪਾਰਟੀ ਹੈ ਜਿਸ ਦਾ ਕਿ ਬੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੇ ਇਤਿਹਾਸ ਦੇ ਵਿੱਚ, ਪੰਜਾਬ ਦੇ ਭਵਿੱਖ ਦੇ ਵਿੱਚ ਵੀ ਮੈਂ ਕਹਾਂਗਾ ਕਿ ਬੜਾ ਹੀ ਰੋਲ ਇਸ ਪਾਰਟੀ ਨੇ ਅਦਾ ਕਰਨਾ ਹੈ। ਸੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਪਹਿਲਾਂ, ਚਾਹੇ ਉਹ ਪੰਜਾਬੀ ਸੂਬੇ ਦੀ ਮੰਗ ਹੋਵੇ, ਫਿਰ ਚਾਹੇ ਉਹ ਅਨੰਦਪੁਰ ਸਾਹਿਬ ਦਾ ਮਤਾ ਹੋਵੇ, ਸ਼ੁਰੂ ਤੋਂ ਹੀ ਜੋ ਇੱਕ ਬੜੇ ਤਰੀਕੇ ਨਾਲ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ, ਪੰਜਾਬ ਦੇ ਤੇ ਸਿੱਖਾਂ ਦੇ ਹਿੱਤਾਂ ਵਾਸਤੇ ਆਵਾਜ਼ ਬੁਲੰਦ ਕਰਦੀ ਰਹੀ ਹੈ। ਤੇ ਦੇਸ਼ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਐਮਰਜੈਂਸੀ ਦੇ ਦੌਰਾਨ, ਜਦ ਕਿ ਉਹ ਐਮਰਜੈਂਸੀ ਦਾ ਕਾਲਾ ਦੌਰ ਹਨੇਰੀ ਝੁੱਲ ਰਹੀ ਸੀ ਜ਼ੁਲਮ ਦੀ, ਐਮਰਜੈਂਸੀ ਦੇ ਨਾਮ ਤੇ ਲੋਕਾਂ ਦੇ ਹੱਕ ਹਕੂਕ ਖਤਰੇ ਵਿੱਚ ਆ ਚੁੱਕੇ ਸਨ। ਈਵਨ ਬੇਸਿਕ ਫੰਡਾਮੈਂਟਲ ਜੋ ਹਿਊਮਨ ਸਾਡੀਆਂ ਰਾਈਟਸ ਨੇ, ਜੋ ਭਾਰਤ ਦਾ ਸੰਵਿਧਾਨ ਸਾਨੂੰ ਦਿੰਦਾ ਹੈ, ਉਸ ਤੋਂ ਵੀ ਸਰਕਾਰ ਜੋ ਕੇਂਦਰ ਦੀ ਹੈ ਉਹ ਮੁਨਕਰ ਹੋ ਚੁੱਕੀ ਸੀ ਅਤੇ ਜਜਮੈਂਟਸ ਵੀ ਆ ਗਈਆਂ ਸਨ ਕਿ ਲੋਕਾਂ ਦੇ ਕੋਲੇ ਕੋਈ ਫੰਡਾਮੈਂਟਲ ਰਾਈਟਸ ਨਹੀਂ ਹਨ। ਉਸ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੋਢੀ ਹੋ ਕੇ, ਮੂਹਰੇ ਲੱਗ ਕੇ ਸੂਬਿਆਂ ਦੇ ਅਧਿਕਾਰਾਂ ਦੀ ਅਤੇ ਭਾਰਤ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜੀ, ਜਿਸ ਦੇ ਤਹਿਤ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਜੋ ਅਕਾਲੀ ਦਲ ਦੇ ਸਿਰਕੱਢ ਆਗੂ ਪ੍ਰਧਾਨ ਵੀ ਉਹ ਰਹੇ, ਉਹਨਾਂ ਨੇ ਗ੍ਰਿਫਤਾਰੀਆਂ ਦੇਣ ਦਾ ਇੱਕ ਦੌਰ ਐਮਰਜੈਂਸੀ ਦੇ ਵਿੱਚ ਚਲਾਈ ਰੱਖਿਆ। ਅਤੇ ਹਾਲਾਂਕਿ ਇਹ ਵੀ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਬਹੁਤ ਤਰ੍ਹਾਂ ਦੇ ਕੇਂਦਰ ਨੇ ਉਹਨਾਂ ਨਾਲ ਸਮਝੌਤੇ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਐਮਰਜੈਂਸੀ ਦੇ ਦੌਰਾਨ ਉਹ ਝੁਕੇ ਨਹੀਂ। ਇਹਦੇ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬੜਾ ਹੀ ਬਹਾਦਰੀ ਦਾ ਰੋਲ ਅਦਾ ਕਰਦਿਆਂ ਹੋਇਆਂ ਜੇਲ੍ਹ ਭਰੋ ਅੰਦੋਲਨ ਚਲਾਇਆ ਅਤੇ ਐਮਰਜੈਂਸੀ ਨਾਲ ਉਹ ਦੋ ਹੱਥ ਕਰਦੇ ਰਹੇ ਜੀ। ਬਾਅਦ ਦੇ ਵਿੱਚ ਵੀ ਉਹ ਸੂਬਿਆਂ ਦੀਆਂ ਜੋ ਵੱਧ ਅਧਿਕਾਰਾਂ ਦੀਆਂ ਮੰਗਾਂ ਜੋ ਅਨੰਦਪੁਰ ਦੇ ਮਤੇ ਦੇ ਵਿੱਚ ਅਸੀਂ ਦੇਖੀਆਂ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਅਸੀਂ ਦੇਖੀਆਂ, ਉਹਨਾਂ ਨੂੰ ਅਕਾਲੀ ਦਲ ਨੇ ਇੱਕ ਬੜੇ ਹੀ ਸੁਚੱਜੇ ਢੰਗ ਨਾਲ ਉਹਨਾਂ ਨੂੰ ਆਰਟੀਕੂਲੇਟ ਕੀਤਾ ਅਤੇ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੂੰ ਇੱਕ ਮੰਗਾਂ ਨੂੰ ਰੱਖਿਆ ਅਤੇ ਇੱਕ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਇੱਕ ਆਵਾਜ਼ ਉਠਾਈ, ਜਿਸ ਦੇ ਵਿੱਚ ਕੀ ਬੜੇ ਇੰਟੈਲੈਕਚੁਅਲਸ ਦੀ ਵੀ ਇਨਵੋਲਵਮੈਂਟ ਸੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਰਦਾਰ ਕਪੂਰ ਸਿੰਘ ਦੀ ਉਸ ਦੇ ਵਿੱਚ ਇਨਵੋਲਵਮੈਂਟ ਸੀ। ਤੇ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਪੜ੍ਹੋ ਤਾਂ ਉਹ ਪੜ੍ਹ ਕੇ ਪਤਾ ਲੱਗਦਾ ਹੈ ਕਿ ਬੜੀ ਇਸ ਨੂੰ ਕਿਸੇ ਵਿਦਵਾਨ ਦੀ ਕੋਈ ਛੋਹ ਪ੍ਰਾਪਤ ਹੈ, ਤਾਂ ਬੜੀ ਕਿਸੇ ਪਤਾ ਲੱਗਦਾ ਹੈ ਕਿ ਇੰਟੈਲੈਕਚੁਅਲਸ ਨੇ ਇਸ ਦੇ ਉੱਤੇ ਕੰਮ ਕੀਤਾ ਹੋਇਆ, ਜਿਸ ਤਰ੍ਹਾਂ ਉਸ ਨੂੰ ਡਰਾਫਟ ਕੀਤਾ ਗਿਆ ਹੈ। ਸੋ ਜੇ ਅਕਾਲੀ ਦਲ ਦੀ ਇਹ ਸਿਆਸਤ ਚੱਲਦੀ ਰਹੀ, ਪਰ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਮੋੜਾ ਕਿੱਥੋਂ ਆਉਂਦਾ ਹੈ, ਉਹ ਜੇ ਅਸੀਂ ਦੇਖਣਾ ਹੋਵੇ ਤਾਂ 1997 ਦੇ ਵਿੱਚ
ਜਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਕਾਫੀ ਜੋ ਇੱਕ ਕੇਂਦਰ ਦੇ ਖਿਲਾਫ ਇੱਕ ਸਖਤ ਸਟੈਂਡ ਅਕਾਲੀ ਦਲ ਲਿਆ ਕਰਦਾ ਸੀ ਹਰੇਕ ਮਸਲੇ ਦੇ ਉੱਤੇ, ਜੀ ਉਸ ਮਸਲੇ ਦੇ ਵਿੱਚ ਉਸ ਸਟੈਂਡ ਦੇ ਵਿੱਚ ਕੁਝ ਨਰਮਾਈ ਸਾਨੂੰ ਆਉਂਦੀ ਦਿਖੀ, ਕਿਉਂਕਿ ਇੱਕ ਕੇਂਦਰ ਦੀ ਸਰਕਾਰ ਨਾਲ ਵਿੱਚ ਉਹ ਭਾਈਵਾਲ ਬਣ ਚੁੱਕੇ ਸਨ। ਕੇਂਦਰ ਦੀ ਸਰਕਾਰ ਦੇ ਵਿੱਚ ਵੀ ਤੇ ਸੂਬਾ ਸਰਕਾਰ ਦੇ ਵਿੱਚ ਵੀ ਇੱਕ ਕੇਂਦਰੀ ਪਾਰਟੀ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ। ਤੇ ਉਸ ਦੌਰ ਤੋਂ ਲੈ ਕੇ ਸੁਖਜੀਤ ਜੀ ਅੱਜ ਤੱਕ ਆਉਂਦਿਆਂ ਤਾਂ ਜੋ ਅਕਾਲੀ ਦਲ ਹੈ ਜਾਂ ਅਕਾਲੀ ਲੀਡਰ ਹਨ ਉਹਨਾਂ ਦਾ ਪੂਰੀ ਤਰ੍ਹਾਂ ਕਿਰਦਾਰ ਹੀ ਬਦਲ ਚੁੱਕਿਆ ਹੈ ਜੀ। ਜੋ ਕਿਸੇ ਟਾਈਮ ਅਕਾਲੀ ਦਲ ਇੱਕ ਬਹਾਦਰੀ ਨਾਲ ਧਾਰਮਿਕ ਮਸਲਿਆਂ ਦੇ ਉੱਤੇ, ਰਾਜਨੀਤਿਕ ਮਸਲਿਆਂ ਦੇ ਉੱਤੇ, ਪੰਜਾਬ ਦੇ ਅਧਿਕਾਰਾਂ ਲਈ, ਸੂਬਿਆਂ ਦੇ ਅਧਿਕਾਰਾਂ ਲਈ ਜੋ ਇੱਕ ਸੰਘਰਸ਼ ਵਿੱਢਦਾ ਹੁੰਦਾ ਸੀ, ਜੋ ਤਕੜਾ ਹੋ ਕੇ ਇੱਕ ਲੜਾਈ ਲੜਦਾ ਹੁੰਦਾ ਸੀ, ਜੇਲ੍ਹਾਂ ਭਰਦਾ ਹੁੰਦਾ ਸੀ, ਉਹ ਕੁਝ ਵੀ ਸਾਨੂੰ ਹੁਣ ਦੇਖਣ ਨੂੰ ਨਹੀਂ ਮਿਲਦਾ ਅਕਾਲੀਆਂ ਦੇ ਵਿੱਚ, ਅੱਜ ਦੇ ਅਕਾਲੀਆਂ ਦੇ ਵਿੱਚ। ਜੀ ਬਿਲਕੁਲ ਵੀ ਨਹੀਂ। ਜੋ ਫੈਡਰਲਿਜ਼ਮ ਦਾ ਇੱਕ ਮੇਨ ਇੱਕ ਥੰਮ ਸੀ ਜਿਸ ਦੇ ਉੱਤੇ ਅਕਾਲੀ ਸਿਆਸਤ ਖੜੀ ਸੀ, ਅੱਜ ਉਹ ਥੰਮ ਕੰਪਲੀਟਲੀ ਗਿਰ ਚੁੱਕਿਆ ਹੈ। ਜੀ ਤੁਸੀਂ ਦੇਖੋ ਕਿ ਅੱਜ ਦੇ ਜੋ ਅਕਾਲੀ ਆਗੂ ਹਨ, ਜੋ ਅਕਾਲੀ ਦਲ ਦੇ ਪ੍ਰਧਾਨ ਨੇ, ਜਦ ਕੇਂਦਰ ਦੀ ਸਰਕਾਰ ਨੇ ਜੰਮੂ ਐਂਡ ਕਸ਼ਮੀਰ ਦੀ ਸਟੇਟ ਨੂੰ ਭੰਗ ਕਰਕੇ ਉਸ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਤਾਂ ਜੋ ਫੈਡਰਲ ਤਾਕਤਾਂ ਨੇ, ਜੋ ਇੱਕ ਸਟਰੋਂਗ ਫੈਡਰਲ ਸਿਸਟਮ ਭਾਰਤ ਦੇ ਵਿੱਚ ਜੋ ਕੁਵਤਾਂ ਜੋ ਪਾਰਟੀਆਂ ਚਾਹੁੰਦੀਆਂ ਨੇ, ਉਹਨਾਂ ਦਾ ਇੱਕ ਫਰਜ਼ ਬਣਦਾ ਸੀ ਕਿ ਉਸ ਫੈਸਲੇ ਦੇ ਉੱਤੇ ਉਹ ਕੇਂਦਰ ਸਰਕਾਰ ਨੂੰ ਇਤਰਾਜ਼ ਜਤਾਉਂਦੇ ਆਉਣ। ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਸ ਪਾਰਟੀ ਨੇ ਭਾਰਤ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਆਂਦਾ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਡਿਮਾਂਡ ਹਰ ਵਕਤ ਕਰਦੀ ਰਹੀ, ਉਸ ਦੇ ਪ੍ਰਧਾਨ ਨੇ ਇੱਕ ਲਫ਼ਜ਼ ਵੀ ਇਸ ਫੈਸਲੇ ਦੇ ਖਿਲਾਫ, ਜੰਮੂ ਕਸ਼ਮੀਰ ਦੀ ਸਟੇਟ ਨੂੰ ਭੰਗ ਕਰਨ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਬੋਲਿਆ, ਕਿਤੇ ਵੀ ਆਪਣਾ ਵਿਰੋਧ ਜੋ ਹੈ ਉਹ ਦਰਜ ਨਹੀਂ ਕਰਵਾਇਆ। ਜੀ ਉਹ ਚੁੱਪੀ ਧਾਰੀ ਰੱਖੀ ਉਹਨਾਂ ਨੇ ਇਸ ਮੁੱਦੇ ਤੇ, ਚੁੱਪੀ ਧਾਰੀ ਰੱਖੀ, ਜੋ ਕਿਸ ਕਰਕੇ ਆਪਣੀ ਰਾਜਨੀਤਿਕ ਹਿੱਤਾਂ ਦੇ ਵਾਸਤੇ ਜੀ ਅਕਾਲੀ ਦਲ ਦੇ ਸਿਧਾਂਤਾਂ ਨੂੰ, ਪੰਥ ਦੇ ਸਿਧਾਂਤਾਂ ਨੂੰ, ਸਿੱਖੀ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ ਤੇ ਜੋ ਫੈਡਰਲਿਜ਼ਮ ਦਾ ਸੀ, ਜੋ ਪੰਜਾਬ ਦੇ ਹਿੱਤਾਂ ਨੂੰ ਇੱਕ ਮਜ਼ਬੂਤੀ ਨਾਲ ਰੱਖਣ ਦਾ ਜੋ ਇੱਕ ਏਜੰਡਾ ਸੀ ਅਕਾਲੀ ਦਲ ਦਾ, ਉਸ ਨੂੰ ਵੀ ਟੰਗ ਦਿੱਤਾ। ਜੀ ਜਿਸ ਮਕਸਦ ਦੇ ਨਾਲ ਇਹ ਬਣਾਇਆ ਗਿਆ ਸੀ ਉਹ ਮਕਸਦ ਹੀ ਖਤਮ ਕਰਕੇ ਜੋ ਆਪਣੀ ਇੱਕ ਰੀਜਨਲ ਪਾਰਟੀ ਦਾ ਜੋ ਫਰਜ਼ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਉਸ ਫਰਜ਼ ਤੋਂ ਭੱਜ ਗਿਆ। ਦੂਸਰੀ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਕਿ ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਰਾਜਕਾਲ ਦੌਰਾਨ ਜੋ ਪੰਜਾਬ ਦੇ ਗਵਾਂਢੀ ਸੂਬੇ ਨੇ ਉਹਨਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਗਏ ਇੰਡਸਟਰੀ ਵਾਸਤੇ, ਜੀ ਜਿਸ ਦੇ ਤਹਿਤ ਕਿ ਜੋ ਪੰਜਾਬ ਦੀ ਇੰਡਸਟਰੀ ਹੈ, ਜ਼ਰੂਰ ਦੇਖੋ ਜੋ ਵਪਾਰੀ ਹੈ ਉਸਨੇ ਤਾਂ ਆਪਣਾ ਉਸਨੇ ਬੈਨੀਫਿਟ ਦੇਖਣਾ ਹੈ, ਤੋ ਇੰਡਸਟਰੀ ਸਾਡੀ ਗਵਾਂਢੀ ਸੂਬਿਆਂ ਦੇ ਵਿੱਚ ਭੱਜ ਗਈ, ਉਸ ਨੂੰ ਲੈ ਕੇ ਕੋਈ ਠੋਸ ਕਦਮ ਅਕਾਲੀ ਦਲ ਨਹੀਂ ਚੁੱਕ ਸਕਿਆ, ਜਦ ਕਿ ਉਹਨਾਂ ਦੀ ਆਪਦੀ ਭਾਈਵਾਲ ਪਾਰਟੀ ਕੇਂਦਰ ਦੇ ਵਿੱਚ ਸੀ ਅਤੇ ਪੰਜਾਬ ਦੇ ਇੰਟਰਸਟ ਤੇ ਉਹ ਗੱਲ ਉਲਟ ਜਾਂਦੀ ਸੀ। ਉਸ ਮੁੱਦੇ ਦੇ ਉੱਤੇ ਅਕਾਲੀ ਦਲ ਇੱਕ ਜੋ ਸਟਰੋਂਗ ਫੈਡਰਲ ਸੂਬੇ ਦੇ ਪੰਜਾਬ ਦੇ ਹਿੱਤਾਂ ਲਈ, ਸੂਬੇ ਦੇ ਹਿੱਤਾਂ ਲਈ ਕੋਈ ਉਹੋ ਜਿਹਾ ਚੱਕ ਹੀ ਨਹੀਂ ਸਕਿਆ, ਕੋਈ ਕਦਮ ਜਾਂ ਕੋਈ ਜਿਹਾ ਸਟੈਂਡ ਨਹੀਂ ਲੈ ਸਕਿਆ। ਨਿਘਾਰ ਤਾਂ ਅਕਾਲੀ ਦਲ ਦੇ ਵਿੱਚ ਦੇਖੋ ਸੁਖਜੀਤ ਜੀ, ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇਸ ਪੱਧਰ ਤੱਕ ਆ ਚੁੱਕਿਆ ਹੈ ਕਿ ਜੋ ਅਕਾਲੀ ਦਲ ਦੇ ਹਾਲ ਹੀ ਵਿੱਚ ਜਿਨ੍ਹਾਂ ਨੇ ਪਿੱਛੇ ਸਾਲ ਪਹਿਲਾਂ ਰਿਜ਼ਾਈਨ ਕੀਤਾ ਹੈ ਕਿਸਾਨਾਂ ਦੇ ਦਬਾਅ ਹੇਠ, ਬੀਬੀ ਹਰਸਿਮਰਤ ਕੌਰ, ਉਹ ਕੇਂਦਰ ਦੇ ਵਿੱਚ ਮੰਤਰੀ ਸਨ ਜੀ, ਉਹ ਪੰਜਾਬ ਆ ਕੇ ਪੰਜਾਬ ਸਰਕਾਰ ਤੋਂ GST ਦਾ ਹਿਸਾਬ ਮੰਗਦੇ ਸਨ ਜੀ। ਉਹ ਪੰਜਾਬ ਸਰਕਾਰ ਨੂੰ ਘੇਰਦੇ ਸਨ ਸੈਂਟਰ ਦੇ ਏਜੰਟ ਬਣ ਕੇ ਕਿ ਜੋ ਕੇਂਦਰ ਤੋਂ ਅਸੀਂ, ਕੇਂਦਰ ਸਰਕਾਰ ਨੇ ਸਾਡੀ ਨੇ GST ਦਿੱਤਾ ਹੈ, ਤੁਹਾਨੂੰ ਉਹਦਾ ਹਿਸਾਬ ਦਿਓ। ਕੋਈ ਬੀਬਾ ਜੀ ਨੂੰ ਕਿਸੇ ਨੇ ਮੋੜ ਕੇ ਇਹ ਸਵਾਲ ਨਹੀਂ ਕੀਤਾ ਵੀ ਜੋ GST ਹੈ ਉਹ ਕੇਂਦਰ ਨੇ ਕੋਈ ਆਪਣੀ ਜੇਬ ਚੋਂ ਲਿਆ ਕੇ ਦਿੱਤਾ ਹੈ ਜਾਂ ਕੋਈ ਤੁਸੀਂ ਆਪਣੀ ਜੇਬ ਚੋਂ ਲਿਆ ਕੇ ਦਿੱਤਾ ਹੈ ਕੇਂਦਰ ਚੋਂ। ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜੋ ਤੁਸੀਂ ਇੱਥੋਂ GST ਦੇ ਤਹਿਤ ਕਲੈਕਟ ਕਰਕੇ ਲੈ ਕੇ ਗਏ ਹੋ ਜੀ। ਜੇ ਉਹ ਪੰਜਾਬ ਨੂੰ ਵਾਪਸ ਆਇਆ ਹੈ ਤਾਂ ਪੰਜਾਬ ਸਰਕਾਰ ਕੋਲ ਅਧਿਕਾਰ ਹੈ, ਚਾਹੇ ਉਹ ਹੋਣਾ ਚਾਹੀਦਾ ਹੈ, ਚਾਹੇ GST ਦੇ ਤਹਿਤ ਨਹੀਂ ਹੈ, ਪੰਜਾਬ ਸਰਕਾਰ ਦੇ ਕੋਲ ਅਧਿਕਾਰ ਹੈ ਤੇ ਹੋਣਾ ਚਾਹੀਦਾ ਹੈ ਇੱਕ ਫੈਡਰਲ ਸਟਰਕਚਰ ਦੇ ਵਿੱਚ ਉਸ ਫੰਡ ਨੂੰ ਆਪਣੀ ਲੋੜ ਮੁਤਾਬਕ ਖਰਚ ਕਰਨ ਦਾ ਜੀ। ਤੇ ਜਿਸ ਪੰਜਾਬ ਸਰਕਾਰ ਕੋਲ, ਸੂਬਾ ਸਰਕਾਰ ਕੋਲ ਇਸ ਤਰ੍ਹਾਂ ਦੇ ਅਧਿਕਾਰ ਨਹੀਂ, ਆਪਣੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ, ਤਾਂ ਉਹ ਸਰਕਾਰ ਕਿਸ ਤਰ੍ਹਾਂ ਚਲਾਉਣਗੇ? ਉਹ ਕਿਸ ਤਰ੍ਹਾਂ ਦੀ ਸਰਕਾਰ ਹੈ? ਫਿਰ ਤਾਂ ਮਿਊਨਿਸਪੈਲਿਟੀ ਹੈ ਕਿ ਦੈਟ ਇਜ਼ ਜਸਟ ਅ ਗਲੋਰੀਫਾਈਡ ਮਿਊਨਿਸਪੈਲਿਟੀ। ਜੀ ਬਿਲਕੁਲ। ਸੋ ਕੇਂਦਰ ਸੂਬਾ ਸਰਕਾਰਾਂ ਨੂੰ ਇਸ ਹੱਦ ਤੱਕ ਨਾ ਗਿਰਾਇਆ ਜਾਵੇ ਕਿ ਉਹ ਇੱਕ ਫੈਡਰਲਿਜ਼ਮ ਤੋਂ, ਇੱਕ ਇੰਡੀਪੈਂਡੈਂਟ ਇੱਕ ਸੂਬਾ ਸਰਕਾਰ ਤੋਂ ਥੱਲੇ ਆ ਕੇ ਡੀਗ੍ਰੇਡ ਹੋ ਕੇ ਇੱਕ ਮਿਊਨਿਸਪੈਲਿਟੀ ਦੇ ਲੈਵਲ ਤੱਕ ਆ ਜਾਵੇ। ਸੋ ਬੀਬਾ ਜੀ ਤਾਂ ਇਹ ਵੀ ਭੁੱਲ ਚੁੱਕੇ ਸਨ ਕਿ ਅਕਾਲੀ ਦਲ ਦਾ ਏਜੰਡਾ ਕੀ ਹੈ,
ਕਿ ਅਕਾਲੀ ਦਲ ਨੇ ਆਪਣੀ ਸਾਰੀ ਪੋਲਿਟਿਕਸ ਹੀ ਇੱਕ ਸਟਰੋਂਗ ਫੈਡਰਲਿਜ਼ਮ ਦੇ ਸਿਰ ਤੇ ਖੜੀ ਕੀਤੀ ਹੈ, ਫੈਡਰਲ ਡਿਮਾਂਡ ਦੇ ਸਿਰ ਤੇ ਮੋਰਚੇ ਲਾਏ ਨੇ ਅਕਾਲੀ ਦਲ ਨੇ, ਕੁਰਬਾਨੀਆਂ ਕੀਤੀਆਂ ਨੇ। ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਤੁਹਾਡੇ ਕੋਲ ਲੀਗੇਸੀ ਪਈ ਹੈ, ਤੁਸੀਂ ਉਸ ਸਭ ਨੂੰ ਦਰਕਿਨਾਰ ਕਰਕੇ ਤੁਸੀਂ GST ਦਾ ਹਿਸਾਬ ਮੰਗਦੇ ਹੋ ਪੰਜਾਬ 'ਚ ਆ ਕੇ। ਬਹੁਤ ਅਫਸੋਸਜਨਕ ਗੱਲ ਹੈ। ਵੈਸੇ ਇਹ ਗੱਲ ਇਹ ਹੈ ਕਿ ਤੁਸੀਂ ਆਪਣਾ ਏਜੰਡਾ ਹੀ ਛੱਡ ਦਿੱਤਾ, ਜੀ ਤੁਹਾਨੂੰ ਪਤਾ ਹੀ ਨਹੀਂ ਵੀ ਅਕਾਲੀ ਹੋਣ ਦਾ ਮਤਲਬ ਕੀ ਹੈ। ਤੁਸੀਂ ਇੱਕ ਪੋਸਟਰ ਲਗਾਉਣ ਨਾਲ ਜਾਂ ਡਿਕਲੇਅਰ ਕਰ ਦੇਣਾ ਇਹ ਕਿ ਅਸੀਂ ਅਕਾਲੀ ਆ, ਜਾਂ ਤੁਹਾਡਾ ਚਲੋ ਕਾਬਜ਼ ਤੁਸੀਂ ਹੋ ਗਏ ਇੱਕ ਬੜੀ ਪੰਥ ਦੀ, ਸਿੱਖ ਪੰਥ ਦੀ ਸ਼ਾਨਾਮੱਤੀ ਧਰੋਹਰ, ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਸਿੱਖ ਪੰਥ ਦੀ, ਪੰਜਾਬ ਦੀ ਇੱਕ ਬੜੀ ਬੜਮੁੱਲੀ ਧਰੋਹਰ ਹੈ। ਜੀ ਬਿਲਕੁਲ। ਜੇ ਕੋਈ ਕਹੇ ਕਿ ਅਕਾਲੀ ਦਲ ਦਾ ਖਾਤਮਾ ਕਰਨਾ ਹੈ, ਜੇ ਕੋਈ ਪਾਰਟੀ ਕਹੇ ਤਾਂ ਉਹ ਇੱਕ ਗਲਤ ਬਿਆਨੀ ਹੈ। ਇੱਕ ਸਟਰੋਂਗ ਅਕਾਲੀ ਦਲ ਦਾ ਰਹਿਣਾ, ਅਕਾਲੀ ਦਲ ਦਾ ਮਜ਼ਬੂਤੀ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਣਿਆ ਰਹਿਣਾ ਪੰਜਾਬ ਦੇ ਹਿੱਤ ਵਿੱਚ ਹੈ। ਜੀ। ਪਰ ਜੋ ਮੌਜੂਦਾ ਅਕਾਲੀ ਲੀਡਰਸ਼ਿਪ ਹੈ, ਤੁਹਾਡਾ ਵਿਰੋਧ ਉਹਨਾਂ ਦੇ ਲੀਡਰਸ਼ਿਪ ਦੇ ਪ੍ਰਤੀ ਹੋ ਸਕਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਜੋ ਇੱਕ ਸਿੱਖਾਂ ਦੀ ਨੁਮਾਇੰਦਾ ਪੋਲੀਟੀਕਲ ਪਾਰਟੀ, ਜਿਸ ਨੇ ਸਿੱਖਾਂ ਦੇ ਖਾਤਰ, ਪੰਜਾਬ ਦੇ ਖਾਤਰ ਬੜੇ ਇਤਿਹਾਸਕ ਸੰਘਰਸ਼ ਲੜੇ ਨੇ, ਉਸ ਪਾਰਟੀ ਦੀ ਹੋਂਦ ਉੱਤੇ, ਉਸ ਪਾਰਟੀ ਦੇ ਰੋਲ ਉੱਤੇ, ਉਸ ਪਾਰਟੀ ਦੇ ਫਿਊਚਰ ਉੱਤੇ ਸਾਨੂੰ ਸਵਾਲ ਨਹੀਂ ਖੜੇ ਕਰਨੇ ਚਾਹੀਦੇ। ਉਹ ਪੰਜਾਬ ਦੇ ਹਿੱਤ ਵਿੱਚ ਨਹੀਂ। ਜੀ। ਜਿਸ ਤਰ੍ਹਾਂ ਕਿ ਭਾਜਪਾ ਜੋ ਨਾਅਰਾ ਦਿੰਦੀ ਹੈ ਕਾਂਗਰਸ ਮੁਕਤ ਭਾਰਤ ਦਾ, ਉਹ ਚੰਗਾ ਨਾਅਰਾ ਨਹੀਂ ਡੈਮੋਕ੍ਰੇਸੀ ਦੇ ਵਿੱਚ। ਕਾਂਗਰਸ ਦੀ ਇੱਕ ਸੈਂਟਰਿਸਟ ਪਾਰਟੀ ਦੀ ਵੀ ਲੋੜ ਹੈ ਦੇਸ਼ ਨੂੰ, ਇੱਕ ਆਪੋਜੀਸ਼ਨ ਦੀ ਵੀ ਲੋੜ ਹੈ। ਉਸੇ ਤਰ੍ਹਾਂ ਜੇ ਕੋਈ ਕਹੇ ਕਿ ਅਸੀਂ ਇਹਨਾਂ ਨੂੰ ਅਕਾਲੀ ਦਲ ਨੂੰ ਖਤਮ ਕਰਨਾ ਹੈ, ਉਹ ਇਸ ਅਕਾਲੀ ਦਲ ਦਾ ਖਤਮ ਹੋਣਾ, ਕਮਜ਼ੋਰ ਹੋਣਾ ਪੰਜਾਬ ਦੇ ਹਿੱਤ ਵਿੱਚ ਨਹੀਂ। ਜੀ। ਪਰ ਜੋ ਮੌਜੂਦਾ ਅਕਾਲੀ ਲੀਡਰਸ਼ਿਪ ਹੈ, ਉਹ ਅਕਾਲੀ ਹੋਣ ਦਾ ਮਤਲਬ ਭੁੱਲ ਕੇ ਸਿਰਫ ਔਰ ਸਿਰਫ ਆਪਣੇ ਪਰਸਨਲ ਜੋ ਸਿਆਸੀ ਹਿੱਤ ਨੇ ਉਹਨਾਂ ਉੱਤੇ ਪਹਿਰਾ ਦੇ ਰਹੀ ਹੈ, ਤੇ ਉਹ ਫੈਡਰਲਿਜ਼ਮ ਦਾ ਏਜੰਡਾ, ਪੰਜਾਬ ਦੇ ਸੂਬੇ ਦੇ ਵੱਧ ਅਧਿਕਾਰਾਂ ਦਾ ਏਜੰਡਾ, ਉਹ ਸਭ ਨੂੰ ਦਰਕਿਨਾਰ ਕਰ ਚੁੱਕਿਆ। ਜੀ। ਸੈਲਫ ਇੰਟਰਸਟ ਉਹਨਾਂ ਦੇ ਲਈ ਸਭ ਤੋਂ ਅੱਗੇ ਆ। ਸੋ ਇਸ ਤਰ੍ਹਾਂ ਸੁਖਜੀਤ ਜੀ ਆਪਣੇ ਏਜੰਡੇ ਤੋਂ ਜੋ ਭਟਕ ਚੁੱਕੀ ਹੈ, ਜੋ ਮੌਜੂਦਾ ਜੋ ਅਕਾਲੀ ਲੀਡਰਸ਼ਿਪ ਹੈ, ਉਹ ਫੈਡਰਲਿਜ਼ਮ ਦਾ ਏਜੰਡਾ ਤਾਂ ਪੂਰੀ ਤਰ੍ਹਾਂ ਹੀ ਛੱਡ ਚੁੱਕੇ ਹਨ। ਹੁਣ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਉਹਨਾਂ ਨੇ ਅਸਤੀਫਾ ਦਿੱਤਾ, ਤੇ ਉਹ ਹੁਣ ਦੇਖੋ ਕਿ ਉਹ ਕਿਸ ਤਰ੍ਹਾਂ ਦੀ ਨਵੀਂ ਸਿਆਸਤ ਉਹ ਅਡਾਪਟ ਕਰਦੇ ਨੇ। ਪਰ ਜੋ ਬੇਸਿਕ ਥੰਮ ਜਿਨ੍ਹਾਂ ਉੱਤੇ ਅਕਾਲੀ ਸਿਆਸਤ ਖੜੀ ਸੀ, ਉਹਨਾਂ ਦੇ ਵਿੱਚੋਂ ਸਭ ਤੋਂ ਮੂਹਰ, ਜਿਸ ਦੀ ਅਸੀਂ ਜ਼ਿਕਰ ਕਰ ਚੁੱਕੇ ਹਾਂ, ਸਭ ਤੋਂ ਮੋਢੀ ਜੋ ਸੀ ਉਹ ਸੀ ਫੈਡਰਲਿਜ਼ਮ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਨੀ। ਇਹ ਇੱਕ ਕੇਂਦਰੀ ਮਸਲਾ ਸੀ ਅਕਾਲੀ ਪੋਲਿਟਿਕਸ ਦਾ, ਜੋ ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਦੇ ਨਜ਼ਦੀਕ ਕਰਦਾ ਸੀ, ਉਸ ਨੂੰ ਛੱਡ ਦਿੱਤਾ। ਫਿਰ ਦੂਜਾ ਜੋ ਦੇਖੋ ਕਿ ਜੋ ਪੰਥਕ ਮਸਲਾ, ਪੰਥਕ ਪਾਰਟੀ ਹੋਣ ਦਾ ਇੱਕ ਬਹੁਤ ਵੱਡਾ ਇਹਨਾਂ ਨੂੰ ਮਾਣ ਹਾਸਲ ਸੀ ਕਿ ਅਸੀਂ ਪੰਥਕ ਪਾਰਟੀਆਂ, ਪੰਥ ਨੇ ਭਰੋਸਾ ਵੀ ਕੀਤਾ, ਸਿੱਖ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਬਹੁਤ ਮਜ਼ਬੂਤੀ ਤੋਂ ਮਜ਼ਬੂਤੀ ਤੱਕ ਲੈ ਕੇ ਗਿਆ ਪੰਥ ਇਹਨਾਂ ਨੂੰ। ਪਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ, ਜੀ, ਤੇ ਉਸ ਤੋਂ ਬਾਅਦ ਜੋ ਇੱਕ ਸ਼ਾਡੀ ਇਨਵੈਸਟੀਗੇਸ਼ਨ, ਜੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਉਸ ਇਨਵੈਸਟੀਗੇਸ਼ਨ ਨੂੰ ਦਿਸ਼ਾਹੀਣ ਕੀਤਾ ਗਿਆ, ਖੁਰਦ-ਬੁਰਦ ਕੀਤਾ ਗਿਆ ਸਭ ਕਾਸੇ ਨੂੰ। ਉਸ ਚੀਜ਼ ਨੂੰ ਲੈ ਕੇ ਸਿੱਖਾਂ ਦੇ ਮਨਾਂ ਵਿੱਚ ਜੋ ਪੰਥ ਦੇ ਜੋ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੈ ਸਿੱਖਾਂ ਦੀ, ਜੋ ਸਿੱਖ ਚੇਤਨਾ ਹੈ, ਉਸ ਦੇ ਵਿੱਚ ਅਕਾਲੀ ਦਲ ਨੂੰ ਬੜਾ ਵੱਡਾ ਨੁਕਸਾਨ ਹੋਇਆ ਐਜ਼ ਅ ਪੰਥਕ ਪਾਰਟੀ, ਜੀ, ਕਿ ਇੱਕ ਪੰਥਕ ਪਾਰਟੀ ਦੀ ਸਰਕਾਰ ਦੇ ਵਿੱਚ ਪੰਥ ਨਾਲ ਇਹ ਕੁਝ ਹੋ ਜਾਵੇ। ਸ਼ਾਂਤਮਈ ਧਰਨੇ ਉੱਤੇ ਬੈਠੇ ਗੁਰਸਿੱਖਾਂ ਦੇ ਉੱਤੇ ਗੋਲੀਆਂ ਚੱਲ ਜਾਣ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਾਲੀ ਦਲ ਦੀ ਸਰਕਾਰ ਵਿੱਚ ਹੋਈਆਂ, ਜਿਸ ਤੇ ਉਹਨਾਂ ਦੇ ਵਿੱਚ ਡੇਰਿਆਂ ਦੇ ਨਾਲ ਰਲਗੱਡ ਹੋਣ ਦੇ, ਜੋ ਡੇਰੇ ਜੋ ਸਿੱਖ ਪੰਥ ਦੇ ਖਿਲਾਫ ਕੰਮ ਕਰ ਰਹੇ ਸਨ, ਉਹਨਾਂ ਦੇ ਨਾਲ ਰਲਗੱਡ ਹੋਣ ਤੇ ਉਹਨਾਂ ਨਾਲ ਸਮਝੌਤੇ ਕਰਨ ਦੇ ਵੀ ਇਲਜ਼ਾਮ ਲੱਗੇ। ਫਿਰ ਬੇਅਦਬੀ ਦੀਆਂ ਘਟਨਾਵਾਂ ਉੱਤੇ ਇਨਸਾਫ ਨਾ ਦੇਣ, ਜੀ, ਉਸ ਦੇ ਇਲਜ਼ਾਮ ਲੱਗੇ। ਸੋ ਦੂਜਾ ਥੰਮ ਸੀ ਜੋ ਸਿੱਖੀ ਦਾ, ਸਿੱਖ ਮਸਲਿਆਂ ਦਾ, ਪੰਥਕ ਪਾਰਟੀ ਹੋਣ ਦਾ, ਉਹ ਥੰਮ ਵੀ ਗਿਰ ਗਿਆ, ਜੀ। ਤੀਜਾ ਥੰਮ ਸੀ ਸੁਖਜੀਤ ਜੀ, ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ ਇੱਕ ਕਿਸਾਨ ਆਗੂ ਅਖਵਾਉਂਦੇ ਸਨ। ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ, ਤਾਊ ਦੇਵੀ ਲਾਲ, ਤੇ ਉਹ ਕਹਿੰਦੇ ਸਨ ਕਿ ਤੀਸਰਾ ਵੱਡਾ ਮੁਲਕ ਦਾ ਜੋ ਕਿਸਾਨ ਆਗੂ ਉਹ ਮੈਂ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਲੇਮ ਕਰਦੇ ਨੇ, ਅਕਾਲੀ ਦਲ ਇਹ ਵੀ ਕਲੇਮ ਕਰਦੇ ਨੇ। ਜਦ ਇਹ ਕਿਸਾਨੀ ਸੰਘਰਸ਼ ਚੱਲਿਆ, ਦੇਖੋ ਕਿ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਬਿੱਲਾਂ ਨੂੰ ਡਿਫੈਂਡ ਕੀਤਾ, ਜੀ। ਕੇਂਦਰੀ ਮੰਤਰੀ ਨੂੰ ਚੰਡੀਗੜ੍ਹ ਲਿਆਂਦਾ, ਉਹਨਾਂ ਤੋਂ ਚਿੱਠੀਆਂ ਪੜਵਾਈਆਂ
ਵੀਡੀਓ ਸੁਨੇਹੇ ਪਾਏ ਕਿ ਲੋਕਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਰਿਹਾ ਹੈ। ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਵੀਡੀਓ ਸੰਦੇਸ਼ ਜਾਰੀ ਕਰਦੇ ਨੇ। ਸੋ ਜੋ ਕਿਸਾਨ ਹਿਤੈਸ਼ੀ ਪਾਰਟੀ ਹੋਣ ਦਾ ਸੋਚ ਬਾਅਦ ਦੇ ਵਿੱਚ, ਚਲੋ ਬੀਬਾ ਜੀ ਨੇ ਅਸਤੀਫਾ ਦਿੱਤਾ ਜਦ ਕਿਸਾਨ ਉਹਨਾਂ ਦੇ ਆ ਕੇ ਘਰਾਂ ਮੂਹਰੇ ਮੋਰਚਾ ਲਾ ਲਿਆ ਕਿਸਾਨਾਂ ਨੇ। ਕਿਸਾਨ ਹਿਤੈਸ਼ੀ ਪਾਰਟੀ ਹੋਣ ਦਾ ਜੋ ਤਗਮਾ ਸੀ ਉਹ ਵੀ ਅਕਾਲੀ ਦਲ ਗਵਾ ਗਿਆ ਜੀ। ਸੋ ਇਹ ਤਿੰਨੇ ਸਤੰਭ ਸੁਖਜੀਤ ਜੀ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਦੀ ਸਿਆਸਤ ਖੜੀ ਸੀ, ਉਹ ਸਟੈਪ ਬਾਏ ਸਟੈਪ ਜਾਂ ਇਹਨਾਂ ਦੀ ਮੌਜੂਦਾ ਅਕਾਲੀ ਲੀਡਰਸ਼ਿਪ ਦੀ ਨਲਾਇਕੀ ਕਰਕੇ, ਇਗਨੋਰੈਂਸ ਕਰਕੇ, ਜਾਂ ਕਹੀਏ ਕਿ ਪਰਸਨਲ ਇੱਕ ਲਾਲਚ ਕਰਕੇ, ਆਪਣੇ ਬਿਜ਼ਨਸ ਖੜੇ ਕਰਨ ਦੇ ਚੱਕਰ ਦੇ ਵਿੱਚ, ਬੱਸਾਂ ਖੜੀਆਂ ਕਰਨ ਦੇ ਚੱਕਰ ਦੇ ਵਿੱਚ, ਹੋਟਲ ਖੜੇ ਕਰਨ ਦੇ ਚੱਕਰ ਦੇ ਵਿੱਚ, ਜੋ ਸਿਧਾਂਤ ਸਨ ਅਕਾਲੀ ਦਲ ਦੇ, ਜੋ ਬੇਸਿਕ ਟੈਨੈਂਟ ਸਨ, ਜਿਨ੍ਹਾਂ ਸਤੰਭਾਂ ਉੱਤੇ ਅਕਾਲੀ ਦਲ ਦੀ ਸਿਆਸਤ ਖੜੀ ਸੀ, ਅਕਾਲੀ ਦਲ ਖੜਾ ਸੀ, ਉਹਨਾਂ ਨੂੰ ਇਹਨਾਂ ਨੇ ਇੱਕ ਇੱਕ ਕਰਕੇ ਗਿਰਾ ਦਿੱਤਾ ਜੀ। ਸੋ ਅੱਜ ਜੋ ਅਕਾਲੀ ਦਲ ਦੀ ਸਿਆਸਤ ਹੈ, ਸਾਨੂੰ ਉਹ ਇੱਕ ਦਿਸ਼ਾਹੀਣ ਹੋਈ ਦਿਸਦੀ ਹੈ ਜੀ, ਜਿਸ ਦੇ ਵਿੱਚ ਜੋ ਪੰਥਕ ਪਰਿਵਾਰ ਨੇ, ਜੋ ਟਕਸਾਲੀ ਅਕਾਲੀ ਪਰਿਵਾਰ ਨੇ, ਉਹਨਾਂ ਦੀ ਕੋਈ ਜਗ੍ਹਾ ਨਹੀਂ ਤੁਹਾਨੂੰ ਲੱਭ ਰਹੀ। ਸੋ ਇਸ ਤਰ੍ਹਾਂ ਕਰਕੇ ਜੋ ਮੈਂ ਸਮਝਦਾ, ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਇਸ ਤਰ੍ਹਾਂ ਆਪਣਾ ਰੋਲ ਅਦਾ ਕੀਤਾ, ਜਿਸ ਦੇ ਤਹਿਤ ਕਿ ਇੱਕ ਨੈਗੇਟਿਵ ਰੋਲ ਅਦਾ ਕੀਤਾ, ਜਿਸ ਦੇ ਤਹਿਤ ਕਿ ਅਕਾਲੀ ਦਲ ਵੀਕ ਹੋ ਗਿਆ, ਜੋ ਕਿ ਇੱਕ ਫੈਡਰਲ ਸਿਸਟਮ ਵਾਸਤੇ, ਪੰਜਾਬ ਦੇ ਵਾਸਤੇ ਇੱਕ ਸ਼ੁਭ ਸ਼ਗਨ ਨਹੀਂ, ਕਿਉਂਕਿ ਅਕਾਲੀ ਦਲ ਫੈਡਰਲ ਸਿਸਟਮ ਵਾਸਤੇ ਆਵਾਜ਼ ਚੱਕਦਾ ਰਿਹਾ ਹੈ ਤੇ ਪੰਜਾਬ ਦੇ ਹਿੱਤਾਂ ਵਾਸਤੇ ਆਵਾਜ਼ ਚੱਕਦਾ ਰਿਹਾ ਹੈ, ਜਿਸ ਦੀ ਕਿ ਪੰਜਾਬ ਨੂੰ ਅਤੇ ਭਾਰਤ ਨੂੰ ਬਹੁਤ ਲੋੜ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਆਜ਼ਾਦ ਭਾਰਤ ਵਿੱਚ ਸੰਘੀ ਢਾਂਚੇ ਦੀ ਬਣਤਰ ਬਾਰੇ। ਬ੍ਰੇਕ ਤੋਂ ਪਹਿਲਾਂ ਲਵਲੀਨ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਅਨੰਦਪੁਰ ਸਾਹਿਬ ਦਾ ਮਤਾ ਤੇ ਜਿਹੜਾ ਅਕਾਲੀਆਂ ਦਾ ਰੋਲ ਆ ਉਹਦੇ ਬਾਰੇ ਦੱਸਿਆ। ਲਵਲੀਨ ਜੀ, ਅਜੋਕੇ ਭਾਰਤ ਦੇ ਵਿੱਚ ਫੈਡਰਲਿਜ਼ਮ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ? ਸੁਖਜੀਤ ਜੀ, ਅਜੋਕੇ ਭਾਰਤ ਦੇ ਵਿੱਚ ਜੋ ਇੱਕ ਸੰਘੀ ਢਾਂਚਾ ਹੈ ਭਾਰਤ ਦੇ ਵਿੱਚ, ਉਸ ਦੇ ਅੱਗੇ ਬੜੀ ਇੱਕ ਚੈਲੰਜਿੰਗ ਸਿਚੁਏਸ਼ਨ ਹੈ ਜੋ ਖੜੀ ਹੈ, ਤੇ ਉਹ ਇੱਕ ਤਰ੍ਹਾਂ ਇੱਕ ਬੜਾ ਹੀ ਫਲੂਇਡ ਸਿਚੁਏਸ਼ਨ ਹੈ ਜੋ ਚੇਂਜ ਹੁੰਦੀ ਜਾ ਰਹੀ ਹੈ, ਤੇ ਜੋ ਵੱਧ ਰੁਝਾਨ ਜੋ ਸਾਨੂੰ ਦਿਖ ਰਿਹਾ ਹੈ ਉਹ ਕੇਂਦਰੀਕਰਨ ਵੱਲ ਜੋ ਹੈ ਉਹ ਸਾਨੂੰ ਰੁਝਾਨ ਦਿਖ ਰਿਹਾ ਹੈ। ਇਸ ਦੇ ਵਿੱਚ ਸੁਖਜੀਤ ਜੀ, ਜੇ ਅਸੀਂ ਅੱਜ ਦੀ ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ ਜਾਂ ਕੰਟੈਂਪਰੇਰੀ ਰਾਜਨੀਤੀ ਦੀ ਗੱਲ ਕਰੀਏ, ਉਸ ਦੇ ਵਿੱਚ ਕਿ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੀ ਇੱਕ ਜੋ ਬੜੀ ਵੱਡੀ ਚੀਜ਼ ਹੈ, ਉਹ ਨਾ ਤਾਂ ਸੰਵਿਧਾਨ ਦੇ ਵਿੱਚ ਹੈ, ਨਾ ਕਿਸੇ ਕਾਨੂੰਨ ਦੇ ਵਿੱਚ ਹੈ, ਉਹ ਹੈ ਪੋਲੀਟੀਕਲ ਪਾਰਟੀਆਂ ਦਾ ਸਟਰਕਚਰ ਜੀ। ਜੇ ਤੁਸੀਂ ਪੋਲੀਟੀਕਲ ਪਾਰਟੀਆਂ ਦਾ ਸਟਰਕਚਰ ਦੇਖੋ, ਜੋ ਨੈਸ਼ਨਲ ਪਾਰਟੀਆਂ ਨੇ, 6 ਨੈਸ਼ਨਲ ਪਾਰਟੀਆਂ ਨੇ ਭਾਰਤ ਦੇ ਵਿੱਚ, ਜੋ ਪਾਰਟੀਆਂ ਦਾ ਸਟਰਕਚਰ ਹੈ, ਤੁਸੀਂ ਸਰਕਾਰ ਅਤੇ ਸੰਵਿਧਾਨ ਨੂੰ ਤਾਂ ਛੱਡੋ, ਜੋ ਪਾਰਟੀਆਂ ਦਾ ਸਟਰਕਚਰ ਹੈ ਉਹ ਬੜਾ ਸੈਂਟਰਲਾਈਜ਼ਡ ਹੈ ਜੀ। ਇੱਥੇ ਜਿੰਨਾ ਚਿਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੱਕ ਫੈਡਰਲ ਸਟਰਕਚਰ ਨਹੀਂ ਆਉਂਦਾ, ਉਹਨਾਂ ਚਿਰ ਭਾਰਤ ਦੇ ਵਿੱਚ ਇੱਕ ਟਰੂ ਫੈਡਰਲਿਜ਼ਮ, ਇੱਕ ਵਰਕਿੰਗ ਫੈਡਰਲਿਜ਼ਮ, ਇੱਕ ਲਿਬਰਲ ਫੈਡਰਲਿਜ਼ਮ ਚੰਗਾ ਕ੍ਰੀਏਟ ਨਹੀਂ ਕੀਤਾ ਜਾ ਸਕਦਾ। ਜੇ ਮੈਂ ਤੁਹਾਨੂੰ ਉਦਾਹਰਨ ਦੇਵਾਂ ਨੈਸ਼ਨਲ ਪਾਰਟੀਆਂ ਦੀ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹਾਈ ਕਮਾਂਡ ਕਲਚਰ ਹੈ। ਚਾਹੇ ਤੁਸੀਂ ਕਾਂਗਰਸ ਪਾਰਟੀ ਨੂੰ ਲੈ ਲਓ, ਤੁਸੀਂ ਕਿਸੇ ਕਾਂਗਰਸੀ ਲੀਡਰ ਨਾਲ ਗੱਲ ਕਰ ਲਓ, ਕਾਂਗਰਸੀ ਨੇਤਾ ਨਾਲ ਗੱਲ ਕਰ ਲਓ, ਸੂਬਾ ਪੱਧਰ ਉੱਤੇ ਉਹਨਾਂ ਦੇ ਕੋਲ ਆਪ ਫੈਸਲਾ ਲੈਣ ਦਾ ਕੋਈ ਅਧਿਕਾਰ ਹੀ ਨਹੀਂ। ਤੁਸੀਂ ਦੇਖੋ ਕਿ ਇੱਕ ਮੁੱਖ ਮੰਤਰੀ ਹੈ, ਇਲੈਕਟਿਡ ਚੀਫ ਮਿਨਿਸਟਰ ਹੈ, ਉਹ ਇੱਕ ਸੰਵਿਧਾਨਕ ਅਹੁਦਾ ਹੈ ਜੀ, ਉਸ ਦੇ ਕੋਲ ਆਪਣੀਆਂ ਤਾਕਤਾਂ ਨੇ, ਉਹ ਸੂਬੇ ਦਾ ਲੀਡਰ ਹੈ, ਪਰ ਜਦ ਉਹ ਫੈਸਲਾ ਲੈਣ ਦੀ ਗੱਲ ਆਉਂਦੀ ਹੈ, ਉਹ ਕੀ ਕਹਿੰਦਾ ਹੈ ਕਿ ਅਸੀਂ ਜੀ ਹਾਈ ਕਮਾਂਡ ਤੋਂ ਪੁੱਛ ਕੇ ਗੱਲ ਕਰਾਂਗੇ ਜੀ। ਹਾਈ ਕਮਾਂਡ ਹੁਣ ਕੀ ਹੈ? ਜੇ ਤੁਸੀਂ ਦੇਖੋ ਹਾਈ ਕਮਾਂਡ ਕੀ ਹੈ, ਜਿਹੜਾ ਦਿੱਲੀ ਦੇ ਵਿੱਚ ਲੀਡਰਸ਼ਿਪ ਬੈਠੀ ਹੈ, ਸੈਂਟਰਲ ਲੀਡਰਸ਼ਿਪ ਜੋ ਬੈਠੀ ਹੈ, ਉਹਨਾਂ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ? ਉਹਨਾਂ ਨੇ ਪੂਰੇ ਦੇਸ਼ ਨੂੰ, ਆਪਦੀ ਪਾਰਟੀ ਨੂੰ ਦੇਖ ਕੇ ਸਾਰੀ ਨੂੰ ਕੰਮ ਕਰਨਾ। ਉਹਨਾਂ ਨੇ ਕਿਸੇ ਇੱਕ ਸੂਬੇ ਦੇ ਉਹ ਨਹੀਂ ਹੈਗੇ। ਸੋ ਉਹਨਾਂ ਦੀ ਨੈਚੁਰਲ ਟੈਂਡੈਂਸੀ ਹੈ ਜੋ ਉਹ ਸੈਂਟਰਲਾਈਜੇਸ਼ਨ, ਸੱਤਾ ਦੇ ਕੇਂਦਰੀਕਰਨ ਵੱਲ ਹੈ। ਸੋ ਜਦ ਪੰਜਾਬ ਦਾ ਸੀਐਮ ਜਦੋਂ ਹਵਾਈ ਯਾਤਰਾ ਕਰਕੇ ਦਿੱਲੀ ਦਰਬਾਰ 'ਚ ਹਾਜ਼ਰੀ ਲਾਉਂਦਾ ਹੈ ਤੇ ਉੱਥੋਂ ਨਿਰਦੇਸ਼, ਦਿਸ਼ਾ ਨਿਰਦੇਸ਼ ਲਿਆ ਕੇ ਪੰਜਾਬ 'ਚ ਉਸ ਨੂੰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਹੁਕਮ ਵਜਾਉਂਦਾ ਹੈ। ਸੋ ਜਦ ਤੱਕ ਇਹ ਪਿਰਤਾਂ, ਇਹ ਰਿਵਾਜ ਇਹ ਚੱਲਦੇ ਰਹਿਣਗੇ, ਉਦੋਂ ਤੱਕ ਟਰੂ ਫੈਡਰਲਿਜ਼ਮ ਭਾਰਤ ਦੇ ਵਿੱਚ ਨਹੀਂ ਆਵੇਗਾ ਜੀ। ਕਿਉਂਕਿ ਕੁਰਸੀ ਤੇ ਬੈਠਣ ਵਾਲਾ ਬੰਦਾ ਹੈ ਤਾਂ ਸੀਐਮ,
ਪਰ ਉਸ ਦੀ ਜੋ ਡੋਰਾਂ ਨੇ ਉਹ ਕਿਸ ਦੇ ਹੱਥ ਵਿੱਚ ਨੇ? ਉਹ ਕੇਂਦਰ ਦੇ ਹੱਥ, ਜੋ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਆ ਉਹਦੇ ਹੱਥ ਵਿੱਚ ਨੇ ਜੀ। ਇਸੇ ਤਰ੍ਹਾਂ ਦਾ ਹੀ ਤੁਸੀਂ ਕਾਂਗਰਸ ਪਾਰਟੀ ਹੋਊਗੀ ਜੀ। ਹੁਣ ਆਪਾਂ ਦੇਖੀਏ ਜੋ ਪੰਜਾਬ ਦੇ ਸੀਐਮ ਨੇ ਉਹ ਵੀ ਬਾਰ-ਬਾਰ ਉਹਨਾਂ ਨੂੰ ਦਿੱਲੀ ਦੇ ਚੱਕਰ ਲਾਉਣੇ ਪੈਂਦੇ ਨੇ, ਉਹਨਾਂ ਨੂੰ ਤਾਂ ਕਾਫੀ ਟਾਈਮ ਲਾਈਕ ਐਵਰੀ ਡੇ ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ ਬਾਰ-ਬਾਰ ਦਿਸ਼ਾ ਨਿਰਦੇਸ਼ ਲੈਣ ਵਾਸਤੇ, ਜੀ। ਜਦ ਕਿ ਜੋ ਪਾਰਟੀ ਪ੍ਰਧਾਨ ਹੈ ਉਹਦਾ ਕੰਮ ਪਾਰਟੀ ਚਲਾਉਣ ਦਾ ਹੈ, ਜੀ ਉਹਦਾ ਕੰਮ ਸਰਕਾਰ ਚਲਾਉਣ ਦਾ ਨਹੀਂ ਹੈ। ਜੋ ਸੀਐਮ ਹੈ ਜਾਂ ਜੋ ਪਾਰਟੀ ਦਾ ਲੀਡਰ ਹੈ ਜਾਂ ਪ੍ਰਦੇਸ਼ ਕਾਂਗਰਸ ਦਾ ਲੀਡਰ ਹੈ, ਜੋ ਜਿਸ ਤਰ੍ਹਾਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ, ਜੋ ਪ੍ਰੋਵਿੰਸ਼ੀਅਲ ਪਾਰਟੀ ਹੈ ਉਹ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਦੇ ਵਿੱਚ ਫੈਡਰਲ ਲੀਡਰਸ਼ਿਪ ਦਾ ਕੋਈ ਦਖਲ ਨਹੀਂ ਜੀ। ਬਿਲਕੁਲ। ਇਸੇ ਲਈ ਇਹ ਟਰੂ ਫੈਡਰਲਿਜ਼ਮ ਹੈ। ਇੱਥੇ ਜੋ ਪ੍ਰੀਮੀਅਰ ਨੇ ਸੂਬੇ ਦੇ ਉਹ ਆਜ਼ਾਦ ਤੌਰ ਉੱਤੇ ਆਪਣਾ ਕੰਮ ਕਰਦੇ ਨੇ ਜੀ। ਉੱਥੇ ਹਾਈ ਕਮਾਂਡ ਕਲਚਰ ਹੈ ਜੀ, ਦਿੱਲੀ ਦਰਬਾਰ ਹੈ, ਜੋ ਦਿੱਲੀ ਦਰਬਾਰ ਹੁਕਮ ਕਰੇਗਾ ਅਸੀਂ ਸੂਬੇ ਦੇ ਵਿੱਚ ਆ ਕੇ ਉਹੀ ਹੁਕਮ ਵਜਾਵਾਂਗੇ। ਸੋ ਉੱਥੇ ਫੈਡਰਲਿਜ਼ਮ ਕਿੱਥੇ ਬਚਦਾ ਹੈ? ਬਿਲਕੁਲ ਵੀ ਜੋ ਨਹੀਂ। ਸੰਵਿਧਾਨਕ ਅਹੁਦਾ ਹੈ ਇੱਕ ਸੀਐਮ ਦਾ, ਇੱਕ ਸੀਐਮ ਜੋ ਸੰਵਿਧਾਨਕ ਅਹੁਦੇ ਤੇ ਬੈਠਾ ਹੈ, ਸੂਬੇ ਦੇ ਕਰੋੜਾਂ ਕਰੋੜ ਲੋਕਾਂ ਦਾ ਉਹ ਨੁਮਾਇੰਦਾ ਹੈ, ਉਹ ਜਾਂਦਾ ਹੈ ਦਿੱਲੀ ਦੇ ਵਿੱਚ ਤੇ ਇੱਕ ਸੈਂਟਰਲ ਲੀਡਰਸ਼ਿਪ ਤੋਂ ਜੋ ਉੱਥੇ ਬੈਠੇ ਨੇ, ਜੋ ਆਖਰੀ ਵਾਰ ਪਤਾ ਨਹੀਂ ਕੀ ਉਹਨਾਂ ਦੀ ਕੋਈ ਅਚੀਵਮੈਂਟ ਹੈ ਕਿ ਨਹੀਂ, ਉਹ ਪਾਰਟੀ ਤੇ ਉਹਨਾਂ ਦਾ ਜੋ ਕਬਜ਼ਾ ਹੈ ਉੱਥੋਂ ਉਹ ਆਪਣੇ ਦਿਸ਼ਾ ਨਿਰਦੇਸ਼ ਲਿਆ ਕੇ ਉਹ ਉਸ ਤਰ੍ਹਾਂ ਕੰਮ ਕਰਦਾ ਹੈ। ਪਾਰਟੀ ਦੇ ਜੋ ਪ੍ਰਧਾਨ ਨੇ ਉਹ ਹਾਈ ਕਮਾਂਡ ਦੇ ਅਧੀਨ ਨੇ। ਸੋ ਇਸ ਤਰ੍ਹਾਂ ਜੋ ਕੇਂਦਰ ਦਾ ਹੁਕਮ ਹੈ ਉਹ ਇਹ ਨਹੀਂ ਕਿ ਅੱਜ ਹੋ ਗਿਆ ਹੈ, ਪਹਿਲਾਂ ਵੀ ਜਦ ਕਾਂਗਰਸ ਪਾਰਟੀ ਦਾ ਸਾਰਾ ਕਿਤੇ ਹੋਲਡ ਹੁੰਦਾ ਸੀ, ਸਾਰੀ ਸੂਬਾ ਸਰਕਾਰਾਂ ਕਾਂਗਰਸ ਦੀਆਂ ਹੁੰਦੀਆਂ ਸੀ, ਸੈਂਟਰਲ ਸਰਕਾਰ ਕਾਂਗਰਸ ਦੀ ਹੁੰਦੀ ਸੀ। ਸੋ ਜੋ ਪ੍ਰਧਾਨ ਮੰਤਰੀ ਹੁੰਦਾ ਸੀ ਉਹ ਸੀਐਮਾਂ ਨੂੰ, ਜੇ ਕਿਸੇ ਸਟੇਟਾਂ ਨਾਲ ਰੌਲਾ ਹੁੰਦਾ ਸੀ, ਸੀਐਮਸ ਨੂੰ ਸੱਦ ਕੇ ਉਹਨਾਂ ਨੂੰ ਕੁਰਕੀ ਮਾਰ ਕੇ ਸਾਰਾ ਜੋ ਉਹਨਾਂ ਦੀ ਇੱਕ ਕੇਂਦਰ ਦੀ ਪਾਲਿਸੀ ਹੁੰਦੀ ਸੀ ਉਸ ਦੇ ਅਕੋਰਡਿੰਗ ਫੈਸਲਾ ਕਰ ਦਿੰਦਾ ਸੀ। ਇਸੇ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਦੇਖੋ, ਜੋ ਪਾਰਟੀ ਇਹ ਕਹਿ ਕੇ ਆਈ ਸੀ ਕਿ ਅਸੀਂ ਇੱਕ ਡਿਫਰੈਂਟ ਤਰ੍ਹਾਂ ਦੀ ਰਾਜਨੀਤੀ ਲੈ ਕੇ ਆਉਣੀ ਹੈ, ਉਸ ਦੇ ਵਿੱਚ ਹਾਈ ਕਮਾਂਡ ਕਲਚਰ ਕਾਂਗਰਸ ਨਾਲੋਂ ਵੀ ਸਟਰੋਂਗ ਹੈ ਜੀ। ਉਹ ਕਹਿੰਦੇ ਨੇ ਜੀ ਅਸੀਂ ਉਹ ਉੱਥੇ ਦੀ ਜੋ ਹਾਈ ਕਮਾਂਡ ਹੈ, ਜੋ ਦਿੱਲੀ ਦੀ, ਜੋ ਦਿੱਲੀ ਦਰਬਾਰ ਹੈ ਕੇਜਰੀਵਾਲ ਦਾ, ਉਹ ਇੱਕ ਟਵੀਟ ਕਰਕੇ ਲੀਡਰ ਆਫ ਆਪੋਜੀਸ਼ਨ ਨੂੰ ਲਾ ਦਿੰਦੇ ਨੇ ਪੰਜਾਬ 'ਚੋਂ। ਪੰਜਾਬ ਸੂਬੇ ਦਾ ਲੀਡਰ ਆਫ ਆਪੋਜੀਸ਼ਨ ਹੋਵੇ, ਜੋ ਕੈਬਨਿਟ ਰੈਂਕ ਦੀ ਜੋ ਪੋਸਟ ਹੋਵੇ ਉਸਦੇ ਕੋਲ, ਉਸ ਨੂੰ ਦਿੱਲੀ ਦੇ ਵਿੱਚ ਬੈਠਾ ਬੰਦਾ ਕੋਈ ਟਵੀਟ ਕਰਕੇ ਲਾ ਦੇਵੇ, ਇਹ ਕਿੱਥੇ ਫੈਡਰਲ ਢਾਂਚਾ ਫਿਰ ਤੁਸੀਂ ਦੱਸੋ ਵੀ ਬਚ ਜਾਏਗਾ? ਜੀ ਬਿਲਕੁਲ ਵੀ ਨਹੀਂ। ਸੋ ਇਸੇ ਤਰ੍ਹਾਂ ਕਮਿਊਨਿਸਟ ਪਾਰਟੀ ਦੇ ਵਿੱਚ ਜਿਹੜਾ ਪੋਲਿਟ ਬਿਊਰੋ ਹੈ ਉਹ ਵੀ ਇੱਕ ਸੈਂਟਰਲ ਅਥਾਰਟੀ ਹੈ ਜੋ ਕੰਟਰੋਲ ਕਰਦੀ ਹੈ ਸਾਰਿਆਂ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਕੋਈ ਵੀ ਸੂਬੇ ਦਾ ਸਿਆਸੀ ਆਗੂ, ਸਿਵਾਏ ਜੇ ਅਸੀਂ ਰਾਜਸਥਾਨ ਦੀ ਫਾਰਮਰ ਚੀਫ ਮਿਨਿਸਟਰ ਵਸੁੰਧਰਾ ਰਾਜੇ ਨੂੰ ਛੱਡ ਦਈਏ, ਤਾਂ ਕਿਸੇ ਵੀ ਸਟੇਟ ਦੇ ਆਗੂ ਜਾਂ ਰੀਜਨਲ ਆਗੂ ਦੀ ਕੋਈ ਇੰਨੀ ਉਹ ਹਿੰਮਤ ਨਹੀਂ ਜਤਾ ਪਾਉਂਦਾ ਕਿ ਸੈਂਟਰਲ ਲੀਡਰਸ਼ਿਪ ਦੇ ਉੱਤੇ ਕੋਈ ਸਵਾਲ ਚੱਕ ਦੇਵੇ। ਸੋ ਇਸ ਤਰ੍ਹਾਂ ਹੀ ਸੁਖਜੀਤ ਜੀ ਦੇਖਦੇ ਹਾਂ, ਜੋ ਪਾਰਟੀਆਂ ਦਾ ਸਟਰਕਚਰ ਹੈ ਉਹ ਬੜਾ ਸੈਂਟਰਲਾਈਜ਼ਡ ਹੈ। ਉਹ ਐਕਸਟਰਾ ਕਨਸਟੀਟਿਊਸ਼ਨਲ ਇੱਕ ਚੀਜ਼ ਹੈ ਜੋ ਭਾਰਤ ਦੇ ਵਿੱਚ ਇੱਕ ਕਨਸਟੀਟਿਊਸ਼ਨ ਤੋਂ ਬਾਹਰਲੀ ਚੀਜ਼ ਹੈ, ਜੋ ਭਾਰਤ ਦੇ ਸੰਘੀ ਢਾਂਚੇ ਨੂੰ ਢਾਹ ਲਾ ਰਹੀ ਹੈ ਜੀ। ਕਿਉਂਕਿ ਜੋ ਸੀਐਮ ਬੈਠੇ ਨੇ ਜਾਂ ਜੋ ਮਿਨਿਸਟਰ ਬੈਠੇ ਨੇ ਉਹ ਖੁਦ ਹੀ ਆਜ਼ਾਦ ਨਹੀਂ ਜੀ। ਉਹ ਕਹਿੰਦੇ ਨੇ ਜੀ ਅਸੀਂ ਜੋ ਕੇਂਦਰ ਕਰੇਗਾ ਬਸ, ਜੋ ਹਾਈ ਕਮਾਂਡ ਕਹੇਗੀ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹਾਂ। ਉਹ ਇਹ ਨਹੀਂ ਕਹਿੰਦੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਫਾਦਾਰ ਸਿਪਾਹੀ ਹਾਂ, ਉਹ ਕਹਿੰਦੇ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹਾਂ। ਪਾਵਰਜ਼ ਹੋਣ ਦੇ ਬਾਵਜੂਦ ਵੀ ਤਾਂ ਉਹਨਾਂ ਨੂੰ ਹਾਈ ਕਮਾਂਡ ਦੇ ਹੁਕਮਾਂ ਨੂੰ ਹੀ ਮੰਨਣਾ ਪੈਂਦਾ। ਫਿਰ ਦੇਖੋ ਕਿ ਜੇ ਤੁਸੀਂ ਇੱਕ ਜੋ ਪ੍ਰੋਵੀਜ਼ਨ ਹੈ ਕਿ ਜੋ ਲੈਜਿਸਲੇਟਿਵ ਜੋ ਹੈ ਪਾਰਟੀ, ਜੋ ਸੀਐਲਪੀ ਹੈ, ਜੋ ਇਸ ਤਰ੍ਹਾਂ ਕੋਈ ਲੈਜਿਸਲੇਟਿਵ ਪਾਰਟੀ ਹੈ ਜਾਂ ਜਿੱਤੇ ਹੋਏ ਐਮਐਲਏ ਨੇ, ਉਹ ਆਪਣਾ ਲੀਡਰ ਚੁਣਦੇ ਨੇ। ਜੋ ਡੈਮੋਕ੍ਰੈਟਿਕ ਢੰਗ ਹੈ ਉਹ ਇਹੀ ਹੈ ਕਿ ਉਹਨਾਂ ਨੂੰ ਆਪਣਾ ਲੀਡਰ ਚੁਣਨਾ ਚਾਹੀਦਾ ਹੈ ਉਹਨਾਂ ਨੂੰ। ਪਰ ਹੁੰਦਾ ਕੀ ਹੈ, ਜੋ ਲੀਡਰ ਹੈ, ਜੋ ਸੀਐਮ ਬਣਦਾ ਹੈ, ਉਸ ਨੂੰ ਉੱਪਰੋਂ ਫਿਰ ਹਾਈ ਕਮਾਂਡ ਨੋਮੀਨੇਟ ਕਰਦੀ ਹੈ। ਜਿਸ ਤਰ੍ਹਾਂ ਕਿ ਖਬਰਾਂ ਆਈਆਂ ਸਨ ਹੁਣੇ, ਜੋ ਪੰਜਾਬ ਦੇ ਵਿੱਚ ਜੋ ਰੀਸ਼ਫਲ ਹੋਈ ਹੈ, ਜੋ ਚੇਂਜ ਹੋਈ ਹੈ ਸੀਐਮ ਦੀ, ਨਵੀਂ ਮਿਨਿਸਟਰੀ ਬਣੀ ਹੈ ਉੱਥੇ, ਕਿ ਸੁਨੀਲ ਜਾਖੜ ਅੱਗੇ ਚੱਲ ਰਹੇ ਸਨ ਜੀ। ਜੋ ਕਾਂਗਰਸ ਦੇ ਐਮਐਲਏਜ਼ ਨੇ ਉਹਨਾਂ ਨੂੰ ਵੋਟ ਕੀਤਾ ਸੀ, ਪਰ ਮੈਜੋਰਟੀ ਵੋਟ ਮਿਲਣ ਦੇ ਬਾਵਜੂਦ ਉਹ ਸੀਐਮ ਨਹੀਂ ਬਣੇ। ਕਿਉਂ ਨਹੀਂ ਬਣੇ? ਕਿਉਂਕਿ ਹਾਈ ਕਮਾਂਡ ਨੇ ਕਿਸੇ ਹੋਰ ਵਿਅਕਤੀ ਨੂੰ ਨੋਮੀਨੇਟ ਕਰ ਦਿੱਤਾ ਥਾਪੜਾ ਦੇ ਕੇ। ਸੋ ਇਸ ਤਰ੍ਹਾਂ ਜੋ ਫੈਡਰਲ ਢਾਂਚਾ ਹੈ ਉਸ ਨੂੰ ਇੰਟਰਾ ਪਾਰਟੀ ਦੇ ਅੰਦਰੋਂ ਬਹੁਤ ਬੜੇ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਜੋ ਸੂਬਾਈ ਜੋ ਸਰਕਾਰਾਂ ਨੇ, ਜੋ ਸੂਬਾਈ ਪਾਰਟੀ ਹੈ, ਉਹ ਆਪਣੇ ਫੈਸਲੇ ਕਰਨ ਲਈ ਆਜ਼ਾਦ ਨਹੀਂ। ਦੂਜੀ ਜੋ ਗੱਲ ਸੁਜੀਤ ਜੀ, ਅੱਜ ਦੇ ਭਾਰਤ ਦੇ ਵਿੱਚ ਸਾਨੂੰ
ਜੋ ਇਸ ਚੀਜ਼ ਨੂੰ ਜੋ ਫੈਡਰਲ ਢਾਂਚੇ ਤੇ ਅਸਰ ਪਾਉਂਦੀ ਹੈ ਉਹ ਹੈ ਕੋਆਲੀਸ਼ਨ ਪੋਲਿਟਿਕਸ ਜੀ, ਜਾਂ ਆਪਾਂ ਕਹੀਏ ਗਠਬੰਧਨ ਦੀਆਂ ਸਰਕਾਰਾਂ। ਜਿਸ ਤਰ੍ਹਾਂ ਅੱਜ ਦੇਖਦੇ ਹੋ ਕਿ ਅਸੀਂ ਪਿਛਲੇ 2 ਟਰਮਸ ਤੋਂ ਕੇਂਦਰ ਦੇ ਵਿੱਚ ਇੱਕ ਐਬਸੋਲੂਟ ਮੈਜੋਰਟੀ ਦੀ, ਬੜੀ ਸਟਰੋਂਗ ਮੈਜੋਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਹ ਆਪਣੇ ਦਮ ਤੇ ਉਹਨਾਂ ਦੀ ਇਕੱਲੀ ਸਰਕਾਰ ਹੈ। ਸੋ ਇਸ ਤਰ੍ਹਾਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ ਐਬਸੋਲੂਟ ਮੈਜੋਰਟੀ ਦੀਆਂ, ਚਾਹੇ ਉਹ ਰਾਜੀਵ ਗਾਂਧੀ ਦੀ ਸਰਕਾਰ ਹੋਵੇ ਚਾਹੇ ਇੰਦਰਾ ਗਾਂਧੀ ਦੀ ਸਰਕਾਰ ਹੋਵੇ। ਜਦ ਐਬਸੋਲੂਟ ਮੈਜੋਰਟੀ ਦੀਆਂ ਸਰਕਾਰਾਂ ਆਉਂਦੀਆਂ ਨੇ ਤਾਂ ਜੋ ਆਵਾਜ਼ਾਂ ਰੀਜਨਲ ਪਾਰਟੀਆਂ ਦੀਆਂ ਨੇ, ਜੋ ਫੈਡਰਲ ਜੋ ਪ੍ਰੋਵਿੰਸਿਸ ਦੀਆਂ ਆਵਾਜ਼ਾਂ ਨੇ ਉਹ ਕਿਸੇ ਹੱਦ ਤੱਕ ਦਬ ਜਾਂਦੀਆਂ ਨੇ, ਕਿਉਂਕਿ ਜੋ ਰੀਜਨਲ ਪਾਰਟੀਆਂ ਨੇ, ਜੋ ਖੇਤਰੀ ਪਾਰਟੀਆਂ ਨੇ, ਉਹਨਾਂ ਦੀ ਕੋਈ ਸੇ ਬਚਦੀ ਨਹੀਂ ਸੈਂਟਰ ਦੇ ਵਿੱਚ ਜੀ। ਫਿਰ ਉਹ ਜੋ ਸੈਂਟਰਲ ਪਾਰਟੀ ਹੈ ਉਹ ਆਪਣੇ ਅਕੋਰਡਿੰਗ ਹੀ ਫੈਸਲੇ ਲੈਂਦੀ ਹੈ। ਉਹਨਾਂ ਨੂੰ ਕੋਈ ਡੱਕਣ ਵਾਲਾ ਜਾਂ ਸਵਾਲ ਕਰਨ ਵਾਲਾ ਜਾਂ ਸੂਬੇ ਦੇ ਇੰਟਰਸਟ ਨੂੰ, ਸੂਬੇ ਦੇ ਹਿੱਤਾਂ ਨੂੰ ਮੂਹਰੇ ਰੱਖਣ ਵਾਲਾ ਕੋਈ ਬਚਦਾ ਨਹੀਂ। ਜਦ ਕੋਆਲੀਸ਼ਨ ਸਰਕਾਰਾਂ ਆਈਆਂ ਨੇ, ਤੁਸੀਂ ਦੇਖੋ ਕਿ ਜਿਸ ਤਰ੍ਹਾਂ ਯੂਪੀਏ ਸੀ, ਯੂਪੀਏ ਦੇ ਵਿੱਚ ਜੋ ਸਮਾਜਵਾਦੀ ਪਾਰਟੀ ਦੀ ਸਪੋਰਟ ਸੀ ਜਾਂ ਬੀਐਸਪੀ ਦੀ ਸਪੋਰਟ ਸੀ ਜਾਂ ਟੀਐਮਸੀ ਦੀ ਸਪੋਰਟ ਸੀ ਮਮਤਾ ਬੈਨਰਜੀ ਦੀ ਬੰਗਾਲ ਤੋਂ, ਉਹ ਬੜੀ ਜ਼ਰੂਰੀ ਸੀ ਜੀ। ਸੋ ਉਸ ਤੋਂ ਬਿਨਾਂ ਉਹਨਾਂ ਨੂੰ ਆਪਣੀ ਸਰਕਾਰ ਡਗਮਗਾਉਂਦੀ ਜਾਂ ਦਿਸਦੀ ਹੈ, ਫਿਰ ਉਦੋਂ ਸੂਬਿਆਂ ਦੀ ਸੇਧ ਜ਼ਿਆਦਾ ਹੋ ਜਾਂਦੀ ਹੈ। ਉਦੋਂ ਫਿਰ ਜੋ ਫੈਡਰਲ ਡਿਮਾਂਡਸ ਨੇ, ਜੋ ਸੂਬਿਆਂ ਦੀਆਂ ਮੰਗਾਂ ਨੇ, ਉਹਨਾਂ ਮੰਗਾਂ ਉੱਤੇ ਕੇਂਦਰ ਸਰਕਾਰ ਨੂੰ ਮਜਬੂਰਨ ਕੰਨ ਧਰਨਾ ਪੈਂਦਾ ਹੈ। ਸੋ ਇਸ ਤਰ੍ਹਾਂ ਜੇ ਤਾਂ ਮੈਜੋਰਟੀ ਦਾ ਜੋ ਐਬਸੋਲੂਟ ਮੈਜੋਰਟੀ ਦੀ ਜਿੰਨਾ ਚਿਰ ਪੋਲਿਟਿਕਸ ਚੱਲੂਗੀ, ਉਹਨਾਂ ਚਿਰ ਜੋ ਫੈਡਰਲਿਜ਼ਮ ਦਾ ਜੋ ਹੈ ਇੰਟਰਸਟ ਹੈ, ਜੋ ਜਾਂ ਸੂਬਿਆਂ ਦੀਆਂ ਜੋ ਖੇਤਰੀ ਪਾਰਟੀਆਂ ਦੀਆਂ ਜੋ ਡਿਮਾਂਡਸ ਨੇ ਉਹ ਇਗਨੋਰ ਹੁੰਦੀਆਂ ਰਹਿਣਗੀਆਂ ਕੁਝ ਹੱਦ ਤੱਕ। ਜਦ ਕੋਆਲੀਸ਼ਨ ਗਵਰਨਮੈਂਟਸ ਬਣਦੀਆਂ ਨੇ ਉਦੋਂ ਖੇਤਰੀ ਪਾਰਟੀਆਂ ਨੇ, ਉਹਨਾਂ ਦੀ ਜ਼ਿਆਦਾ ਸੇ ਹੁੰਦੀ ਆ, ਫਿਰ ਉਹ ਆਪਣੀਆਂ ਮੰਗਾਂ ਜੋ ਸੂਬਿਆਂ ਦੀਆਂ ਨੇ ਉਹ ਮਨਵਾ ਲੈਂਦੀਆਂ ਨੇ, ਤੇ ਉਦੋਂ ਸਾਨੂੰ ਇੱਕ ਫੈਡਰਲ ਸਿਸਟਮ ਪ੍ਰਤੱਖ ਤੌਰ ਉੱਤੇ ਕੰਮ ਕਰਦਾ ਦਿਸਦਾ ਹੈ। ਜੋ ਸੂਬਾਈ ਪਾਰਟੀਆਂ ਦਾ ਉਭਾਰ ਹੈ ਉਹ ਵੀ ਭਾਰਤ ਦੇ ਇੱਕ ਸੰਘੀ ਢਾਂਚੇ ਦੀ ਜਿੱਤ ਹੈ, ਉਸ ਨੂੰ ਮੈਂ ਮੰਨਦਾ। ਪਹਿਲਾਂ ਕੇਂਦਰੀਕਰਨ ਸੀ, ਕਾਂਗਰਸ ਪਾਰਟੀ ਦਾ ਹੀ ਸਾਰਾ ਕੁਝ ਗਲਬਾ ਸੀ। ਉਸ ਤੋਂ ਬਾਅਦ ਖੇਤਰੀ ਪਾਰਟੀਆਂ ਦਾ ਉਭਾਰ ਹੈ, ਉਸ ਦੇ ਨਾਲ ਜੋ ਖੇਤਰੀ ਮੰਗਾਂ ਨੇ ਜੋ ਉਹ ਉੱਭਰ ਕੇ ਨੈਸ਼ਨਲ ਜੋ ਪਲੇਟਫਾਰਮ ਹੈ ਉਸ ਦੇ ਉੱਤੇ ਆ ਜਾਂਦੀਆਂ ਨੇ, ਤੇ ਉਸ ਦੇ ਉੱਤੇ ਫਿਰ ਉਹਨਾਂ ਨੂੰ ਮਜਬੂਰਨ ਕੰਨ ਧਰਨਾ ਪੈਂਦਾ ਹੈ। ਜੋ ਤੀਸਰੀ ਅੱਜ ਦੇ ਭਾਰਤ ਦੇ ਵਿੱਚ ਸੁਖਜੀਤ ਜੀ ਸਭ ਤੋਂ ਬੜੀ ਫੈਡਰਲਿਜ਼ਮ ਦੇ ਮੁਤਲਕ ਜੋ ਗੱਲ ਹੈ, ਹਾਲਾਂਕਿ ਉਸ ਆਸਪੈਕਟ ਨੂੰ ਅਸੀਂ ਇੰਨਾ ਨਹੀਂ ਡਿਸਕਸ ਕੀਤਾ, ਜੋ ਫਾਈਨੈਂਸ਼ੀਅਲ ਆਸਪੈਕਟ ਹੈ ਜੀ ਫੈਡਰਲਿਜ਼ਮ ਦਾ, ਜੋ ਫਾਈਨੈਂਸ਼ੀਅਲ ਤਾਕਤਾਂ ਨੇ ਸੈਂਟਰ ਸਰਕਾਰ ਦੀਆਂ, ਉਹ ਵੀ ਬਹੁਤ ਜ਼ਿਆਦਾ ਨੇ ਕੰਪੇਅਰ ਟੂ ਸੂਬਾ ਸਰਕਾਰ, ਕਿਉਂਕਿ ਉਹ ਫਾਈਨਾਂਸ ਕਮਿਸ਼ਨ ਬਣਾਉਣਾ, ਰੈਵਨਿਊਜ਼ ਨੂੰ ਡਿਵਾਈਡ ਕਰਨਾ, ਰੈਵਨਿਊ ਦੇ ਰਿਸੋਰਸ ਵੀ ਜ਼ਿਆਦਾ, ਜੋ ਮਾਲੀਆ ਇਕੱਠਾ ਕਰਨ ਦੇ ਰਿਸੋਰਸ ਨੇ ਉਹ ਵੀ ਜ਼ਿਆਦਾ ਕੇਂਦਰ ਸਰਕਾਰ ਕੋਲ ਨੇ। ਤੇ ਉਸ ਤੋਂ ਬਾਅਦ ਜੀਐਸਟੀ ਦੇ ਲਾਗੂ ਹੋਣ ਨਾਲ ਕੇਂਦਰ ਸਰਕਾਰ ਉੱਤੇ ਸਟੇਟ ਦੇ ਫਾਈਨੈਂਸਿਸ ਦੇ ਰਿਗਾਰਡਿੰਗ ਬਹੁਤ ਜ਼ਿਆਦਾ ਪਾਵਰ ਕੇਂਦਰ ਸਰਕਾਰ ਕੋਲ ਆ ਚੁੱਕੀ ਹੈ ਜੀ। ਹਾਲਾਂਕਿ ਜੋ ਜੀਐਸਟੀ ਕਾਉਂਸਲ ਬਣਾਇਆ ਗਿਆ ਹੈ ਉਸ ਦੇ ਵਿੱਚ ਜੋ ਸੂਬੇ ਦੇ ਫਾਈਨਾਂਸ ਮਿਨਿਸਟਰ ਨੇ ਉਹ ਵੀ ਬੈਠਦੇ ਨੇ ਐਜ਼ ਅ ਮੈਂਬਰ। ਪਰ ਹੁਣ ਜੋ ਸਰਵਿਸ ਟੈਕਸ ਖਤਮ ਹੋਣ ਤੋਂ ਬਾਅਦ ਜੋ ਕਿ ਵੈਟ ਜੋ ਸੂਬਾ ਸਰਕਾਰ ਦੇ ਹੱਥ 'ਚ ਹੁੰਦਾ ਸੀ, ਉਹ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ। ਹੁਣ ਸਿਰਫ ਪੈਟਰੋਲ ਉੱਤੇ ਜਾਂ ਇੱਕ ਅੱਧੀ ਹੋਰ ਲਿਕਰ ਉੱਤੇ, ਸ਼ਰਾਬ ਦੇ ਉੱਤੇ ਉਹ ਬਚ ਗਿਆ ਹੈ ਜੋ ਸੂਬਾ ਸਰਕਾਰ ਟੈਕਸ ਕਰ ਸਕਦੀ ਹੈ। ਬਾਕੀ ਸਭ ਕੁਝ ਜੀਐਸਟੀ ਦੀ ਜਦ ਵਿੱਚ ਆ ਚੁੱਕਿਆ ਹੈ, ਜਿਸ ਦੇ ਵਿੱਚ ਕਿ ਸੂਬਾ ਸਰਕਾਰ ਜੀਐਸਟੀ ਕਲੈਕਟ ਕਰਦੀ ਹੈ ਤੇ ਬਾਅਦ 'ਚ ਜੋ ਸਟੇਟਾਂ ਨੂੰ ਉਹਨਾਂ ਦਾ ਕੋਟਾ ਦਿੰਦੀ ਹੈ। ਇਸ ਦੇ ਵਿੱਚ ਸੁਖਜੀਤ ਜੀ ਪਹਿਲਾਂ ਤਾਂ ਸੂਬਾ ਸਰਕਾਰਾਂ ਨੂੰ ਜੋ ਉਹਨਾਂ ਦਾ ਰੈਵਨਿਊ ਦੇ ਵਿੱਚ ਕਮੀ ਆਉਣੀ ਸੀ ਉਸ ਦੀ ਭਰਪਾਈ ਕੇਂਦਰ ਨੇ ਕਰਨੀ ਸੀ। ਪਰ ਕੋਵਿਡ ਦੇ ਆਉਣ ਤੋਂ ਬਾਅਦ ਜਾਂ ਰੈਵਨਿਊ ਘਟਣ ਤੋਂ ਬਾਅਦ ਜਾਂ ਪਿੱਛੇ ਜੇ ਜੋ ਇਕਨੋਮੀ ਦੇ ਵਿੱਚ ਜੋ ਸਲੋ ਡਾਊਨ ਆਇਆ ਉਸ ਦੇ ਆਉਣ ਤੋਂ ਬਾਅਦ ਰੈਵਨਿਊ ਘਟ ਗਿਆ ਕੇਂਦਰ ਸਰਕਾਰ ਦਾ, ਤੇ ਉਸ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਦੇ ਵਿੱਚ ਬੜੀ ਟਸਲ ਚੱਲੀ ਕਿ ਕੇਂਦਰ ਨੇ ਜੋ ਬਣਦਾ ਜੀਐਸਟੀ ਸੀ ਉਹ ਸੂਬਾ ਸਰਕਾਰਾਂ ਦਾ ਰਿਲੀਜ਼ ਨਹੀਂ ਕੀਤਾ ਟਾਈਮ ਉੱਤੇ, ਜੋ ਕਿ ਇੱਕ ਕਨਸਟੀਟਿਊਸ਼ਨਲ ਗਰੰਟੀ, ਇੱਕ ਸੰਵਿਧਾਨਕ ਉਹਨਾਂ ਨੂੰ ਗਰੰਟੀ ਦਿੱਤੀ ਗਈ ਸੀ ਕਿ ਇਹ ਸਭ ਕੁਝ ਹੋਵੇਗਾ ਜੀ। ਉਸ ਦੇ ਵਿੱਚ ਕਿ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਇਹ ਵੀ ਕਿਹਾ ਕਿ ਜੋ ਭਰਪਾਈ ਹੈ ਜੋ ਜੀਐਸਟੀ ਦੀ ਉਹ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਕਰਜ਼ਾ ਲੈ ਕੇ ਕਰ ਲੈਣ। ਇੱਕ ਤਾਂ ਜੋ ਉਹਨਾਂ ਦਾ ਹੱਕ ਹੈ ਜੀਐਸਟੀ ਸੰਵਿਧਾਨਕ, ਉਹ ਉਹਨਾਂ ਦਾ ਨਹੀਂ ਮਿਲਿਆ ਉਹਨਾਂ ਨੂੰ, ਉਤੋਂ ਉਹਨਾਂ ਨੂੰ ਫਿਰ ਕਰਜ਼ਾ ਚੱਕਣ ਲਈ ਕਿਹਾ ਗਿਆ, ਜਿਸ ਦੇ ਖਿਲਾਫ ਕਿ ਸੂਬਾ ਸਰਕਾਰਾਂ ਨੇ ਬਹੁਤ ਆਵਾਜ਼ ਚੱਕੀ। ਪਰ ਉਸ ਤੋਂ ਬਾਅਦ ਉਹ ਜੋ ਹੈ ਸਮਝੌਤਾ ਹੋ ਗਿਆ, ਸੈਟਲਮੈਂਟ ਹੋ ਗਈ,
ਤੇ ਇਸ ਤਰ੍ਹਾਂ ਦੀਆਂ ਜੋ GST ਦੀ ਵਰਕਿੰਗ ਦੇ ਵਿੱਚ ਸੂਬਾ ਤੇ ਕੇਂਦਰ ਸਰਕਾਰ ਨੂੰ ਲੈ ਕੇ ਉਹ ਪ੍ਰੋਬਲਮਸ ਆਉਂਦੀਆਂ ਰਹੀਆਂ ਰੈਵਨਿਊ ਸ਼ੇਅਰਿੰਗ ਨੂੰ ਲੈ ਕੇ, ਕਿਉਂਕਿ ਹੁਣ ਜੋ ਰੈਵਨਿਊ ਸ਼ੇਅਰਿੰਗ ਹੈ, ਜੋ ਰੈਵਨਿਊ ਹੈ, ਉਹ ਸਾਰਾ ਕੰਪਲੀਟਲੀ ਉਹ ਕੇਂਦਰ ਦੇ ਅਧਿਕਾਰ ਵਿੱਚ ਚਲਾ ਗਿਆ GST ਲੱਗਣ ਤੋਂ ਬਾਅਦ। ਸੋ ਬਾਕੀ ਜੋ ਵੀ ਪਾਵਰਾਂ ਸੂਬਾ ਸਰਕਾਰਾਂ ਦੇ ਕੋਲ ਹੋਣ, ਜੋ ਵੀ ਕੁਝ ਉਹਨਾਂ ਦੇ ਹੱਥ 'ਚ ਹੋਵੇ, ਜਦ ਤੱਕ ਤੁਹਾਡੇ ਕੋਲ ਫਾਈਨਾਂਸ ਨਹੀਂ ਹੈ, ਜਦ ਤੱਕ ਤੁਹਾਡੇ ਕੋਲ ਰੈਵਨਿਊ ਨਹੀਂ ਹੈ, ਤੁਸੀਂ ਕੁਝ ਨਹੀਂ ਕਰ ਸਕਦੇ। ਜੀ ਬਿਲਕੁਲ। ਬਾਕੀ ਜੋ ਸਕੀਮਾਂ ਨੇ, ਜੋ ਪ੍ਰੋਗਰਾਮ ਨੇ, ਤੁਸੀਂ ਕਿਸ ਤਰ੍ਹਾਂ ਚਲਾਓਗੇ ਜੇ ਤੁਹਾਡੇ ਕੋਲ ਸੂਬਾ ਸਰਕਾਰਾਂ ਕੋਲ ਪੈਸਾ ਹੀ ਹੈ ਨਹੀਂਗਾ। ਇਹ ਇੱਕ ਬੜਾ ਵੱਡਾ ਜੋ ਫੈਕਟਰ GST ਦਾ ਆਇਆ। ਇਸੇ ਤਰ੍ਹਾਂ ਜੋ ਕੇਂਦਰੀ ਸਕੀਮਾਂ ਨੇ, ਜਿਸ ਤਰ੍ਹਾਂ ਕਿ ਮਨਰੇਗਾ ਜਾਂ ਹੋਰ, ਉਸ ਦੇ ਵਿੱਚ ਵੀ ਇੱਕ ਆਪਣਾ ਪਾਰਟ ਪਲੇ ਜੋ ਸੂਬਾ ਸਰਕਾਰਾਂ ਨੇ ਕਰਨਾ ਹੁੰਦਾ ਹੈ, ਉਸ ਦੇ ਵਿੱਚ ਵੀ ਉਹਨਾਂ ਕੋਲ ਰੈਵਨਿਊ ਨਹੀਂ ਬਚਿਆ ਹੈਗਾ। ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਕਿ ਆਲਮੋਸਟ ਕਾਫੀ ਸਟੇਟਸ ਦੇ ਵਿੱਚ ਸੈਂਟਰਲ ਸਕੀਮਾਂ ਨੂੰ ਲਾਗੂ ਕਰਨ ਨੂੰ ਲੈ ਕੇ ਪ੍ਰੋਬਲਮ ਖੜੀ ਹੋ ਗਈ ਹੈ, ਕਿਉਂਕਿ ਫੰਡਸ ਸੂਬਾ ਸਰਕਾਰਾਂ ਕੋਲ ਨਹੀਂ। ਅੰਤ ਦੇ ਵਿੱਚ ਸੁਖਜੀਤ ਜੀ, ਜੋ ਇੱਕ ਗੋਲ ਹੋਣਾ ਚਾਹੀਦਾ ਹੈ ਭਾਰਤ ਦੇ ਵਿੱਚ, ਜੋ ਅਚੀਵ ਕਰਨਾ ਚਾਹੀਦਾ ਹੈ ਭਾਰਤ ਗਣਰਾਜ ਨੂੰ, ਉਹ ਹੈ ਕੋਆਪਰੇਟਿਵ ਫੈਡਰਲਿਜ਼ਮ ਦਾ ਜੀ, ਜਿਸ ਦੇ ਵਿੱਚ ਕਿ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਆਪਸ ਦੇ ਵਿੱਚ ਮਿਲਵਰਤਨ ਵਧਾ ਕੇ, ਕੋਆਪਰੇਸ਼ਨ ਵਧਾ ਕੇ ਇੱਕ ਨੈਸ਼ਨਲ ਇੰਟਰਸਟ ਨੂੰ, ਸਟੇਟ ਦੇ ਇੰਟਰਸਟ ਨੂੰ, ਦੇਸ਼ ਦੇ ਇੰਟਰਸਟ ਨੂੰ, ਰਾਸ਼ਟਰ ਦੇ ਇੰਟਰਸਟ ਨੂੰ ਅੱਗੇ ਲਿਜਾਣ ਦੀ ਜਿਸ ਦੇ ਵਿੱਚ ਗੱਲ ਕਰਨ। ਉਹ ਇੱਕ ਦੂਜੇ ਨਾਲ ਹੱਥ ਮਿਲਾ ਕੇ ਬੜੇ ਫਰੈਂਡਲੀ ਮਾਹੌਲ ਦੇ ਵਿੱਚ, ਟਕਰਾਅ ਵਾਲੇ ਮਾਹੌਲ ਨੂੰ ਛੱਡ ਕੇ ਇੱਕ ਫਰੈਂਡਲੀ ਮਾਹੌਲ ਦੇ ਵਿੱਚ ਕੰਮ ਕਰਨ, ਕੋਆਪਰੇਟ ਕਰਨ ਇੱਕ ਦੂਜੇ ਨਾਲ, ਜਿਸ ਦੀ ਕਿ GST ਬੜੀ ਵੱਡੀ ਐਗਜ਼ਾਮਪਲ ਹੋ ਸਕਦੀ ਹੈ ਜੀ। ਜਦ ਇਸ ਸਿਸਟਮ ਨੂੰ ਸਾਰੇ ਨੂੰ ਹੁਣ ਚੈਲੰਜਸ ਨੇ, ਇਸ ਨੂੰ ਫਾਈਨ ਟਿਊਨ ਕਰ ਲਿਆ ਜਾਂਦਾ ਹੈ, ਤਾਂ ਕਿਉਂਕਿ ਸੂਬਾ ਸਰਕਾਰਾਂ ਨੇ ਕੇਂਦਰ ਦੇ ਉੱਤੇ ਭਰੋਸਾ ਜਤਾਇਆ ਹੈ, ਕੇਂਦਰ ਦੀ ਸਰਕਾਰ ਉੱਤੇ ਆਪਣੀਆਂ ਜੋ ਪਾਵਰ ਨੇ, ਜੋ ਫਾਈਨੈਂਸ਼ੀਅਲ ਪਾਵਰ ਰੈਵਨਿਊ ਇਕੱਠਾ ਕਰਨ ਦੀਆਂ, ਟੈਕਸ ਕਰਨ ਦੀਆਂ, ਉਹ ਉਹਨਾਂ ਨੂੰ ਦਿੱਤੀਆਂ ਨੇ ਜੀ। ਕੇਂਦਰ ਸਰਕਾਰ ਨੂੰ ਵੀ ਭਰੋਸੇ ਨੂੰ ਰਿਸਪੈਕਟ ਕਰਨਾ ਚਾਹੀਦਾ। ਉਹੀ ਕੋਆਪਰੇਟਿਵ ਫੈਡਰਲਿਜ਼ਮ ਹੋਵੇਗਾ। ਤੇ ਜਦ ਦੋਨੇ ਸਰਕਾਰਾਂ ਰਲ ਮਿਲ ਕੇ ਰਾਸ਼ਟਰ, ਦੇਸ਼ ਦੇ ਇੰਟਰਸਟ ਨੂੰ ਅੱਗੇ ਲੈ ਕੇ ਜਾਂਦੀਆਂ ਨੇ, ਤੇ ਇਸ ਦੇ ਵਿੱਚ ਹੀ ਮੈਂ ਕਿਸੇ शायर ने जिस तरह किया है कि गुलशन में हो रंगो बू तो बात बनती है, हम ही हम हैं तो क्या हम हैं, तुम ही तुम हो तो क्या तुम हो। इस तरह जे कोई केंद्र सरकार कहे कि हम ही हम हैं तो वो भी गलत है, जे कोई सूबा सरकार कहे हम ही हम हैं और क्या तुम हो वो भी गलत है। सब नूं रल मिल के ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਅੱਗੇ ਵੀ ਤੋਰਿਆ ਜਾ ਸਕੇ। ਜੀ, ਉਹਨਾਂ ਨੂੰ ਆਪਸੀ ਟਸਲ ਛੱਡ ਕੇ ਦੇਸ਼ ਦੇ ਹਿੱਤ ਬਾਰੇ ਸੋਚਣਾ ਚਾਹੀਦਾ, ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਕਿਵੇਂ ਲੈ ਕੇ ਜਾਣਾ ਇਸ ਬਾਰੇ ਸੋਚਣਾ ਚਾਹੀਦਾ। ਲਵਲੀਨ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਗੱਲਬਾਤ ਕੀਤੀ ਹੈਗੀ ਆਜ਼ਾਦ ਭਾਰਤ ਵਿੱਚ ਸੰਘੀ ਢਾਂਚੇ ਦੀ ਬਣਤਰ ਬਾਰੇ। ਮੇਰੀ ਤੇ ਤੁਹਾਡੀ ਮੁਲਾਕਾਤ ਹੋਏਗੀ ਹੁਣ ਨੈਕਸਟ ਸੰਡੇ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ 'ਚੋਂ ਅਸੀਂ ਇੱਕ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਉਦੋਂ ਤੱਕ ਤੁਸੀਂ ਸਾਡੇ ਰੇਡੀਓ ਇੰਡੀਆ ਦੇ ਸਾਰੇ ਪ੍ਰੋਗਰਾਮਸ ਇਸੇ ਤਰ੍ਹਾਂ ਸੁਣਦੇ ਰਹਿਣਾ ਤੇ ਆਪਣੇ ਸੁਝਾਅ ਵੀ ਦਿੰਦੇ ਰਹਿਣਾ। ਪ੍ਰੋਗਰਾਮ ਤੁਹਾਨੂੰ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਸ ਬਾਰੇ ਜ਼ਰੂਰ ਦੱਸਣਾ ਸਾਨੂੰ ਕਾਲ ਕਰਕੇ 6045929191 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@radioindia.ca। ਮੇਰੀ ਤੇ ਤੁਹਾਡੀ ਮੁਲਾਕਾਤ ਹੋਏਗੀ ਕੱਲ ਸਵੇਰੇ ਨਿਊਜ਼ ਆਵਰ ਦੇ ਵਿੱਚ ਠੀਕ 7 ਵਜੇ। प्रोग्राम में शामिल होने ਲਈ बहुत बहुत शुक्रिया।